है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। बाबा नानक बाबा फरीद अपनी छाती ते पाले तू। दुनिया नू चानण देण लई कई रोशन दीवे बाले तू। तू आजादी दा आगू है ओ, तू कुर्बानी दा बानी है। हरे औकड़ पिया परावां दी तू है करदा अगवानी है। क्या चूड़े बीड़े फबदे ने जो बनमतियां मुटियारां दे। जद पान मदानी चाटी विच तद शोर उठन कुमकारां दे। कोई तुम्बदी है कोई कतदी है, कोई पींदी है कोई चढ़दी है। कोई सिउंदी कोई परोंदी है, कोई वेला बूटे कटदी है। जद रात चांदनी खिड़दी है जद रात चांदनी खिड़दी है, कोई राग इलाही छिड़दा है। गिद्धे नू लोड़ा आंदा है, जो बनते बिरहा फिरदा है। ऐ पंजाब करां की सिफ्त तेरी, ऐ पंजाब करां की सिफ्त तेरी ओ। तेरी मां क्यों मिठी बोली दी जी कर दिया सिफ्त न रजदा है। उर्दू हिंदी दिया साजा विच सुरताल तेरा ही वजदा है। बसे रसे कर बार तेरा जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है ओ, दुनिया सारी भी सोनी है पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपना तजई कोई बसदी है। तेरी गोदी दे विच बैंदियां ही दुनिया दी चिंता नसदी है। तेरी गोदी दे विच बैंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब ऐ पंजाब, ऐ पंजाब, ऐ पंजाब। पंजाब दर्शन ते ਅੱਜ ਤੁਹਾਡਾ ਸਭ ਦਾ ਫਿਰ ਸਵਾਗਤ ਹੈ। ਜਿਵੇਂ ਤੁਹਾਨੂੰ ਭਲੀ ਭਾਂਤ ਪਤਾ ਹੈ ਕਿ ਪੰਜਾਬ ਦਰਸ਼ਨ ਇੱਕ ਅਜਿਹਾ ਪਲੇਟਫਾਰਮ ਹੈ ਜਿਹਦੇ ਵਿੱਚ ਇਹ ਸਮਝਣ ਦੀ
ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਕੀ ਸੀ, ਪੰਜਾਬ ਕੀ ਹੈ, ਪੰਜਾਬ ਕੀ ਹੋਣਾ ਚਾਹੀਦਾ ਹੈ ਤੇ ਪੰਜਾਬ ਕੀ ਹੋ ਸਕਦਾ ਹੈ। ਇਹਨਾਂ ਸਵਾਲਾਂ ਦੇ ਜਵਾਬ ਅਸੀਂ ਦਰਸ਼ਨ ਵਿੱਚੋਂ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਨਾਂ ਸਵਾਲਾਂ ਦੇ ਜਵਾਬ ਅਸੀਂ ਇਤਿਹਾਸ ਵਿੱਚ ਵੀ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਸੱਭਿਆਚਾਰ ਵਿੱਚ ਵੀ, ਤੇ ਸਾਡੀ ਮਾਨਸਿਕਤਾ ਵਿੱਚ ਵੀ, ਸਾਡੇ ਗੀਤਾਂ ਵਿੱਚ ਵੀ, ਸਾਡੇ ਸੰਗੀਤ ਵਿੱਚ ਵੀ। ਯਾਨੀ ਜਿੱਥੇ ਕਿਤੇ ਵੀ ਪੰਜਾਬ ਦੇ ਕੋਈ ਨਕਸ਼ ਪਏ ਆ, ਅਸੀਂ ਉਹਨਾਂ ਨੂੰ ਫਰੋਲ ਕੇ, ਉਹਨਾਂ ਨੂੰ ਦੇਖ ਕੇ, ਘੋਖ ਕੇ ਅਸੀਂ ਆਪਣੇ ਸਾਹਮਣੇ ਇੱਕ ਪੰਜਾਬ ਦਾ, ਇੱਕ ਸਵੱਛ ਪੰਜਾਬ ਦਾ, ਇੱਕ ਸਾਂਝੇ ਪੰਜਾਬ ਦਾ ਅਕਸ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਕੋਸ਼ਿਸ਼ ਵਿੱਚ ਅਸੀਂ ਪੰਜਾਬ ਦੇ ਸਿਆਣੇ, ਦਾਨਸ਼ਵਰ, ਬਜ਼ੁਰਗਾਂ ਨੂੰ ਜਿਨ੍ਹਾਂ ਨੇ ਵੀ ਆਪਣੀ ਉਮਰ ਲਾਈ ਹੈ ਪੰਜਾਬ ਨੂੰ ਸਮਝਣ ਲਈ ਜਾਂ ਗਿਆਨ ਨੂੰ ਸਮਝਣ ਲਈ, ਹਰ ਤਰ੍ਹਾਂ ਦੇ ਗਿਆਨ ਨੂੰ ਸਮਝਣ ਲਈ, ਅਸੀਂ ਉਹਨਾਂ ਕੋਲ ਇਹ ਸਵਾਲ ਲੈ ਕੇ ਜਾਂਦੇ ਹਾਂ ਕਿ ਉਹ ਸਾਨੂੰ ਪੰਜਾਬ ਬਾਰੇ ਕੁਝ ਦੱਸਣ। ਤੇ ਜਿਵੇਂ ਪੁਰਾਣੇ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਪੁਰਾਣੇ ਇਤਿਹਾਸ ਦੇ ਵਿੱਚ ਅਸੀਂ ਅਕਸਰ ਇਹ ਚਰਚਾ ਸੁਣਦੇ ਹਾਂ ਜਾਂ ਇਹ ਗੱਲ ਸੁਣਦੇ ਹਾਂ ਕਿ ਸਾਡੇ ਪੁਰਾਣੇ ਲੋਕ ਕਿਸੇ ਸੰਕਟ ਦੇ ਸਮੇਂ, ਕਿਸੇ ਵਿਪਤਾ ਦੇ ਸਮੇਂ ਜਾਂ ਕਿਸੇ ਇੱਛਾ ਨੂੰ ਲੈ ਕੇ ਕਿਸੇ ਖਾਸ ਥਾਵਾਂ ਦੇ ਉੱਤੇ ਚੌਂਕੀਆਂ ਭਰਦੇ ਹੁੰਦੇ ਸੀਗੇ ਤੇ ਉਹਨੂੰ ਲੱਗਦਾ ਹੁੰਦਾ ਸੀਗਾ ਵੀ ਉਹਦੇ ਨਾਲ ਉਹਨਾਂ ਦੀ ਸਮੱਸਿਆ ਦਾ ਕੋਈ ਸਮਾਧਾਨ ਨਿਕਲ ਆਉਣਾ। ਅਸੀਂ ਉਸ ਗੱਲ ਨੂੰ ਸਾਹਮਣੇ ਰੱਖ ਕੇ, ਜਿਵੇਂ ਤੀਰਥ ਸਥਾਨਾਂ ਦੀ ਯਾਤਰਾ ਸਾਡੇ ਸੱਭਿਆਚਾਰ ਦਾ ਹਿੱਸਾ ਰਹੀ ਹੈ, ਅੱਜ ਸਾਡਾ ਇਹ ਵਿਚਾਰ ਆ ਕਿ ਸਾਡੇ ਜਿਹੜੇ ਦਾਨਸ਼ਵਰ ਜਿਹੜੇ ਸਾਡੇ ਸਿਆਣੇ ਲੋਕ ਜਿਹੜੇ ਆ, ਉਹ ਸਾਡੇ ਇੱਕ ਤਰ੍ਹਾਂ ਦੇ ਤੀਰਥ ਸਥਾਨ ਹੈ, ਜਾਂ ਸਮਝ ਲਓ ਵੀ ਸਾਡੇ ਉਹ ਥਾਵਾਂ ਹਨ ਜਿੱਥੇ ਜਾ ਕੇ ਸਾਨੂੰ ਚੌਂਕੀਆਂ ਭਰਨੀਆਂ ਚਾਹੀਦੀਆਂ, ਜਿਨ੍ਹਾਂ ਨੂੰ ਸਾਨੂੰ ਸੁਣਨਾ ਚਾਹੀਦਾ ਹੈ, ਜਿਨ੍ਹਾਂ ਨੂੰ ਸਾਨੂੰ ਆਪਣੇ ਸਵਾਲ ਜਿਨ੍ਹਾਂ ਦੇ ਅੱਗੇ ਰੱਖਣੇ ਚਾਹੀਦੇ ਆ, ਤੇ ਸਾਨੂੰ ਆਪਣਾ ਅੰਦਰ ਘੋਖਣਾ ਚਾਹੀਦਾ, ਸਾਨੂੰ ਆਪਣੇ ਅੰਦਰ ਚਿੰਤਨ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਮੁੜ ਕੇ ਪੰਜਾਬ ਨੂੰ ਪੰਜਾਬ ਬਣਾ ਸਕੀਏ। ਇਸੇ ਸਿਲਸਿਲੇ ਵਿੱਚ ਪਿਛਲੇ ਦਿਨਾਂ ਵਿੱਚ ਅਸੀਂ ਡਾਕਟਰ ਹਰਜੀਤ ਗਿੱਲ ਜੀ ਕੋਲ ਗਏ ਸੀਗੇ, ਉਹ ਤੋਂ ਬਾਅਦ ਪ੍ਰੋਫੈਸਰ ID ਗੌੜ ਜੀ ਕੋਲ ਗਏ ਸੀਗੇ, ਉਹਨਾਂ ਤੋਂ ਬਾਅਦ ਪਾਕਿਸਤਾਨ ਵਾਲੇ ਪੰਜਾਬ ਦੇ ਪਾਸੇ ਜਨਾਬ ਨੈਣ ਸੁੱਖ ਜੀ, ਉਹ ਵੀ ਪੰਜਾਬ ਨੂੰ ਬਹੁਤ ਗਹਿਰਾਈ ਨਾਲ ਜਾਣਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ, ਉਹਨਾਂ ਕੋਲ ਗਏ ਸੀਗੇ। ਔਰ ਸਾਨੂੰ ਬੜਾ ਕੁਝ ਖਜ਼ਾਨਾ ਮਿਲ ਰਿਹਾ, ਔਰ ਸਾਨੂੰ ਲੱਗਦਾ ਵੀ ਜਿਹੜੇ ਅਸੀਂ ਪੰਜਾਬ ਵਿੱਚ ਅੱਜ ਰਹਿੰਦੇ ਹਾਂ, ਇਸ ਪੰਜਾਬ ਵਿੱਚ ਅਸੀਂ ਬੜਾ ਕੁਝ ਗਵਾ ਲਿਆ ਕਿ ਜਿਹੜਾ ਸਾਡੇ ਪੰਜਾਬ ਵਿੱਚ ਕਿਸੇ ਵੇਲੇ ਸੀਗਾ। ਤੇ ਇਸੇ ਕੋਸ਼ਿਸ਼ ਵਿੱਚ ਅਸੀਂ ਅੱਜ ਇੱਕ ਉਸ ਨਾਮਵਰ ਹਸਤੀ ਕੋਲ ਗਏ ਜਿਨ੍ਹਾਂ ਦੇ ਤੁਹਾਨੂੰ ਹੁਣੇ ਅਸੀਂ ਦਰਸ਼ਨ ਕਰਾਵਾਂਗੇ। ਡਾਕਟਰ ਭਗਵਾਨ ਜੋਸ਼ ਜੀ, ਜਿਹੜੇ ਦਿੱਲੀ ਦੀ JNU ਯੂਨੀਵਰਸਿਟੀ, ਜਿਹੜੀ ਹਿੰਦੁਸਤਾਨ ਦੀ ਇੱਕ ਬਹੁਤ ਹੀ ਮਿਆਰੀ ਤੇ ਵਕਾਰੀ ਯੂਨੀਵਰਸਿਟੀ ਸਮਝੀ ਜਾਂਦੀ ਹੈ, ਉੱਥੇ ਉਹ ਇਤਿਹਾਸ ਦੇ ਪ੍ਰੋਫੈਸਰ ਰਹੇ। ਉਹਨਾਂ ਨਾਲ ਵਿਦਿਆਰਥੀਆਂ ਦੇ, ਉਹਨਾਂ ਦੇ ਨਾਲ ਰਿਸ਼ਤੇ ਜਿਹੜੇ ਆ, ਘਨਿਸ਼ਟ ਰਿਸ਼ਤੇ, ਉਹਨਾਂ ਦੀ ਅਕਸਰ ਅਸੀਂ ਚਰਚਾ ਸੁਣਦੇ ਹਾਂ। ਤੇ ਦੂਜਾ, ਉਹਨਾਂ ਦੀ ਗਿਆਨਵੰਤਤਾ ਜਿਹੜੀ ਆ, ਉਹਦੇ ਚਰਚੇ ਵੀ ਅਸੀਂ ਅਕਸਰ ਸੁਣਦੇ ਹਾਂ। ਇੱਕ ਖਾਸ ਗੱਲ ਜਿਹੜੀ ਉਹਨਾਂ ਬਾਰੇ ਮੈਨੂੰ ਪਿਛਲੇ ਦਿਨਾਂ 'ਚ ਪਤਾ ਲੱਗੀ, ਉਹ ਇਹ ਸੀ ਕਿ ਦਰਅਸਲ ਉਹ ਸਾਇੰਸ ਦੇ ਵਿਦਿਆਰਥੀ ਸੀਗੇ, ਕੈਮਿਸਟਰੀ ਦੇ ਵਿਦਿਆਰਥੀ ਸੀਗੇ, ਔਰ ਉਹਨਾਂ ਨੇ ਕਿਸੇ ਵੇਲੇ ਦਿੱਲੀ ਯੂਨੀਵਰਸਿਟੀ ਦੇ ਇੱਕ ਪੋਲੀਟੀਕਲ ਸਾਇੰਟਿਸਟ, ਇੱਕ ਦਾਨਸ਼ਵਰ ਪ੍ਰੋਫੈਸਰ ਰਣਧੀਰ ਸਿੰਘ ਜੀ ਕੋਲ ਕਿਤੇ ਗਏ ਤੇ ਉਹਨਾਂ ਨੂੰ ਸਵਾਲ ਕੀਤਾ, ਆਪਣੇ ਸਮਾਜ ਨੂੰ ਸਮਝਣ ਵਾਲਾ ਜਾਂ ਪੰਜਾਬ ਨੂੰ ਸਮਝਣ ਵਾਲਾ। ਤੇ ਪ੍ਰੋਫੈਸਰ ਰਣਧੀਰ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਕਾਕਾ, ਇਹਦਾ ਸਵਾਲ ਕੈਮਿਸਟਰੀ ਵਿੱਚ ਨਹੀਂ, ਇਹਦਾ ਜਵਾਬ ਜਿਹੜਾ ਹਿਸਟਰੀ ਵਿੱਚੋਂ ਲੱਭਣਾ। ਔਰ ਪ੍ਰੋਫੈਸਰ ਸਾਹਿਬ ਨੇ ਉਸੇ ਵੇਲੇ ਆਪਣੀ ਲਾਈਨ ਸ਼ਿਫਟ ਕਰ ਲਈ, ਔਰ ਉਹਨਾਂ ਦਾ ਇੰਟਰਸਟ ਜਿਹੜਾ, ਉਹਨਾਂ ਦੀ ਦਿਲਚਸਪੀ ਹਿਸਟਰੀ ਵਿੱਚ, ਉਹਨਾਂ ਦੀ ਦਿਲਚਸਪੀ ਹੋ ਗਈ। ਔਰ ਮੈਂ ਸੁਣਿਆ ਕਿ ਉਹ ਇਤਿਹਾਸ ਦੇ ਪਤਾਲ ਤੱਕ ਉਤਰ ਗਏ, ਔਰ ਉਹਨਾਂ ਨੇ ਇਤਿਹਾਸ ਦੇ ਵਿੱਚੋਂ ਆਪਣੇ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਇਤਿਹਾਸ ਦੀਆਂ, ਉਹ ਸਾਡੇ ਸਾਹਮਣੇ ਰੱਖੀਆਂ, ਉਹਨਾਂ ਨੇ ਆਪਣੇ ਵਿਦਿਆਰਥੀਆਂ ਦੇ ਨਾਲ ਸਾਂਝੀਆਂ ਕੀਤੀਆਂ। ਯਾਨੀ ਉਹਨਾਂ ਦਾ ਉਮਰ ਦਾ ਜਿਹੜਾ ਸਰੋਕਾਰ ਜਿਹੜਾ, ਉਹ ਇਤਿਹਾਸ ਬਣ ਗਿਆ। ਤੇ ਇਸੇ ਕਰਕੇ ਸਾਨੂੰ ਦੱਸ ਪਈ ਸੀ ਵੀ ਤੁਸੀਂ ਜੇ ਪੰਜਾਬ ਨੂੰ ਜਾਣਨਾ ਚਾਹੁੰਦੇ ਆ ਤੇ ਤੁਸੀਂ ਉਹਨਾਂ ਦੀ ਚੌਂਕੀ ਭਰੋ।
ਤੇ ਅੱਜ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਅੱਜ ਇਸ ਨਵਾਂ ਜਿਹੜਾ ਯੁੱਗ ਹੈਗਾ, ਇੱਕ ਇਲੈਕਟ੍ਰੋਨਿਕਸ ਦਾ ਯੁੱਗ, ਇਹਦੇ ਰਾਹੀਂ, ਇੰਟਰਨੈਟ ਦੇ ਰਾਹੀਂ ਅਸੀਂ ਉਹਨਾਂ ਦੇ ਕੋਲ ਹਾਜ਼ਰੀ ਭਰ ਰਹੇ ਹਾਂ ਤੇ ਉਹਨਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ। ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਪੰਜਾਬ ਕਿਹੜਾ ਜਿਹਾ ਪੰਜਾਬ ਹੈ। ਪੰਜਾਬ ਦੇ ਵਿੱਚ ਇਤਿਹਾਸ, ਕਈ ਤਰ੍ਹਾਂ ਦੇ ਇਤਿਹਾਸ ਪੰਜਾਬ ਦੇ ਜਿਹੜੇ ਜਾਣੇ ਜਾਂਦੇ ਆ, ਇਹਨਾਂ ਵਿੱਚ ਕਿੰਨਾ ਕੁਝ ਚੱਲ ਰਿਹਾ ਪੰਜਾਬ ਵਿੱਚ। ਔਰ ਇੱਕ ਖਾਸ ਤੌਰ ਦੇ ਉੱਤੇ ਜਿਹੜਾ ਪੰਜਾਬ ਦਾ ਇੱਕ ਸਿਰਕੱਢ ਤੁਸੀਂ ਕਹਿ ਸਕਦੇ ਕਿ ਇਤਿਹਾਸ ਦੀ ਇੱਕ ਪਰੰਪਰਾ ਜਿਹੜੀ ਆ, ਉਹ ਇੱਕ ਅਕਾਲੀ ਲਹਿਰ ਜਿਹੜੀ ਜਾਣੀ ਜਾਂਦੀ ਹੈ। ਔਰ ਖਾਸ ਤੌਰ ਤੇ 1920 ਦੇ ਵਿੱਚ ਅਕਾਲੀ ਦਲ ਜਿਹੜਾ ਬਣਿਆ ਸੀਗਾ, ਔਰ ਉਹਨਾਂ ਨੇ ਬੜੀ ਜਿਹਨੂੰ ਕਹਿੰਦੇ ਪ੍ਰਾਪਤੀਆਂ ਜਿਹੜੀਆਂ ਆਪਣੇ ਇਤਿਹਾਸ ਵਿੱਚ ਕੀਤੀਆਂ, ਇੱਕ ਆਜ਼ਾਦੀ ਦੀ ਲਹਿਰ ਵੀ ਕਿਹਾ ਜਾਂਦਾ ਵੀ ਜਿਹੜੀ ਆ ਉਹਨਾਂ ਨੇ ਸ਼ੁਰੂ ਕੀਤੀ ਸੀ। ਅੱਜ ਜਦੋਂ ਅਸੀਂ ਅਕਾਲੀ ਸ਼ਬਦ ਬੋਲਦੇ ਹਾਂ ਤੇ ਸਾਡੇ ਜ਼ਿਹਨ ਦੇ ਵਿੱਚ ਜਿਸ ਤਰ੍ਹਾਂ ਦਾ ਅੱਜ ਅਕਾਲੀ ਸ਼ਬਦ ਆਉਂਦਾ ਆ, ਉਹ ਇੱਕ ਪੋਲੀਟੀਕਲੀ ਐਂਬੀਸ਼ੀਅਸ ਲੋਕਾਂ ਦਾ ਆਉਂਦਾ, ਜਿਨ੍ਹਾਂ ਦੇ ਨਿਜਤਵ ਨੂੰ ਉਭਾਰਨ ਲਈ ਵਰਤਿਆ ਜਾ ਰਿਹਾ। ਲੇਕਿਨ ਜਿਹੜਾ ਇਤਿਹਾਸ ਦਾ ਜਿਹੜਾ ਅਕਾਲੀ ਸ਼ਬਦ ਹੈ, ਉਹ ਬਹੁਤ ਗਹਿਰਾ ਤੇ ਗੰਭੀਰ ਸ਼ਬਦ ਹੈ। ਤੇ ਅੱਜ ਅਸੀਂ ਪ੍ਰੋਫੈਸਰ ਭਗਵਾਨ ਜੋਤ ਜੀ ਨੂੰ ਉਹਨਾਂ ਨੂੰ ਬੇਨਤੀ ਕੀਤੀ ਸੀ, ਤੁਸੀਂ ਵੀ ਅਕਾਲੀ ਲਹਿਰ ਇਹਦੇ ਬਾਰੇ ਸਾਨੂੰ ਦੱਸੋ। ਇੱਕ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ, ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਲੋਕਾਂ ਨੂੰ ਬਿਲਕੁਲ ਨਹੀਂ ਪਤਾ ਕਿ ਜਿਹੜਾ ਪੰਜਾਬ ਦਾ ਇਤਿਹਾਸ ਹੈ, ਜਾਂ ਜਿਹੜੀ ਪੰਜਾਬ ਦੇ ਇਤਿਹਾਸ ਵਿੱਚ ਜਿਹੜੀ ਅਕਾਲੀ ਲਹਿਰ ਹੈ, ਉਹਦੇ ਨਾਲ ਗਾਂਧੀ ਜੀ ਦਾ ਵੀ ਬੜਾ ਨੇੜੇ ਦਾ ਸੰਬੰਧ ਹੈ। ਗਾਂਧੀ ਜੀ ਦੀ ਨਾਨ ਵਾਇਲੈਂਸ, ਤੇ ਜਿਵੇਂ ਅਕਾਲੀ ਦਲ ਦੇ ਪੁਰਾਣੇ ਜਿਹੜੇ ਮੋਰਚੇ, ਪੁਰਾਣੇ ਜਿਹੜੀ ਉਹਨਾਂ ਦੇ ਸੰਘਰਸ਼ ਜਿਹੜੇ ਆ, ਉਹ ਵੀ ਇੱਕ ਨਾਨ ਵਾਇਲੈਂਸ ਉਹਨਾਂ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਆ। ਪੁਰਾਣਾ ਇਤਿਹਾਸ ਪੜ੍ਹ ਲਓ, ਕਿਸ ਤਰ੍ਹਾਂ ਉਹਨਾਂ ਦੇ ਕੁੱਟ ਪੈਂਦੀ ਸੀ, ਕਿਸ ਤਰ੍ਹਾਂ ਉਹ ਜੋ ਸੀ ਨਹੀਂ ਸੀ ਕਰਦੇ। ਤੇ ਇਸ ਤਰ੍ਹਾਂ ਗਾਂਧੀ ਜੀ ਉਹਨਾਂ ਮੋਰਚਿਆਂ ਦੇ ਵਿੱਚ ਉਹਨਾਂ ਦੀ ਗਵਾਹੀ ਵੀ ਬਣੇ, ਉਹ ਦੇਖਦੇ ਵੀ ਰਹੇ ਆ, ਉਹਨਾਂ ਨੇ ਉਹਨਾਂ ਬਾਰੇ ਲਿਖਿਆ ਵੀ ਉਹਨਾਂ ਨੇ। ਔਰ ਗਾਂਧੀ ਜੀ ਦਾ ਪ੍ਰੋਗਰਾਮ ਵੀ ਨਾਨ ਵਾਇਲੈਂਟ ਜਿਹੜਾ ਪ੍ਰੋਗਰਾਮ ਸੀਗਾ। ਤੇ ਇਸ ਕਰਕੇ ਅਕਾਲੀ ਲਹਿਰ ਦੇ ਨਾਲ ਗਾਂਧੀ ਜੀ ਦੀਆਂ ਬੜੀਆਂ ਸੂਖਮ ਤੇ ਬੜੀਆਂ ਮਹੀਨ ਜਿਹੜੀਆਂ ਤੰਦਾਂ ਤੇ ਸਾਂਝਾਂ ਜਿਹੜੀਆਂ ਉਹ ਮਿਲਦੀਆਂ। ਤੇ ਅੱਜ ਅਸੀਂ ਅਕਾਲੀ ਲਹਿਰ ਦੇ ਨਾਲ ਗਾਂਧੀ ਜੀ ਨੂੰ ਵੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੀ ਪੰਜਾਬ ਦੇ ਇਤਿਹਾਸ ਵਿੱਚ ਉਹਨਾਂ ਦੀ ਕੀ ਭੂਮਿਕਾ ਹੈ, ਜਾਂ ਅਕਾਲੀ ਲਹਿਰ ਦੇ ਇਤਿਹਾਸ ਵਿੱਚ ਉਹ ਕਿਸ ਤਰ੍ਹਾਂ ਦੇਖਦੇ ਆ। ਇਹ ਸਾਰੀਆਂ ਗੱਲਾਂ ਦਾ ਜਿਹੜਾ ਇੱਕ ਵਿਸਥਾਰ ਜਿਹੜਾ ਅਸੀਂ ਅੱਜ ਭਗਵਾਨ ਜੀ ਕੋਲੋਂ ਅਸੀਂ ਸਰਵਣ ਕਰਾਂਗੇ। ਤੇ ਮੈਂ ਸਮਾਂ ਜ਼ਿਆਦਾ ਨਾ ਲਵਾਂ, ਕਿਉਂਕਿ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਬੜੀ ਕਿਉਰਿਓਸਿਟੀ ਹੁੰਦੀ ਹੈ ਕਿ ਨਵੀਂ ਹਸਤੀ ਜਿਹੜੇ ਆਈ ਆ, ਅਸੀਂ ਉਹਨਾਂ ਨੂੰ ਸਰਵਣ ਕਰੀਏ। ਤੇ ਮੈਂ ਬੇਨਤੀ ਕਰਦਾ ਕਿ ਡਾਕਟਰ ਭਗਵਾਨ ਜੋਤ ਜੀ ਨੂੰ ਉਹ ਅੱਜ ਆਪਣਾ ਵਿਖਿਆਨ ਜਿਹੜਾ ਅਕਾਲੀ ਲਹਿਰ ਤੇ ਗਾਂਧੀ ਜੀ ਇਹ ਸ਼ੁਰੂ ਕਰਨ। ਤੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਬੇਨਤੀ ਹੈ ਕਿ ਉਹ ਕਮੈਂਟ ਕਰ ਸਕਦੇ ਆ। ਉਹਨਾਂ ਵਿੱਚ ਕੋਈ ਸਵਾਲ ਆਇਆ ਤੇ ਉਹ ਵੀ ਅਸੀਂ ਸਵਾਲ ਪ੍ਰੋਫੈਸਰ ਸਾਹਿਬ ਨੂੰ ਰੱਖਾਂਗੇ, ਤੇ ਆਪਣੇ ਲੈਕਚਰ ਵਿਖਿਆਨ ਦੇ ਅਖੀਰ ਦੇ ਵਿੱਚ ਉਹ ਆਪਣੇ ਉਸ ਕਿਸੇ ਸਵਾਲ ਬਾਰੇ ਵੀ ਚਰਚਾ ਹੋਏਗੀ ਜ਼ਰੂਰ। ਤੇ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਉਹਨਾਂ ਨੂੰ ਬੇਨਤੀ ਕਰਦਾ। ਹਾਂਜੀ ਡਾਕਟਰ ਸਾਹਿਬ। ਸਾਰੇ ਦੋਸਤਾਂ ਨੂੰ ਜੀ ਆਇਆਂ। ਮੈਂ ਅਵਤਾਰ ਜੀ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਹ ਮੰਚ ਜਿਸ ਤਰ੍ਹਾਂ ਦਾ ਸੋਚਿਆ ਔਰ ਇਹਦਾ ਤਸੱਵਰ ਕੀਤਾ, ਮੈਨੂੰ ਉਸ ਗੱਲ ਨੇ ਬੜਾ ਪ੍ਰਭਾਵਿਤ ਕੀਤਾ। ਔਰ ਮੈਂ ਚਾਹੁੰਦਾ ਸੀ ਕਿ ਇਸ ਮੰਚ ਦੇ ਉੱਤੋਂ ਮੈਂ ਕੁਝ ਕਹਾਂ, ਔਰ ਜਦ ਮੈਂ ਸੋਚਿਆ ਕਿ ਇਸ ਮੰਚ ਵਿੱਚੋਂ ਮੈਨੂੰ ਕੀ ਕਹਿਣਾ ਚਾਹੀਦਾ, ਤੇ ਮੇਰੇ ਮਨ ਵਿੱਚ ਇਸ 20ਵੀਂ ਸਦੀ ਸਭ ਤੋਂ ਵੱਡੀ ਉਹ ਲਹਿਰ ਯਾਦ ਆਈ ਜਿਹਨੇ ਪੰਜਾਬ ਨੂੰ ਉਦੋਂ ਵੀ ਪ੍ਰਭਾਵਿਤ ਕੀਤਾ 20ਵੀਂ ਸਦੀ ਤੇ ਅੱਜ 21ਵੀਂ ਸਦੀ ਤੱਕ ਪ੍ਰਭਾਵਿਤ ਕੀਤਾ। ਇੱਕ ਐਸੀ ਲਹਿਰ ਜਿਹੜੀ ਪੰਜਾਬ ਦੀ ਪਹਿਲੀ ਤੇ ਆਖਰੀ ਵੱਡੀ ਲੋਕ ਲਹਿਰ ਆਈ ਔਰ ਲੋਕਾਂ ਦੇ ਮਨਾਂ ਵਿੱਚ ਉਸ ਦਾ ਪ੍ਰਭਾਵ ਉਤਰ ਗਿਆ ਹੈ। ਇਹ ਲਹਿਰ ਜਿਹੜੀ ਸੀ, ਇੱਕ ਗੁਰਦੁਆਰਿਆਂ ਨੂੰ ਰਿਫਾਰਮ ਕਰਨ ਦੀ, ਉਹਨਾਂ ਨੂੰ ਮਹੰਤਾਂ ਤੋਂ ਮੁਕਤ ਕਰਨ ਦੀ ਲਹਿਰ ਸੀ। ਪਰ ਮਹੰਤਾਂ ਦੇ ਪਿੱਛੇ ਸਰਕਾਰ ਖੜੀ ਸੀ, ਸਰਕਾਰ ਦਾ ਗੋਲਡਨ ਟੈਂਪਲ ਉੱਤੇ ਵੀ ਕਬਜ਼ਾ ਸੀ, ਔਰ ਇਹ ਉਹਦੇ ਖਿਲਾਫ ਹੀ ਲਹਿਰ ਬਣੀ। ਹੌਲੀ ਹੌਲੀ ਇਹ ਲਹਿਰ ਐਂਟੀ ਇੰਪੀਰੀਅਲਿਸਟ ਅੰਗਰੇਜ਼ਾਂ ਦੇ ਖਿਲਾਫ ਵੀ ਇੱਕ ਲਹਿਰ ਬਣ ਗਈ। ਇਸ ਲਹਿਰ ਨੂੰ ਅੱਜ 100 ਸਾਲ ਹੋ ਗਏ ਨੇ, ਔਰ ਮੇਰੇ ਮਨ ਵਿੱਚ ਇਹ ਆਸ ਹੈ, ਔਰ ਸ਼ਾਇਦ ਇਹ ਹੋਏਗਾ ਕਿ ਸਿੱਖਾਂ ਦਾ ਕੋਈ ਨਾ ਕੋਈ ਯਤਨ ਹੋ ਰਿਹਾ ਹੋਵੇਗਾ ਕਿ ਉਹ ਅੱਜ ਇਸ ਲਹਿਰ ਨੂੰ ਪੂਰੀ ਦੁਨੀਆ ਦੇ ਉੱਤੇ ਸਾਹਮਣੇ ਪੇਸ਼ ਕਰਦੇ ਕਿ ਲਹਿਰ ਸੀ ਕਿਹੜੀ। ਔਰ ਇਹ ਲਹਿਰ ਜਿਹੜੀ ਹੈ
ਇਹਦੇ ਬਾਰੇ ਫਿਲਮਾਂ ਬਣਾਉਣ, ਇਹਦੇ ਬਾਰੇ ਛੋਟੀਆਂ ਹਸਤੀਆਂ ਦੇ ਉੱਤੇ ਉਹਨਾਂ ਨੂੰ ਇੰਟਰੋਡਿਊਸ ਕਰਨ, ਜਾਂ ਇਹਦੇ ਬਾਰੇ ਮਟੀਰੀਅਲ ਇਕੱਠਾ ਕਰਕੇ ਇੱਕ ਬਹੁਤ ਵੱਡੀ ਐਗਜ਼ੀਬਿਸ਼ਨ ਇੰਟਰਨੈਸ਼ਨਲ ਤਿਆਰ ਕਰਨ। ਮੇਰੇ ਖਿਆਲ ਵਿੱਚ ਲੋਕ ਇਸ ਬਾਰੇ ਸੋਚ ਰਹੇ ਨੇ, ਔਰ ਮੇਰੇ ਖਿਆਲ ਵਿੱਚ ਬਹੁਤ ਸਾਰੇ ਸਿੱਖ ਜੋ ਬਾਹਰ ਬੈਠੇ ਨੇ, ਜਿਹੜੇ ਸਾਡੇ ਨਾਲੋਂ ਵੀ ਵੱਧ ਸਿਆਣੇ ਨੇ, ਲੱਗਦਾ ਹੈ ਇਸ ਲਹਿਰ ਦੀ ਯਾਦ ਨੂੰ ਤਾਜ਼ਾ ਕਰਨਗੇ, ਔਰ ਇਸ ਲਹਿਰ ਦੀ ਜਿਹੜੀ ਉਦੁੱਤੀ ਦੇਣ ਹੈ ਉਸ ਨੂੰ ਅੰਡਰਲਾਈਨ ਕਰਨਗੇ। ਇਹ ਜਿਹੜੀ ਲਹਿਰ ਸੀ, ਜਿਸ ਤਰ੍ਹਾਂ ਕਿ ਕਿਹਾ ਗਿਆ ਹੈ, ਇਹ ਲਹਿਰ ਜਿਹੜੀ ਸੀ ਇਹ ਬੜੀ ਮਾਨਸਿਕ ਪਵਿੱਤਰਤਾ ਨਾਲ, ਬੜੀ ਡੈਡੀਕੇਸ਼ਨ ਨਾਲ ਔਰ ਫੀਅਰਲੈਸਨੈਸ ਹੋ ਕੇ ਗੁਰਦੁਆਰਿਆਂ ਲਈ ਲੜੀ ਗਈ ਸੀ। ਔਰ ਸਿੱਖੀ ਸਪਿਰਿਟ ਦੀ ਜਿਹੜੀ ਕੋਈ ਗੱਲ ਕਿਸੇ ਨੂੰ ਨਹੀਂ ਸੀ ਪਤਾ, ਉਹ ਇਸ ਲਹਿਰ ਨੂੰ ਵੇਖ ਕੇ ਲੋਕਾਂ ਨੂੰ ਸਮਝ ਆਈ ਕਿ ਸਿੱਖੀ ਸਪਿਰਿਟ ਨਾਮ ਦੀ ਵੀ ਕੋਈ ਚੀਜ਼ ਹੈ, ਔਰ ਉਹ ਕੀ ਹੈ। ਇਸ ਲਹਿਰ ਚੱਲਣ ਦੇ ਦੌਰਾਨ ਲਗਭਗ 400 ਤੋਂ ਵੱਧ ਲੋਕ ਜਿਹੜੇ ਸੀ ਉਹ ਮਾਰੇ ਗਏ, 2000 ਜ਼ਖਮੀ ਹੋ ਗਏ, ਔਰ ਬਹੁਤ ਸਾਰੇ ਲੋਕ ਜਿਹੜੇ ਸੀ ਅਫਸਰ ਸੀ ਜਿਨ੍ਹਾਂ ਨੇ ਇਸ ਲਹਿਰ ਨਾਲ ਸਿੰਪਥੀ ਕੀਤੀ, ਉਹ ਡਿਸਮਿਸ ਹੋ ਗਏ, ਜ਼ਗੀਰਾਂ ਚਲੀਆਂ ਗਈਆਂ, ਪੈਨਸ਼ਨਾਂ ਚਲੀਆਂ ਗਈਆਂ, ਲੋਕਾਂ ਨੂੰ ਫਾਈਨ ਹੋਏ, ਲੋਕਾਂ ਦੀ ਪ੍ਰਾਪਰਟੀ ਜਿਹੜੀ ਜ਼ਬਤ ਹੋਈ, ਉਹਨਾਂ ਨੂੰ ਕਈ ਤਰ੍ਹਾਂ ਦੀ ਪਨਿਸ਼ਮੈਂਟ ਮਿਲੀ, ਔਰ ਜਿਹੜੇ ਸਿੱਖ ਸੋਲਜਰ ਸੀ ਉਹਨਾਂ ਦਾ ਕੋਰਟ ਮਾਰਸ਼ਲ ਹੋਇਆ। ਔਰ ਬਹੁਤ ਸਾਰੇ ਐਡੀਟਰ ਔਰ ਲੇਖਕ, ਇਹਨਾਂ ਐਡੀਟਰਾਂ ਦੇ ਜਿਨ੍ਹਾਂ ਦੀ ਅਕਾਲੀ ਲਹਿਰ ਨਾਲ ਸਿੰਪਥੀ ਸੀ, ਔਰ ਪ੍ਰਿੰਟਰਸ ਔਰ ਪਬਲਿਸ਼ਰਸ, ਉਹਨਾਂ ਦੀ ਸਿਕਿਉਰਿਟੀਜ਼ ਜਿਹੜੀਆਂ ਜ਼ਬਤ ਹੋਈਆਂ, ਉਹਨਾਂ ਨੂੰ ਕੈਦ ਹੋਈ, ਔਰ ਉਹਨਾਂ ਨੂੰ ਹੋਰ ਕਈ ਤਰ੍ਹਾਂ ਦੀ ਪਨਿਸ਼ਮੈਂਟ ਦਿੱਤੀ ਗਈ, ਔਰ ਉਹਨਾਂ ਦੀ ਪਬਲਿਕੇਸ਼ਨ ਬੈਨ ਕਰ ਦਿੱਤੀ ਗਈ। ਇੱਥੋਂ ਤੱਕ ਕਿ ਉਹ ਪਿੰਡ ਜਿਨ੍ਹਾਂ ਦੀ ਸਿੰਪਥੀ ਅਕਾਲੀ ਲਹਿਰ ਨਾਲ ਸੀ, ਔਰ ਜਿਨ੍ਹਾਂ ਨੇ ਅਕਾਲੀ ਜਥਿਆਂ ਦੀ ਆਓ ਭਗਤ ਕੀਤੀ ਸੀ, ਉਹਨਾਂ ਪਿੰਡਾਂ ਨੂੰ ਵੀ ਸਰਕਾਰ ਨੇ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਇਆ। ਪਰ ਇਹ ਲਹਿਰ ਜਦੋਂ ਚੱਲ ਰਹੀ ਸੀ, ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਲਹਿਰਾਂ ਚੱਲ ਰਹੀਆਂ ਸਨ। ਉਸ ਵੇਲੇ ਗਾਂਧੀ ਦੀ ਲਹਿਰ, ਨਾਨ ਮਿਲਵਰਤਨ, ਨਾਨ ਕੋਆਪਰੇਸ਼ਨ ਦੀ ਲਹਿਰ ਚੱਲ ਰਹੀ ਸੀ, ਖਿਲਾਫਤ ਮੂਵਮੈਂਟ ਚੱਲ ਰਹੀ ਸੀ, ਔਰ ਇਸ ਦੇ ਨਾਲ ਇਸ ਬੈਕਗ੍ਰਾਉਂਡ ਦੇ ਵਿੱਚ ਦੋ ਲਹਿਰਾਂ ਜਿਹੜੀਆਂ ਸੀ ਉਹ ਸਾਹਮਣੇ ਉੱਭਰ ਕੇ ਆਈਆਂ। ਔਰ ਇੱਕ ਲਹਿਰ ਸੀਗੀ ਜਿਹਨੂੰ ਅਸੀਂ ਮੋਪਲਾ ਰਿਬੈਲੀਅਨ ਕਹਿੰਦੇ ਹਾਂ, ਇਹ ਲਹਿਰ ਮਾਲਾਬਾਰ ਵਿੱਚ ਅੰਗਰੇਜ਼ਾਂ ਦੇ ਖਿਲਾਫ ਉੱਠੀ। ਔਰ ਇੱਕ ਲਹਿਰ ਜਿਹੜੀ ਸੀ ਇਹ ਸ਼ਾਂਤਮਈ ਲਹਿਰ, ਇਹ ਪੰਜਾਬ ਵਿੱਚ ਸਿੱਖ ਕਮਿਊਨਿਟੀ ਦੇ ਵਿੱਚੋਂ ਪੈਦਾ ਹੋਈ, ਉਹ ਲਹਿਰ ਮੁਸਲਿਮ ਕਮਿਊਨਿਟੀ ਦੇ ਵਿੱਚੋਂ ਪੈਦਾ ਹੋਈ, ਔਰ ਇਹ ਦੋਨੇ ਲਹਿਰਾਂ ਆਲਮੋਸਟ ਇੱਕੇ ਸਮੇਂ ਚੱਲਦੀਆਂ ਰਹੀਆਂ। ਔਰ ਮੋਪਲਾ ਰਿਬੈਲੀਅਨ ਵੀ 1921 ਤੋਂ ਲੈ ਕੇ 1925 ਤੱਕ ਚੱਲਦੀ ਰਹੀ। ਔਰ ਇਹ ਲਹਿਰ ਦੇ ਦੌਰਾਨ ਬਹੁਤ ਸਾਰਾ ਸਰਕਾਰ ਦੇ ਨਾਲ ਆਰਮਡ ਕਨਫਰੰਟੇਸ਼ਨਸ ਹੋਈ, ਔਰ ਇਹ ਜਿਹੜਾ ਰਿਵੋਲਟ ਸੀ ਇਹ ਬੜਾ ਵਾਇਲੈਂਟ ਰਿਵੋਲਟ ਸੀ, ਇੱਕ ਕਿਸਮ ਦੀ ਇਹ ਰਿਬੈਲੀਅਨ ਸੀਗੀ ਸਰਕਾਰ ਦੇ ਖਿਲਾਫ ਔਰ ਹਿੰਦੂ ਲੈਂਡਲॉर्ड्स ਦੇ ਖਿਲਾਫ। ਔਰ ਲਹਿਰ ਦੇ ਆਖਰ ਵਿੱਚ ਇਹ ਲਹਿਰ ਆਲਮੋਸਟ ਐਂਟੀ ਹਿੰਦੂ ਹੋ ਗਈ। ਟੈਂਪਲ ਸੀ ਜਿਹੜੇ ਉਹਨਾਂ ਨੂੰ ਅਟੈਕ ਕੀਤਾ ਗਿਆ, ਕਨਵਰਸ਼ਨਸ ਕੀਤੀ ਗਈ, ਔਰਤਾਂ ਦੀ ਬੇਪਤੀ ਹੋਈ, ਔਰ ਬਹੁਤ ਸਾਰੇ ਲੋਕ ਮਾਰੇ ਗਏ। ਔਰ ਅਖੀਰ ਨੂੰ ਸਰਕਾਰ ਨੂੰ ਇਸ ਲਹਿਰ ਨੂੰ ਦਬਾਉਣ ਲਈ ਸਖਤੀ ਨਾਲ 4 ਮਹੀਨੇ ਲੱਗੇ, ਔਰ ਇਹਦੇ ਵਿੱਚ ਬੜੀ ਕਤਲੋ ਗਾਰਦ ਹੋਈ। ਇਸ ਲਹਿਰ ਨੂੰ ਬੁਰੀ ਤਰ੍ਹਾਂ ਸਰਕਾਰ ਨੇ ਕ੍ਰਸ਼ ਕਰ ਦਿੱਤਾ। ਹਾਲਾਂਕਿ ਜਿਹੜੀ ਅਕਾਲੀ ਲਹਿਰ ਸੀ ਉਹ ਕਾਮਯਾਬ ਹੋਈ। ਅਸੀਂ ਇਹ ਦੇਖਣਾ ਕਿ ਅਕਾਲੀ ਲਹਿਰ ਜਿਹੜੀ ਸੀ ਉਹ ਕਿਸ ਤਰ੍ਹਾਂ ਕਾਮਯਾਬ ਹੋਈ, ਔਰ ਇਹ ਜਿਹੜੀ ਆਰਮਡ ਸਟਰਗਲ ਔਰ ਆਰਮਡ ਰਿਵੋਲਟ ਦੀ ਲਹਿਰ ਸੀ ਇਹ ਕਿਵੇਂ ਕ੍ਰਸ਼ ਹੋਈ ਔਰ ਕਿਉਂ ਹੋਈ। ਇਸ ਲਹਿਰ ਵਿੱਚ, ਮਾਪਲਾ ਲਹਿਰ ਵਿੱਚ ਤਕਰੀਬਨ 2266 ਲੋਕ ਮਾਰੇ ਗਏ, 20,000 ਲੋਕਾਂ ਨੂੰ ਕਾਲੇ ਪਾਣੀ ਭੇਜਿਆ ਗਿਆ, 38,256 ਲੋਕ ਜਿਹੜੇ ਸੀ ਉਹਨਾਂ ਨੇ ਹਥਿਆਰ ਸੁੱਟ ਦਿੱਤੇ, 1615 ਲੋਕ ਜ਼ਖਮੀ ਹੋਏ, ਔਰ ਕਈ ਹਜ਼ਾਰਾਂ ਲੋਕਾਂ ਦੇ ਉੱਤੇ ਲੰਮੇ ਸਮੇਂ ਲਈ ਮੁਕੱਦਮੇ ਚੱਲੇ ਔਰ ਉਹਨਾਂ ਨੂੰ ਜੇਲਾਂ ਹੋਈਆਂ। ਤੇ ਇਸ ਤਰ੍ਹਾਂ ਇਸ ਦਹਾਕੇ ਪਹਿਲੇ 20ਵੀਂ ਸਦੀ ਦੇ ਪਹਿਲੇ 25 ਸਾਲਾਂ ਦੇ ਅੰਦਰ ਅੰਦਰ ਹਿੰਦੁਸਤਾਨ ਦੇ ਲੋਕਾਂ ਦੇ ਅੰਦਰ ਦੋ ਪੋਲੀਟੀਕਲ ਔਰ ਕਨਫਲਿਕਟਿੰਗ ਪੈਰਾਡਾਈਮਸ ਔਰ ਪੋਲਿਟਿਕਸ ਸਾਹਮਣੇ ਉੱਭਰ ਕੇ ਆਈਆਂ, ਪ੍ਰੈਕਟੀਕਲ। ਔਰ ਇਹਨਾਂ ਵਿੱਚੋਂ ਦੋਨਾਂ ਪੈਰਾਡਾਈਮ ਨੂੰ ਮੈਂ ਇੱਕ ਨੂੰ ਕਹਿੰਦਾ ਦ ਪੈਰਾਡਾਈਮ ਆਫ ਇਨਸਰਜੈਂਸੀ, ਵੇਅਰ ਦ ਮਾਪਲਾਸ try to stage an armed revolt against the British, ਔਰ ਦੂਸਰੀ ਨੂੰ ਮੈਂ ਕਹਿੰਦਾ ਪੈਰਾਡਾਈਮ ਆਫ ਪੀਸਫੁਲ ਮਾਸ ਮੂਵਮੈਂਟ, ਜਿਹੜੀ ਕਿ ਸ਼ਾਂਤਮਈ ਲੋਕਾਂ ਨੂੰ ਮੋਬਿਲਾਈਜ਼ ਕਰਕੇ ਸਰਕਾਰ ਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਉਤਰੀ। ਇਹ ਦੋ ਪੈਰਾਡਾਈਮਸ ਜਿਹੜੀਆਂ, ਦ ਪੈਰਾਡਾਈਮ ਆਫ ਇਨਸਰਜੈਂਸੀ ਐਂਡ ਦ ਪੈਰਾਡਾਈਮ ਆਫ ਨਾਨ ਵਾਇਲੈਂਟ ਮਾਸ ਮੂਵਮੈਂਟ,
ਇਹ ਦੋਵੇਂ ਲਹਿਰਾਂ ਪੈਰਲਲ ਚੱਲਦੀਆਂ ਰਹੀਆਂ ਹਿੰਦੁਸਤਾਨ ਦੀ 20ਵੀਂ ਸਦੀ ਵਿੱਚ, ਤੇ ਤਕਰੀਬਨ ਅੱਜ ਵੀ ਹਿੰਦੁਸਤਾਨ ਦੇ ਵਿੱਚ ਇਹ ਲਹਿਰਾਂ ਜਿਹੜੀਆਂ ਨੇ ਇਹਨਾਂ ਦੇ ਨਕਸ਼ ਸਾਨੂੰ ਕਿਤੇ ਨਾ ਕਿਤੇ ਦਿਖਾਈ ਦੇ ਰਹੇ ਨੇ। ਹੁਣ ਸਾਡੇ ਇਤਿਹਾਸਕਾਰ ਦੇ ਸਾਹਮਣੇ ਇੱਕ ਮਸਲਾ ਆਉਂਦਾ ਕਿ ਇਹਨਾਂ ਦੋਹਾਂ ਲਹਿਰਾਂ ਨੂੰ ਕਿਵੇਂ ਸਮਝਿਆ ਜਾਵੇ, ਔਰ ਇਹ ਲਹਿਰਾਂ ਦੇ ਸਮੇਂ ਦੇ ਵਿੱਚ ਗਾਂਧੀ ਕਿੱਥੇ ਖੜੇ ਨੇ, ਔਰ ਗਾਂਧੀ ਦਾ ਇਹਨਾਂ ਲਹਿਰਾਂ ਦੇ ਵਿੱਚ ਕਿਸ ਸਥਾਨ ਕੀ ਹੈ ਔਰ ਕਿਸ ਤਰ੍ਹਾਂ ਹੋ ਸਕਦਾ ਹੈ। ਪਰ ਇਹ ਗੱਲ ਦੇ ਸਵਾਲਾਂ ਦੇ ਪਰਸਪੈਕਟਿਵ ਇਵੋਲਵ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਲੈਕਚਰ ਅਕਾਲੀ ਲਹਿਰ ਦਾ ਨੈਰੇਟਿਵ ਨਹੀਂ ਹੈ। ਇੱਕ ਅਕਾਲੀ ਲਹਿਰ ਦੀਆਂ ਘਟਨਾਵਾਂ ਕਿਵੇਂ ਸ਼ੁਰੂ ਹੋਈਆਂ, ਕੀ ਰੈਜ਼ੋਲੂਸ਼ਨ ਪਾਸ ਹੋਏ, ਉਹਦੀ ਕਰਨੋਲੋਜੀ ਕੀ ਹੈ, ਕਿਵੇਂ ਵੱਖ-ਵੱਖ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਇਆ ਗਿਆ, ਇਹ ਇਸ ਲੈਕਚਰ ਦਾ ਮਕਸਦ ਨਹੀਂ ਹੈ। ਇਹ ਸਾਰੀਆਂ ਗੱਲਾਂ ਬਾਰੇ ਅਗਰ ਕਿਸੇ ਨੇ ਨੈਰੇਟਿਵ ਪੜ੍ਹਨਾ ਤੇ 3 ਬਹੁਤ ਵਧੀਆ ਕਿਤਾਬਾਂ ਅਵੇਲੇਬਲ ਨੇ। ਇੱਕ ਹੈ ਪ੍ਰੋਫੈਸਰ ਮਹਿੰਦਰ ਸਿੰਘ ਦੀ ਕਿਤਾਬ ਅਕਾਲੀ ਮੂਵਮੈਂਟ, ਇੱਕ ਕੇਐਲ ਟੁਟੇਜਾ ਦੀ ਕਿਤਾਬ ਹੈ ਸਿੱਖ ਅਕਾਲੀ ਪੋਲਿਟਿਕਸ, ਐਂਡ ਸੋਹਣ ਸਿੰਘ ਜੋਸ਼ ਦੀ ਇੱਕ ਕਿਤਾਬ ਹੈ ਬੜੀ ਇੰਟਰਸਟਿੰਗ ਅਕਾਲੀ ਮੋਰਚਿਆਂ ਦਾ ਇਤਿਹਾਸ। ਸੋ ਜਿਨ੍ਹਾਂ ਲੋਕਾਂ ਨੇ ਇਸ ਲਹਿਰ ਨਾਲ ਸੰਬੰਧਿਤ ਨੈਰੇਟਿਵਸ ਪੜ੍ਹਨੇ ਹੋਣ ਉਹਨਾਂ ਲਈ ਇਹ ਜਿਹੜੀਆਂ 3 ਕਿਤਾਬਾਂ ਨੇ ਇਹ ਬਹੁਤ ਵਧੀਆ ਨੇ। ਪਰ ਮੈਂ ਇੱਕ ਹੋਰ ਇਤਿਹਾਸਿਕ ਜਿਹੜੀ ਵਿਧੀ ਹੈ ਉਹਨੂੰ ਅਪਣਾ ਰਿਹਾ ਜਿਸ ਨੂੰ ਮੈਂ ਕਹਿੰਦਾ ਐਨਾਲਿਟੀਕਲ ਮੈਥਡ। ਐਨਾਲਿਟੀਕਲ ਮੈਥਡ ਦੇ ਵਿੱਚ ਮੈਂ ਇਤਿਹਾਸ ਦੇ ਜਿਹੜੇ ਐਕਸਪੀਰੀਐਂਸਡ ਹੋਏ ਪੈਟਰਨ ਹੈ ਅਮਰਜ ਹੋਏ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ ਔਰ ਦੇਖਾਂਗਾ ਕਿ ਇਹਨਾਂ ਮੂਵਮੈਂਟਸ ਦੇ ਅੰਡਰਲਾਈਨ ਕੋਈ ਪੈਟਰਨ ਹੈ। ਅਗਰ ਉਹ ਪੈਟਰਨ ਹੈ ਤਾਂ ਕਿਸ ਤਰ੍ਹਾਂ ਅਨਫੋਲਡ ਹੁੰਦਾ ਓਵਰ ਏ ਪੀਰੀਅਡ, ਇਹ ਗੱਲ ਨੂੰ ਅਸੀਂ ਵੇਖਣਾ ਔਰ ਇਸ ਗੱਲ ਦੇ ਨਾਲ ਫਿਰ ਅਸੀਂ ਗਾਂਧੀ ਦੀ ਲਹਿਰ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਹ ਗੱਲ ਬੜੀ ਸਪਸ਼ਟ ਕਹੀ ਗਈ ਹੈ ਕਿ every mass movement or every revolution is preceded by an intense intellectual activity। ਹਰ ਕੋਈ ਸਾਰਥਿਕ ਔਰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਨ ਵਾਲੀ ਲਹਿਰ ਜੋ ਹੁੰਦੀ ਹੈ, ਔਰ ਅਕਾਲੀ ਲਹਿਰ ਇੱਕ ਐਸੀ ਲਹਿਰ ਸੀ, ਉਸ ਲਹਿਰ ਦੇ ਪਿੱਛੇ ਜਾਂ ਉਸ ਇਨਕਲਾਬ ਦੇ ਪਿੱਛੇ ਬਹੁਤ ਕਿਸਮ ਦੀ ਵਿਦਵਤਾ ਵਾਲੇ ਲੋਕਾਂ ਦਾ ਰੋਲ ਹੁੰਦਾ ਹੈ। ਔਰ ਅਕਾਲੀ ਲਹਿਰ ਨੂੰ ਤੁਸੀਂ ਦੇਖਿਆ ਜਾਵੇ ਇਹਦੇ ਵੀ ਪਿੱਛੇ ਇੱਕ ਬਹੁਤ ਵੱਡੀ ਲਹਿਰ ਖੜੀ ਹੈ ਜਿਹਨੂੰ ਅਸੀਂ ਸਿੰਘ ਸਭਾ ਲਹਿਰ ਕਹਿੰਦੇ ਹਾਂ, ਜੋ 1817 ਵਿੱਚ ਪੰਜਾਬ ਦੇ ਵਿੱਚ ਉੱਭਰ ਕੇ ਆਈ। ਔਰ ਇਸ ਲਹਿਰ ਨੇ ਆਪਣੇ ਆਪ ਨੂੰ ਇਸ ਕੰਮ ਲਈ ਡੈਡੀਕੇਟ ਕੀਤਾ ਕਿ ਟਰੂ ਸਿੱਖੀਜ਼ਮ ਜਿਹੜਾ ਉਹਨੂੰ ਪ੍ਰੋਪੇਗੇਟ ਕੀਤਾ ਜਾਵੇ, ਸਿੱਖੀ ਬਾਰੇ ਇਤਿਹਾਸਿਕ ਕਿਤਾਬਾਂ ਲਿਖੀਆਂ ਜਾਣ ਔਰ ਗੁਰਮੁਖੀ ਲਿਪੀ ਹੈ ਜਿਹੜੀ ਉਹਨੂੰ ਵੀ ਪ੍ਰੋਪੇਗੇਟ ਕੀਤਾ ਜਾਵੇ। ਔਰ ਇਹਦੇ ਨਾਲ ਸਿੱਖਾਂ ਵਿੱਚ ਇੱਕ ਨਵੀਂ ਕਿਸਮ ਦੀ ਜਾਗਰਤੀ ਪੈਦਾ ਹੋਈ ਔਰ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸਾਨੂੰ ਪਤਾ ਹੈ, ਜਿਵੇਂ ਭਾਈ ਵੀਰ ਸਿੰਘ ਨੇ, ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਬੇਮਿਸਾਲ ਨੇ ਔਰ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ। 500 ਤੋਂ ਜ਼ਿਆਦਾ ਉਹਨਾਂ ਨੇ ਟਰੈਕਟ ਲਿਖੇ ਜਿਹੜੇ ਕਿ ਬੜੇ ਵਾਈਡਲੀ ਪੜ੍ਹੇ ਗਏ। ਗਿਆਨੀ ਦਿੱਤ ਸਿੰਘ ਸੀ, ਭਾਈ ਕਾਨ ਸਿੰਘ ਨਾਭਾ ਸੀ ਔਰ ਇਹ ਸਾਰੇ ਲੋਕ ਸੀ। ਭਾਈ ਕਾਨ ਸਿੰਘ ਨਾਭਾ ਨੇ 1906 ਵਿੱਚ ਇੱਕ ਪੁਸਤਕ ਲਿਖੀ ਜਿਹਦਾ ਨਾਂ ਸੀ ਹਮ ਹਿੰਦੂ ਨਹੀਂ ਹੈ। ਔਰ ਜਦ ਇਹ ਲਹਿਰ ਸਿੱਖਾਂ ਦੇ ਵਿੱਚ ਚੱਲ ਰਹੀ ਸੀ ਉਸੇ ਵਕਤ ਆਰੀਆ ਸਮਾਜੀ ਲਹਿਰ ਵੀ ਪੰਜਾਬ ਵਿੱਚ ਚੱਲ ਰਹੀ ਸੀ। ਉਸੇ ਵਕਤ ਮੁਸਲਿਮ ਜਿਹੜੇ ਲੋਕ ਥੇ ਉਹਨਾਂ ਦੀਆਂ ਲਹਿਰਾਂ ਵੀ ਪੰਜਾਬ ਵਿੱਚ ਚੱਲ ਰਹੀਆਂ ਸਨ। ਪਰ ਸਿੱਖਾਂ ਦੀ ਇੱਕ ਖਾਸੀਅਤ ਸੀ ਕਿ ਉਦਾਸੀਆਂ ਤੋਂ ਚੱਲ ਕੇ ਜਿਹੜੇ ਗੁਰਦੁਆਰਿਆਂ ਦੇ ਨਾਲ ਪ੍ਰੋਪਰਟੀ ਸੀ, ਜਿਹੜੇ ਗੁਰਦੁਆਰੇ ਉਦਾਸੀਆਂ ਸੇਵਾ ਕਰ ਰਹੇ ਸਨ, ਉਹ ਗੁਰਦੁਆਰੇ ਅੰਗਰੇਜ਼ਾਂ ਦੇ ਆਉਣ ਨਾਲ ਹੌਲੀ-ਹੌਲੀ ਮਹੰਤਾਂ ਦੇ ਕੰਟਰੋਲ ਵਿੱਚ ਆ ਗਏ ਔਰ ਮਹੰਤਾਂ ਨੇ ਉਹਨਾਂ ਨੂੰ ਆਪਣੀ ਇੱਕ ਨਿੱਜੀ ਜਾਇਦਾਦ ਦੇ ਤੌਰ ਤੇ ਸਮਝਣ ਦੀ ਔਰ ਰੱਖਣ ਦੀ ਕੋਸ਼ਿਸ਼ ਕੀਤੀ। ਔਰ ਇਹ ਵੀ ਕਿਹਾ ਗਿਆ ਕਿ ਸਿੱਖ ਧਰਮ ਉੱਤੇ ਬ੍ਰਹਮੈਨਿਕਲ ਜਿਹੜੀ ਹੈ ਛਾਪ ਉਹ ਲੱਗੀ ਹੈ ਔਰ ਗੋਲਡਨ ਟੈਂਪਲ ਜਿਹੜਾ ਸੀ, ਸਭ ਤੋਂ ਵੱਡੀ ਇਹ ਗੱਲ ਸੀ ਕਿ ਉਹਦੇ ਵਿੱਚ ਜਨਰਲ ਡਾਇਰ ਨੂੰ ਸੱਦ ਕੇ ਸਰਪਾਉ ਦਿੱਤਾ ਗਿਆ ਔਰ ਇਹਦੇ ਨਾਲ ਸਾਰੀਆਂ ਸਿੱਖਾਂ ਦੀਆਂ ਭਾਵਨਾਵਾਂ ਬਲੁੰਦਰੀਆਂ ਗਈਆਂ। ਜਨਰਲ ਡਾਇਰ ਉਹ ਆਦਮੀ ਸੀ ਜਿਹਨੇ ਜਲਿਆਂਵਾਲੇ ਬਾਗ ਦਾ ਸਾਕਾ ਕੀਤਾ ਸੀ ਔਰ ਇਹ ਗੱਲ ਸਿੱਖਾਂ ਨੇ ਬੜੀ ਮਹਿਸੂਸ ਕੀਤੀ ਕਿ ਗੋਲਡਨ ਟੈਂਪਲ ਦਾ ਜਿਹੜਾ ਕੰਟਰੋਲ ਹੈ ਉਹ ਸਿੱਖਾਂ ਦੇ ਹੱਥਾਂ ਵਿੱਚ ਆਉਣਾ ਚਾਹੀਦਾ ਹੈ। ਔਰ ਇਸ ਗੱਲ ਨੂੰ ਲੈ ਕੇ ਇੱਕ ਪੂਰੀ ਦੀ ਪੂਰੀ ਲਹਿਰ ਸ਼ੁਰੂ ਹੋਈ 1920 ਦੇ ਵਿੱਚ। ਬਹੁਤ ਸਾਰਾ ਸਾਹਿਤ ਰਚਿਆ ਗਿਆ, ਐਜੂਕੇਸ਼ਨਲ ਕਾਨਫਰੰਸਾਂ ਕੀਤੀਆਂ ਗਈਆਂ ਔਰ 1892 ਵਿੱਚ ਖਾਲਸਾ ਕਾਲਜ ਜਿਹੜਾ ਸੀ
ਉਹ ਬਣਾਇਆ ਗਿਆ, ਜਿੱਥੇ ਇੱਕ ਨਵੇਂ ਕਿਸਮ ਦਾ ਸਿੱਖ ਇੰਟੈਲੀਜੈਂਸ਼ੀਆ ਪੈਦਾ ਹੋਇਆ, ਜਿਨੇ ਇਸ ਲਹਿਰ ਨੂੰ ਫੈਲਾਉਣ ਵਿੱਚ, ਇਸ ਲਹਿਰ ਵਿੱਚ ਬੜੀ ਡੂੰਘੀ ਦਿਲਚਸਪੀ ਪੈਦਾ ਕੀਤੀ ਗਈ ਉਸਦੇ। ਔਰ ਇੱਕ ਪਰ ਇਹ ਦੇਖਣ ਵਾਲੀ ਇਹ ਗੱਲ ਹੈ ਕਿ ਜਿਸ ਤਰ੍ਹਾਂ ਸਿੱਖਾਂ ਦਾ ਖਾਲਸਾ ਕਾਲਜ ਬਣਾਇਆ, ਇਸ ਤਰ੍ਹਾਂ ਹੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣੀ, ਬਨਾਰਸ ਹਿੰਦੂ ਯੂਨੀਵਰਸਿਟੀ ਬਣੀ, ਔਰ ਇਹ ਤਿੰਨੇ ਫਿਰਕਿਆਂ ਵਿੱਚ ਇੱਕ ਖਾਸ ਤਰ੍ਹਾਂ ਦਾ ਉਭਾਰ ਆਇਆ, ਜਿਹਦੇ ਵਿੱਚ ਹਰ ਫਿਰਕੇ ਦੇ ਆਪਣੇ ਆਪਣੇ ਇੰਟੈਲੈਕਚੁਅਲ ਨੇ ਆਪਣੇ ਸਮਾਜ ਵਿੱਚ ਇੰਪਰੂਵਮੈਂਟ ਲਾਣੀ ਸ਼ੁਰੂ ਕੀਤੀ ਔਰ ਉਹਨਾਂ ਨੂੰ ਰਿਫਾਰਮ ਕਰਨ ਦੀ ਕੋਸ਼ਿਸ਼ ਕੀਤੀ। ਉੱਪਰ ਮੈਂ ਦੋ ਲਹਿਰਾਂ ਦੀ ਗੱਲ ਕੀਤੀ ਹੈ, ਇੱਕ ਹੈ ਸ਼ਾਂਤਮਈ ਲਹਿਰ ਜੋ ਸਿੱਖਾਂ ਨੇ ਚਲਾਈ ਪੰਜਾਬ ਦੇ ਵਿੱਚ ਔਰ ਸਿੱਖ ਸਮਾਜ ਨੇ ਚਲਾਈ, ਔਰ ਦੂਸਰੀ ਲਹਿਰ ਹੈ ਮਾਪਲਾ ਰਿਬੈਲੀਅਨ, ਜਿਹੜੀ ਕਿ ਆਪਣੇ ਆਪ ਵਿੱਚ ਬੜੀ ਵਾਇਲੈਂਟ ਅਪਸਰਜ ਸੀਗਾ ਅੰਗਰੇਜ਼ਾਂ ਦੇ ਖਿਲਾਫ ਵੀ, ਜੋ ਬਾਅਦ ਵਿੱਚ ਉੱਥੇ ਹਿੰਦੂਆਂ ਦੇ ਖਿਲਾਫ ਵੀ ਹੋਇਆ, ਕਿਉਂਕਿ ਬਹੁਤ ਸਾਰੇ ਹਿੰਦੂ ਲੈਂਡਲॉर्ड ਸਨ, ਉਹਨਾਂ ਦੇ ਖਿਲਾਫ ਵੀ ਉਹ ਇੱਕ ਰਿਵੋਲਟ ਸੀ। ਇਹਨਾਂ ਦੋਹਾਂ ਨੂੰ ਸਮਝਣ ਲਈ ਤੇ ਗਾਂਧੀ ਦਾ ਗੁਰਦੁਆਰਾ ਸਰਦਾਰ ਨਾਲ ਰਿਸ਼ਤੇ ਨੂੰ ਸਮਝਣ ਲਈ ਸਾਨੂੰ ਇੱਕ ਹੋਰ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ, ਔਰ ਉਹ ਚੀਜ਼ ਨੂੰ ਸਮਝੇ ਬਿਨਾ ਸਾਨੂੰ ਨਾ ਤਾਂ ਅਕਾਲੀ ਲਹਿਰ ਦੀ, ਨਾ ਗਾਂਧੀ ਦੀ ਲਹਿਰ ਦੀ, ਔਰ ਨਾ ਜਿਹੜੀ ਇਹ ਮਾਪਲਾ ਰਿਬੈਲੀਅਨ ਹੈ ਇਹਦਾ ਕੀ ਹਸ਼ਰ ਹੋਇਆ ਉਹਦੀ ਸਮਝ ਆਏਗੀ। ਇੱਕ ਔਰ ਉਹ ਸਵਾਲ ਹੈ ਦ ਨੇਚਰ ਆਫ ਦ ਕਲੋਨੀਅਲ ਸਟੇਟ, ਕਿ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਨੇ ਕਿਸ ਕਿਸਮ ਦੀ ਮਾਡਰਨ ਸੈਂਟਰਲਾਈਜ਼ ਸਟੇਟ ਖੜੀ ਕੀਤੀ ਓਵਰ ਦ ਪੀਰੀਅਡ, ਇਹਨੂੰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਹ ਗੱਲ, ਮੈਂ ਤੇ ਮੇਰੀ ਪਤਨੀ ਸ਼ਸ਼ੀ ਜੋਸ਼ੀ ਨੇ 3 ਵਾਲੀਅਮ ਵਿੱਚ ਇਤਿਹਾਸ ਲਿਖਿਆ ਹੈ, ਇਹ ਹਿਸਟਰੀ ਆਫ ਦ ਇੰਡੀਅਨ ਕਮਿਊਨਿਸਟ, ਜਿਹੜੀ ਕਿ ਸੇਜ ਨੇ ਛਾਪੀ ਹੈ। ਉਹਦੇ ਵਿੱਚ ਇਹ ਕਲੋਨੀਅਲ ਲਹਿਰ ਦਾ ਬਹੁਤ ਲੰਬਾ ਚੌੜਾ ਜ਼ਿਕਰ ਹੈ, ਪਰ ਮੈਂ ਇੱਥੇ ਸਿਰਫ ਸਾਡੇ ਵੱਲੋਂ ਕੱਢੇ ਕੁਝ ਕੁ ਕਨਕਲੂਜਨ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਾਂਗਾ, ਔਰ ਫਿਰ ਇਹਨਾਂ ਦੋਹਾਂ ਲਹਿਰਾਂ ਦਾ ਔਰ ਗਾਂਧੀ ਨਾਲ ਇਹਨਾਂ ਦੋਹਾਂ ਲਹਿਰਾਂ ਦੇ ਰਿਸ਼ਤੇ ਬਾਰੇ ਵੀ ਜ਼ਿਕਰ ਕਰਾਂਗਾ। ਜਿਵੇਂ ਕਿ ਤੁਹਾਨੂੰ ਪਤਾ ਹੈ 1857 ਦਾ ਗਦਰ ਸੀ ਜਿਹੜਾ ਅੰਗਰੇਜ਼ਾਂ ਨੇ ਕ੍ਰਸ਼ ਕਰ ਦਿੱਤਾ ਸੀ, ਔਰ ਇਹਦੇ ਨਾਲ ਹੀ 1800 ਗਦਰ ਤੋਂ ਬਾਅਦ ਉਹਨਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ 1857 ਇਹ ਪਹਿਲੀ ਵਾਰ ਹੋਇਆ, ਹੋਰ ਵੀ ਇਸ ਤਰ੍ਹਾਂ ਦੇ ਰੈਵੋਲੂਸ਼ਨ ਅੱਗੇ ਹੋ ਸਕਦੇ ਹਨ, ਤੇ ਸਾਨੂੰ ਹਿੰਦੁਸਤਾਨ ਵਿੱਚ ਕਿਸ ਤਰ੍ਹਾਂ ਦੀ ਸਟੇਟ ਬਣਾਉਣੀ ਚਾਹੀਦੀ ਹੈ, ਕਿਸ ਤਰ੍ਹਾਂ ਦਾ ਰਾਜ ਕਾਇਮ ਕੀਤਾ ਜਾਣਾ ਚਾਹੀਦਾ ਹੈ ਕਿ ਅੱਗੇ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਰੈਵੋਲੂਸ਼ਨਰੀ ਮੂਵਮੈਂਟਸ ਨੇ ਉਹਨਾਂ ਨੂੰ ਅੱਗੇ ਹੀ ਨਾ ਜਾਣ ਦਿੱਤਾ ਜਾਵੇ, ਉਹਨਾਂ ਨੂੰ ਕ੍ਰਸ਼ ਕਰ ਦਿੱਤਾ ਜਾਵੇ, ਤਾਂ ਕਿ ਇਸ ਤਰ੍ਹਾਂ ਦੀਆਂ 1857 ਜੈਸੇ ਪੂਰਾ ਦੇਸ਼ ਵਿਆਪੀ ਜਿਹੜਾ ਹੈ ਉਹ ਅੰਦੋਲਨ ਔਰ ਰਿਵੋਲਟ ਨਾ ਬਣੇ। ਇਹ ਗੱਲ ਉਹਨਾਂ ਨੇ ਸੋਚਣੀ ਸ਼ੁਰੂ ਕੀਤੀ, ਔਰ ਇਹਦੇ 'ਚ 2 ਤਰ੍ਹਾਂ ਦੇ ਜਿਹੜੇ ਟ੍ਰੈਂਡ ਸਾਹਮਣੇ ਆਏ ਇਸ ਲਹਿਰ ਨੂੰ ਲੈ ਕੇ। ਇਸ ਲਹਿਰ ਨੂੰ, ਇਸ ਗੱਲ ਨੂੰ ਕਿ ਕਿਹੋ ਜਿਹੀ ਹਿੰਦੁਸਤਾਨ ਵਿੱਚ ਸਟੇਟ ਬਣਾਈ ਜਾਵੇ, ਇਹ ਬਹਿਸ 1938 ਵਿੱਚ ਹੀ ਸ਼ੁਰੂ ਹੋ ਚੁੱਕੀ ਸੀ। ਇਸ ਲਹਿਰ ਦੇ 2 ਤਰ੍ਹਾਂ ਦੇ ਲੋਕਾਂ ਨੇ ਸਾਥ ਥੇ। ਇੱਕ ਪਾਸੇ ਕੰਜ਼ਰਵੇਟਿਵ ਲੋਕ ਸੇ ਜਿਹੜੇ ਕਹਿੰਦੇ ਸੀ ਕਿ ਹਿੰਦੁਸਤਾਨ ਨੂੰ ਅਸੀਂ ਤਲਵਾਰ ਦੇ ਔਰ ਬੰਦੂਕਾਂ ਦੇ ਜ਼ੋਰ ਨਾਲ ਜਿੱਤਿਆ, ਔਰ ਉਹਦੇ ਉੱਤੇ ਸਾਨੂੰ ਬੰਦੂਕਾਂ ਦੇ ਜ਼ੋਰ ਨਾਲ ਹੀ, ਸੰਗੀਨਾਂ ਦੇ ਜ਼ੋਰ ਨਾਲ ਹੀ, ਰੋਬ ਦਾਬ ਨਾਲ ਹੀ ਰਾਜ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਵੁਕਤ ਕਰਨੀ ਚਾਹੀਦੀ ਕਿ ਉਹਨਾਂ ਦਾ ਸਾਡੀ ਸਟੇਟ ਨਾਲ ਕੋਈ ਤਾਲੁਕਾਤ ਹੈ। ਦੂਸਰੇ ਉਹ ਲੋਕ ਸੀ ਦੂਸਰੇ ਪਾਸੇ ਜਿਨ੍ਹਾਂ ਨੂੰ ਅਸੀਂ ਲਿਬਰਲ ਇੰਪੀਰੀਅਲਿਸਟ ਕਹਿੰਦੇ ਹਾਂ। ਇੱਕ ਪਾਸੇ ਕੰਜ਼ਰਵੇਟਿਵ ਇੰਪੀਰੀਅਲਿਸਟ, ਦੂਸਰੇ ਪਾਸੇ ਲਿਬਰਲ ਇੰਪੀਰੀਅਲਿਸਟ, ਜਿਨ੍ਹਾਂ ਦਾ ਇਹ ਸੀ ਕਿ ਹਿੰਦੁਸਤਾਨ ਇੱਕ ਐਡਾ ਵੱਡਾ ਮੁਲਕ ਹੈ ਔਰ 1 ਲੱਖ ਅੰਗਰੇਜ਼ਾਂ ਨੇ ਜੇ ਇਸ ਤੇ ਰਾਜ ਕਰਨਾ ਤੇ 1 ਲੱਖ ਅੰਗਰੇਜ਼ ਇੰਨੇ ਵੱਡੇ ਮੁਲਕ ਤੇ 330 ਮਿਲੀਅਨ ਦੇ 330 ਕਰੋੜ ਜਿਹੜੇ ਲੋਕ ਨੇ ਉਹਨਾਂ ਤੇ 1 ਲੱਖ ਲੋਕ ਰਾਜ ਨਹੀਂ ਕਰ ਸਕਦੇ। ਇਹ ਤਾਂ ਹੀ ਕਰ ਸਕਦੇ ਨੇ ਜੇ ਅਸੀਂ ਹਿੰਦੁਸਤਾਨ ਦੇ ਲੋਕਾਂ ਦਾ ਹੈਡਸ ਐਂਡ ਹਾਰਟਸ ਜਿਹੜਾ ਨਾ ਉਹਨੂੰ ਜਿੱਤੀਏ, ਉਹਨਾਂ ਦੇ ਮਨਾਂ ਵਿੱਚ ਆਪਣੀ ਮੋਰਲ ਅਥਾਰਟੀ ਕਾਇਮ ਕਰੀਏ, ਉਹਨਾਂ ਦੇ ਮਨਾਂ ਵਿੱਚ ਆਪਣੀ ਪ੍ਰਿਸਟੀਜ ਕਾਇਮ ਕਰੀਏ, ਤਾਂ ਕਿ ਉਹ ਸਾਨੂੰ ਆਪਣੀ ਲਾਇਲਟੀ ਦੇਣ, ਸਾਨੂੰ ਆਪਣੀ ਕੰਸੈਂਟ ਦੇਣ। ਤੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਸਟੇਟ ਜਿਹੜੀ ਹੈ ਇਹਨੂੰ ਇੱਕ ਕੰਸੈਂਟ ਬੇਸ ਸਟੇਟ ਵੱਲ ਸਾਨੂੰ ਲਿਜਾਣਾ ਚਾਹੀਦਾ ਹੈ। ਔਰ ਇਹ ਉਹਨਾਂ ਨੇ ਇਹ ਕਿਹਾ ਕਿ ਹਿੰਦੁਸਤਾਨ ਦੇ ਲੋਕ ਨੇ ਇਹ 2 ਤਰ੍ਹਾਂ ਆਜ਼ਾਦੀ ਪ੍ਰਾਪਤ ਕਰ ਸਕਦੇ ਨੇ। ਇੱਕ ਤਰ੍ਹਾਂ ਤੇ ਰਿਵੋਲਟ ਜਿਸ ਤਰ੍ਹਾਂ 1857 ਦਾ ਰਿਵੋਲਟ ਹੋਇਆ, ਜੇ ਸਾਰਾ ਇਸ ਤਰ੍ਹਾਂ ਦਾ ਇੱਕ ਹੋਰ ਰਿਵੋਲਟ ਸਾਰੇ ਦੇਸ਼ ਵਿੱਚ ਹੋ ਜਾਂਦਾ ਜਾਂ ਉਸ ਵੇਲੇ ਕਾਮਯਾਬ ਹੋ ਜਾਂਦਾ ਤਾਂ ਉਹ ਸਾਨੂੰ ਬਾਹਰ ਕੱਢ ਸਕਦੇ ਨੇ ਰੈਵੋਲੂਸ਼ਨ ਦੇ ਥਰੂ। ਦੂਸਰਾ, ਉਹ ਸਾਨੂੰ ਰਿਫਾਰਮ ਦੇ ਥਰੂ ਆਪਣੀ ਆਜ਼ਾਦੀ ਪ੍ਰਾਪਤ ਕਰ ਸਕਦੇ ਨੇ, ਔਰ ਉਹ ਰਿਫਾਰਮ ਦੇ ਥਰੂ ਆਪਣੀ ਆਜ਼ਾਦੀ ਤਾਂ ਪ੍ਰਾਪਤ ਕਰਨਗੇ ਅਸੀਂ ਅਗਰ ਉਹਨਾਂ ਨੂੰ ਯੂਰਪੀਅਨ ਕਿਸਮ ਦੀ ਡੈਮੋਕ੍ਰੇਸੀ ਦੇ ਰਸਤੇ ਉੱਤੇ ਪਾ ਦੇਈਏ।
ਔਰ ਇਸ ਤਰ੍ਹਾਂ ਦੀ ਡੈਮੋਕ੍ਰੇਸੀ ਔਰ ਇਹਦਾ ਤੌਰ ਤਰੀਕੇ ਸਿੱਖਣ ਵਾਸਤੇ ਔਰ ਲੋਕਾਂ ਨੂੰ ਸਿਖਾਉਣ ਵਾਸਤੇ ਉਹਨਾਂ ਨੂੰ ਬੜਾ ਟਾਈਮ ਲੱਗੇਗਾ। ਕਮ ਸੇ ਕਮ ਇਸ ਸਾਲ ਲਈ 100 ਸਾਲ ਲੱਗ ਜਾਏਗਾ ਔਰ 100 ਸਾਲ ਤੱਕ ਅਸੀਂ ਇਸ ਦੇਸ਼ ਤੇ ਰਾਜ ਕਰ ਸਕਦੇ ਹਾਂ। ਤੇ ਉਹਨਾਂ ਨੇ ਫਿਰ ਅਖੀਰ ਵਿੱਚ ਇਹ ਦੂਸਰਾ ਰਸਤਾ ਚੁਣਿਆ ਔਰ 1857 ਤੋਂ ਬਾਅਦ ਇਸ ਦੇਸ਼ ਵਿੱਚ ਯੂਨੀਵਰਸਿਟੀਆਂ ਖੋਲੀਆਂ, ਸਕੂਲ ਖੋਲੇ, ਅਖਬਾਰ ਚਲਾਏ, ਲੋਕਾਂ ਨੂੰ ਮਿਲਣ ਗਿਲਣ ਦੀ ਔਰ ਮੀਟਿੰਗਾਂ ਕਰਨ ਦੀ ਖੁੱਲ੍ਹ ਦਿੱਤੀ, ਅੰਗਰੇਜ਼ੀ ਦੀ ਪੜ੍ਹਾਈ ਹੋਈ ਔਰ ਇੱਕ ਕਿਸਮ ਨਾਲ ਉਹਨਾਂ ਨੇ ਇੱਕ ਐਸਾ ਇੰਟੈਲੀਜੈਂਸ਼ੀਆ ਪੈਦਾ ਕੀਤਾ ਜਿਹਨੇ ਆਪਣੀ ਲਾਇਲਟੀ ਅੰਗਰੇਜ਼ਾਂ ਨੂੰ ਦਿੱਤੀ। ਇਹ ਸਾਰੇ ਲਾਇਲਟੀ ਨੂੰ, ਇਹ ਸਾਰੀਆਂ ਗੱਲਾਂ ਨੂੰ ਸਮ ਅਪ ਕਰਨ ਵਾਸਤੇ ਅਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਜਿਹਨੂੰ ਅਸੀਂ ਹੈਜੇਮਨੀ ਕਿਹਾ। ਅੰਗਰੇਜ਼ਾਂ ਨੇ ਇਸ ਦੇਸ਼ ਵਿੱਚ ਆਪਣੀ ਹੈਜੇਮਨੀ ਕਾਇਮ ਕੀਤੀ, ਜਿਹਨੂੰ ਉਹਨਾਂ ਨੇ ਇੱਕ ਕੰਸੈਂਟ ਦੇ ਤੌਰ ਤੇ ਲੋਕਾਂ ਨੇ ਉਹਨਾਂ ਨੂੰ ਆਪਣੇ ਉੱਤੇ ਰਾਜ ਕਰਨ ਦੀ ਆਗਿਆ ਦਿੱਤੀ। ਦੂਸਰੇ ਸ਼ਬਦਾਂ ਵਿੱਚ ਅਸੀਂ ਇਹ ਕਹਿਣਾ ਹੋਵੇ ਕਿ ਸਾਰੇ ਦਾ ਨਤੀਜਾ ਇਹ ਨਿਕਲਿਆ ਕਿ ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ਇੱਕ ਕਲੋਨੀਅਲ ਕਨਸਟੀਟਿਊਸ਼ਨਲਿਜ਼ਮ ਦੇ ਥਰੂ ਰੂਲ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਮਿਊਨਿਸਪੈਲਿਟੀਆਂ ਖੜੀਆਂ ਕੀਤੀਆਂ ਜਿੱਥੇ ਇਲੈਕਸ਼ਨ ਹੋਣੇ, ਡਿਸਟ੍ਰਿਕਟ ਬੋਰਡਾਂ ਦੇ ਇਲੈਕਸ਼ਨ ਹੋਏ, ਯੂਨੀਵਰਸਿਟੀਆਂ ਦੀਆਂ ਸੈਨੇਟਸ ਦੇ ਇਲੈਕਸ਼ਨ ਸ਼ੁਰੂ ਹੋਏ, ਲੈਜਿਸਲੇਟਿਵ ਕਾਉਂਸਲਸ ਬਣੀਆਂ, ਉਹਨਾਂ 'ਚ ਇਲੈਕਸ਼ਨ ਸ਼ੁਰੂ ਹੋਏ ਔਰ ਇਹ ਕਰਦਿਆਂ ਕਰਦਿਆਂ ਉਹਨਾਂ ਨੇ 1937 ਤੱਕ 14% ਜਿਹੜੇ ਹਿੰਦੁਸਤਾਨੀ ਸੀ ਉਹਨਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਔਰ ਇਸ ਕਨਸਟੀਟਿਊਸ਼ਨਲ ਪ੍ਰੋਸੈਸ ਦੇ ਥਰੂ ਉਹਨਾਂ ਨੇ ਆਪਣੀ ਜਿਹੜੀ ਹੈਜੇਮਨੀ ਸੀ ਲੋਕਾਂ ਉੱਤੇ ਰਿਨਿਊ ਕਰਦੇ ਰਹੇ। ਇਸ ਤਰ੍ਹਾਂ ਹੋਇਆ। ਇਹ ਸਾਰੀ ਗੱਲ ਦਾ ਸਿੱਟਾ ਕੀ ਨਿਕਲਿਆ? ਇਹ ਸਾਰੀ ਗੱਲ ਦਾ ਸਿੱਟਾ ਇਹ ਨਿਕਲਿਆ ਕਿ ਕਲੋਨੀਅਲ ਸਟੇਟ ਜੋ ਇੱਥੇ ਪੈਦਾ ਕੀਤੀ ਅੰਗਰੇਜ਼ਾਂ ਨੇ, ਉਹਦੇ ਵਿੱਚ ਆਪਣੀ ਇੱਕ ਇਨਹੈਰੈਂਟ ਡਿਫੈਂਸਿਵ ਸਟ੍ਰੈਟਜੀ ਸੀ। ਉਹ ਸਟ੍ਰੈਟਜੀ ਕੀ ਸੀ? ਇਹ ਸਟੇਟ ਚਾਹੁੰਦੀ ਸੀ ਕਿ ਸਾਡਾ ਵਿਰੋਧ ਕਰਨ ਵਾਲੇ ਜਾਂ ਤਾਂ ਸਾਨੂੰ ਵਾਇਲੈਂਟਲੀ ਕਨਫਰੰਟ ਕਰਨ ਸਿੱਧਾ ਔਰ ਜਾਂ ਸਾਨੂੰ ਇਹ ਕਨਸਟੀਟਿਊਸ਼ਨਲ ਢੰਗ ਨਾਲ ਅਪੋਜ਼ ਕਰਨ। ਅਗਰ ਇਹ ਸਾਨੂੰ ਵਾਇਲੈਂਟਲੀ ਕਨਫਰੰਟ ਕਰਦੇ ਆ ਤੇ ਸਟੇਟ ਦਾ ਇਹ ਸੀ ਕਿ ਅਸੀਂ ਹੌਲੀ ਹੌਲੀ ਉਹਨਾਂ ਨੂੰ ਵੀਡ ਆਊਟ ਕਰ ਦਿਆਂਗੇ, ਉਹਨਾਂ ਨੂੰ ਵਿਲ ਡਰਾਈਵ them underground, we have the army and other resources to crush them ਔਰ ਅਸੀਂ ਉਹਨਾਂ ਨੂੰ ਬਿਲਕੁਲ ਕ੍ਰਸ਼ ਕਰ ਦਿਆਂਗੇ। ਅਸੀਂ ਉਹ ਰਸਤਾ ਚੁਣ ਨਹੀਂ ਦਿਆਂਗੇ, ਪਰ ਉਹ ਰਸਤਾ ਤਾਂ ਅਸੀਂ ਉਹਨਾਂ ਨੂੰ ਕ੍ਰਸ਼ ਕਰਾਂਗੇ, ਅਸੀਂ ਹੌਲੀ ਹੌਲੀ ਕਨਸਟੀਟਿਊਸ਼ਨਲ ਜਿਹੜਾ ਪਾਥ ਹੈ ਉਹ ਹਿੰਦੁਸਤਾਨੀਆਂ ਨੂੰ ਐਕਸਪੈਂਡ ਕਰਦੇ ਜਾਵਾਂਗੇ। ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਕੋਈ ਵਾਟਰ ਟੈਂਕ ਹੋਵੇ, ਇੱਕ ਦਾ ਜਿਹੜਾ ਪਾਣੀ ਹੈ ਉਹ ਹੌਲੀ ਹੌਲੀ ਬੰਦ ਹੋ ਰਿਹਾ ਹੋਵੇ ਔਰ ਦੂਸਰੇ ਦਾ ਪਾਣੀ ਹੌਲੀ ਹੌਲੀ ਤੇਜ਼ ਹੋ ਰਿਹਾ ਹੋਵੇ। ਇਸ ਤਰ੍ਹਾਂ ਦਾ ਉਹਨਾਂ ਨੇ ਅੰਗਰੇਜ਼ਾਂ ਨੇ ਕੀਤਾ। ਸੋ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇੱਕ ਫੂਲ ਪ੍ਰੂਫ ਸਟ੍ਰੈਟਜੀ ਲੱਭ ਲਈ ਆਪਣੇ ਆਪ ਨੂੰ ਡਿਫੈਂਡ ਕਰਨ ਦੀ। ਨਾ ਤਾਂ ਸਾਡੇ ਖਿਲਾਫ ਕੋਈ ਇਨਕਲਾਬ ਹੋ ਸਕਦਾ ਹੈ, ਕਿਉਂਕਿ ਇਨਕਲਾਬ ਨੂੰ ਹੈਂਡਲ ਕਿਸ ਤਰ੍ਹਾਂ ਕਰਨਾ, ਉਹਨੂੰ ਕ੍ਰਸ਼ ਕਿਸ ਤਰ੍ਹਾਂ ਕਰਨਾ, ਉਹ ਤਰੀਕਾ ਅਸੀਂ ਲੱਭ ਲਿਆ। ਦੂਸਰਾ, ਕਿਉਂਕਿ ਅਸੀਂ ਕਨਸਟੀਟਿਊਸ਼ਨਲ ਲੋਕਾਂ ਨਾਲ ਗੱਲਬਾਤ ਕੀਤੀ ਔਰ ਸਾਰੇ ਕਨਸਟੀਟਿਊਸ਼ਨ ਕ੍ਰੀਏਟ ਕੀਤੇ ਨੇ, ਲੋਕ ਇਹਦੇ ਵਿੱਚ ਆਪਣੀਆਂ ਗੱਲਾਂ ਰੱਖਣਗੇ, ਸਾਡੇ ਨਾਲ ਜੁੜਨਗੇ। ਅਸੀਂ ਹੌਲੀ ਹੌਲੀ ਜਿਸ ਤਰ੍ਹਾਂ ਲੋਕਾਂ ਦੀ ਸਮਝ ਵੱਧਦੀ ਜਾਏਗੀ, ਅਸੀਂ ਹੌਲੀ ਹੌਲੀ ਕਨਸਟੀਟਿਊਸ਼ਨ ਐਕਸਪੈਂਡ ਕਰਕੇ ਉਸ ਨੂੰ ਅਬਜ਼ਰਵ ਕਰਦੇ ਜਾਵਾਂਗੇ ਔਰ ਸਾਡੇ ਨਾਲ ਜਿਹੜੇ ਲੋਕ ਨੇ ਉਹ ਜੁੜੇ ਰਹਿਣਗੇ ਔਰ ਸਾਡਾ ਜਿਹੜਾ ਪ੍ਰਭਾਵ ਆ ਉਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਔਰ ਇਹ ਦੋ ਮੈਥਡ ਸੀ ਜਿਨ੍ਹਾਂ ਦੇ ਨਾਲ ਇਹਨਾਂ ਨੇ ਗਾਂਧੀ ਦੀ ਲਹਿਰ ਆਉਣ ਤੋਂ ਪਹਿਲਾਂ ਡੀਲ ਕੀਤਾ। ਇੱਕ ਮੈਥਡ ਸੀ ਜਿਹਨੂੰ ਅਸੀਂ ਉਹ ਕਹਿੰਦੇ ਆ ਕ੍ਰਸ਼ ਕਰਨਾ, ਕ੍ਰਸ਼ਿੰਗ ਦਾ ਮੂਵਮੈਂਟ। ਐਂਟੀ ਰੈਵੋਲੂਸ਼ਨਰੀ ਕੰਜ਼ਰਵੇਟਿਵ ਜਿਹੜੀ ਸਟੇਟ ਸੀਗੀ, ਉਹ ਜਿਹੜੀ ਸੀ ਕਿ ਕੋਈ ਵੀ ਲਹਿਰ ਜਿਹੜੀ ਇਹ ਸਾਡੇ ਖਿਲਾਫ ਆਰਮਡ ਸਟਰਗਲ ਗੱਲ ਨੂੰ ਲੈ ਕੇ, ਇਨਸਰੈਕਸ਼ਨਰੀ ਪੋਲਿਟਿਕਸ ਨੂੰ ਲੈ ਕੇ, ਇਨਸਰੈਕਸ਼ਨਰੀ ਮੂਵਮੈਂਟ ਨੂੰ ਲੈ ਕੇ ਖੜੀ ਹੋਈ, ਉਹਨੂੰ ਅਸੀਂ ਕ੍ਰਸ਼ ਕਰ ਦਿਆਂਗੇ। ਔਰ ਇਹ ਕ੍ਰਸ਼ ਕਰਨ ਲਈ ਉਹਨਾਂ ਨੇ ਪਹਿਲਾਂ ਗਦਰ ਲਹਿਰ ਨੂੰ ਕ੍ਰਸ਼ ਕੀਤਾ, ਭਗਤ ਸਿੰਘ ਦੀ ਲਹਿਰ ਨੂੰ ਕ੍ਰਸ਼ ਕੀਤਾ, ਕਮਿਊਨਿਸਟ ਲਹਿਰ ਦੀ ਕ੍ਰਸ਼ ਕੀਤਾ, ਮਾਲਾਬਰ ਲਾਈਨ ਦੀ ਕ੍ਰਸ਼ ਕੀਤਾ। ਕੋਈ ਵੀ ਮੂਵਮੈਂਟ ਉਸ ਸਟੇਟ ਦੇ ਸਾਹਮਣੇ ਆਰਮਡ ਸਟਰਗਲ ਕੋਈ ਵੀ ਮੂਵਮੈਂਟ ਖੜੀ ਨਹੀਂ ਹੋ ਸਕਦੀ ਸੀ, ਸਿਰਫ ਕਨਸਟੀਟਿਊਸ਼ਨਲ ਮੂਵਮੈਂਟ ਖੜੀ ਹੋ ਸਕਦੀ ਸੀ। ਪਰ ਕਨਸਟੀਟਿਊਸ਼ਨਲ ਮੂਵਮੈਂਟ ਦੇ ਨਾਲ ਕੋਈ ਆਜ਼ਾਦੀ ਨਹੀਂ ਮਿਲਦੀ ਸੀ। ਸੋ ਉਹਨਾਂ ਨੇ ਇੱਕ ਪਰਫੈਕਟ ਰਸਤਾ ਬਣਾ ਲਿਆ। ਉਹਨਾਂ ਨੇ ਸੋਚਿਆ ਅਸੀਂ ਇਹ ਦੋ ਸਟ੍ਰੈਟਜੀ ਰਾਹੀਂ ਪੂਰੇ ਹਿੰਦੁਸਤਾਨ ਨੂੰ ਹੈਂਡਲ ਕਰ ਦਿਆਂਗੇ। ਪਰ ਫਿਰ ਉਸ ਇੱਕ ਸੀਨ ਤੇ ਗਾਂਧੀ ਆਉਂਦਾ ਹੈ, ਜਿਹਨੇ ਇਹ ਇਨਸਰੈਕਸ਼ਨਰੀ ਮੂਵਮੈਂਟ ਦੀ ਸੀ, ਜੋ ਨਾਨ ਵਾਇਲੈਂਟ ਮੂਵਮੈਂਟ ਸੀ, ਉਹਦਾ ਆਈਡੀਆ ਦਿੱਤਾ ਔਰ ਵਾਇਲੈਂਟ ਜਿਹੜੀ ਇਨਸਰੈਕਸ਼ਨ ਸੀ ਉਹਦੀ ਆਈਡੀਆ ਰਿਜੈਕਟ ਕੀਤਾ। ਗਾਂਧੀ ਨੇ ਇੱਕ ਪਾਸੇ ਵਾਇਲੈਂਟ ਰੈਵੋਲੂਸ਼ਨ ਨੂੰ ਰਿਜੈਕਟ ਕੀਤਾ, ਆਰਮਡ ਸਟਰਗਲ ਨੂੰ ਰਿਜੈਕਟ ਕੀਤਾ, ਦੂਸਰੀ ਤਰਫ ਉਸੇ ਕਨਸਟੀਟਿਊਸ਼ਨਲ ਲਹਿਰ ਨੂੰ ਜਿਹੜੀ ਸੀ ਉਹਨੂੰ ਰਿਜੈਕਟ ਕੀਤਾ ਔਰ ਉਸਨੇ ਇੱਕ ਨਵੀਂ ਪੈਰਾਡਾਈਮ ਸਾਡੇ ਸਾਹਮਣੇ ਰੱਖੀ ਜਿਹਨੂੰ ਅਸੀਂ ਕਹਿੰਦੇ ਆ ਨਾਨ ਇਨਸਰੈਕਸ਼ਨਰੀ, ਨਾਨ ਕਨਸਟੀਟਿਊਸ਼ਨਲ, ਪੀਸਫੁਲ ਮਾਸ ਮੂਵਮੈਂਟ ਆਫ ਦ ਪੀਪਲ। ਇਹ ਜਿਹੜਾ ਆਈਡੀਆ ਸੀ ਇਹ ਲੋਕਾਂ ਦੇ ਸਾਹਮਣੇ
उसने रखिया और डिस्कस किया और इनू लैके चलिया। और यदि बैकग्राउंड ओदा पूरा तजर्बा सी साउथ अफ्रीका दा, पर साउथ अफ्रीका होर चीज सी, एक बहुत वड्डा मुल्क सी, इत्थे वो एक बहुत वड्डी स्टेट के खिलाफ गांधी खड़ा होया सी। पर ये जिहड़ी स्ट्रैटेजी सी, जिहड़ी गल अकाली लहर नाल जिथे जाके जुड़दी है, वो इत्थे जाके जुड़दी है कि ये स्ट्रैटेजी गांधी नूं एक दिन विच नहीं पता लग गया सी कि मैं ये स्ट्रैटेजी लभ लई है और इस तरह इंप्लीमेंट करनी है। असल विच इस स्ट्रैटेजी नूं गांधी दे मन विच बिठाउण लई और उन्होंने होर ज्यादा कन्विंस करन लई कि यही एक राह है, अकाली लहर दा एक बहुत बड़ा रोल है। मैं अज अकाली लहर दे इस पक्ष दे उत्ते तुहाडे नाल गल सांझी करदा कि किस तरह अकाली लहर ने गांधी दी जिहड़ी पैराडाइम सी उन्होंने रियलाइज किया, उन्होंने कंसोलीडेट किया और हिंदुस्तानियों का पूरा यकीन उहदे विच कीता। और गांधी नूं इस तो बाद अपनी युद्ध विच पूरी तरह जिहड़ा सीगा वो यकीन हो गया। ये गल तां कई बार इतिहास करते ने, इतिहासकार कहते ने और लिखते भी ने इहदे बारे कि गांधी दा अकाली लहर उत्ते की प्रभाव होया, पर अकाली लहर दा गांधी उपर असर का जिक्र किधरे नहीं मिलता। इतिहासकार दसदे नहीं, जे दसदे हैं तो वो सिर्फ ये कहते हैं कि गांधी की लहर और अकाली लहर ये दोवें पैरल चल रही सन, दोवें शांतमई लहरां सन, इस करके इन्हां दा आपसी रिश्ता सी क्योंकि दोवें शांत लहरां सन। मैं जिहड़ी गल अज कह रहा खास ये गल कह रहा कि गांधी दी मन विच इस गल दा यकीन बिठाण वास्ते कि उहदी जिहड़ी पैराडाइम है ऑफ नॉन इंसरेक्शनरी नॉन कॉन्स्टिट्यूशनल पीसफुल मास मूवमेंट की जिहड़ी पैराडाइम है यही हिंदुस्तान दे विच चलेगी। और जब इस लहर ने गोल्डन टैंपल दे उत्ते जिहड़ा कीज अफेयर लैके सरकार नूं मात दिती तो गांधी ने हिंदुस्तान दे गांधी खुश होया और उन्हें हिंदुस्तान भेजी। फर्स्ट बैटल फॉर इंडियाज फ्रीडम वन, फर्स्ट बैटल फॉर इंडियाज फ्रीडम, ही डिडंट से फर्स्ट बैटल ऑफ द रिफॉर्म मूवमेंट विच वाज वन। और उन्होंने लग्या कि ए जिहड़ी गल ए जिहड़ी लहर ने जिस तरह गोल्ड जिहड़ी है द कीज अफेयर लेके चाबियां लैके गोल्डन टैंपल दियां जिहड़ी कि सरकार देण वास्ते तैयार नहीं सी, पर सिखा ने उसनूं चैलेंज किया, अखीर च उन्होंने देणियां पईयां और उसदे उहदे उत्ते बड़ी हार हुई। इस गल नूं लैके वो गांधी नूं लग्या कि सिखा ने सरकार नूं मात दे दी और जित प्राप्त की और सरकार नूं उन्हां दे सामने इस लहर दे असर रसूख के सामने अपने घुटने टेकने पड़े। पर जिस महान दुखांत ने गांधी उत्ते शांतमई लहर के तरीके का डूंगा असर छड्या वो सी ननकाना साहब का दुखांत। वक्त की पाबंदी कारण उस दुखांत की पूरी वार्ता में इत्थे बयान नहीं कर सकता, पर जो भी उस बारे पढ़ता है उस इंसान के लोग कंडे खड़े हो जाते हैं, क्योंकि भाई लक्ष्मण सिंह का जथा जो उत्थे गया सी 250-300 आदमी लैके महंत नारायण दास के गुंडिया ने उन्होंने सबनों पहला मारिया और फिर उन्होंने सारिया साड़ दिता, जिउंदे साड़ दिता और लक्ष्मण दास नूं जंड नाल लटका के उन्होंने भी जला दिता। पर कमाल की गल है इस विच किसी ने अपना हाथ नहीं उठाया और ना ही उसने किसी ने रजिस्ट करने की कोशिश की। ये दिल दहलाने वाली भयानक हादसा ऐसा सी जिहड़ा कि जलियांवाले बाग तो भी भयानकता विच अगे सी। गांधी 3 मार्च 1921 नूं ननकाने पहुंचे और उत्थे जाके उन्होंने सिखां नाल अपना दुख वंडाया और उन्होंने कहा योर ग्रीफ इज माइन। कतले आत्म उन्होंने बड़ा ही दुखदाई दिसिया और महंत उन्होंने कहा कि महंत अपनी बारबैरिटी विच डायर तो भी अगे लंघ गया है। इस गल का उन्होंने ननकाणिया साहब का उन्होंने बहुत डूंगा असर होया। ये बहुत डूंगी सोच तो बाद घटना तो बाद गांधी ने जो नतीजा ननकाना साहब के साके बारे कढ़िया उसनूं समझना बड़ा ही जरूरी है। और मैं इस गल उत्ते जोर दे के जिक्र करांगा कि हुण तक गांधी 2 शांतमई लहरां गांधी दियां फेल हो चुकियां सन ਅਤੇ तीजी जिसनों असीं चौरा चौरा की घटना का नाम दिता है वह भी 5 फरवरी 1922 ਨੂੰ फेल होण जा रही सी। सो इको एक लहर जिहड़ी शांतमई इस देश विच कामयाब हुई और हो रही सी वो सी
ਅਕਾਲੀਆਂ ਦੁਆਰਾ ਲੜੀ ਜਾ ਰਹੀ ਸ਼ਾਂਤਮਾਤ ਸ਼ਹਿਰ ਜੋ ਅੰਗਰੇਜ਼ਾਂ ਦੇ ਖਿਲਾਫ ਸੀ, ਜੋ ਫਿਊਡਲ ਮਹੰਤਾਂ ਦੇ ਖਿਲਾਫ ਸੀ। ਚੋਰਾ ਚੋਰੀ ਦੀ ਅਸਫਲਤਾ ਤੋਂ ਬਾਅਦ ਗਾਂਧੀ ਦਾ ਬਾਇਓਗ੍ਰਾਫਰ ਰਾਮਚੰਦਰ ਗੁਹਾ ਲਿਖਦਾ ਹੈ, ਔਰ ਇੱਥੇ ਮੈਂ ਉਹਨੂੰ ਕੋਟ ਕਰਾਂਗਾ, ਬੜਾ ਇੰਟਰਸਟਿੰਗ ਉਸਨੇ ਗੱਲ ਲਿਖੀ ਹੈ। He says, this was the third time, ਚੌਰਾਚਾਰੀ ਜਦ ਫੇਲ ਹੋ ਗਈ, this was the third time he had received a rude shock on the eve of embarking on mass civil disobedience. The first occasion was in April 1919, when his fellow Ahmedabadis rioted after he had been stopped from entering the Punjab. The second was in November 1921, the violence in Bombay ensuing from the boycott of the Prince of Wales' visit. Now again, he had been violently agitated by the events of Chauri Chaura. He had convinced the Congress Working Committee meeting at Bardoli on the 11th to discuss whether the mass civil disobedience should be suspended for the time being. On 10th February, the day before the Congress Working Committee met, Gandhi spoke with the group of Congress workers in Bardoli. He asked whether civil disobedience should be suspended in view of the terrible happening at Chaura Chauri. All but three said the movement should go on, for after Gandhi's challenge to the viceroy, if he and they now retreated, the whole country would be disgraced before the world. Gandhi nu inhone eh jawab ditta. Gandhi was dismayed by the response, which showed that even the best workers of the Congress had failed to understand the message of non-violence. He was now resolved to immediately stop the mass movement for civil disobedience. So Gandhi ਦੀਆਂ ਤਿੰਨੇ ਲਹਿਰਾਂ ਜਿਹੜੀਆਂ ਸੀਗੀਆਂ ਉਹ ਫੇਲ ਹੋਈਆਂ, ਔਰ ਤਿੰਨਾਂ ਲਹਿਰਾਂ ਵਿੱਚ ਉਸ ਨੂੰ ਇਸ ਗੱਲ ਦਾ ਬੜਾ ਅਫਸੋਸ ਹੋਇਆ ਕਿ ਉਹ ਲੋਕਾਂ ਨੂੰ ਨਾਨ ਵਾਇਲੈਂਸ ਜੋ ਗੱਲ ਸੀ ਉਹ ਸਮਝਾ ਨਹੀਂ ਸਕਿਆ। ਜਦੋਂ ਇੱਕ ਤਰਫ ਗਾਂਧੀ ਨੂੰ ਇਹ ਤਜਰਬਾ ਆਪਣੀਆਂ ਲਹਿਰਾਂ ਦਾ ਹੋ ਰਿਹਾ ਸੀ, ਦੂਸਰੇ ਪਾਸੇ ਅਕਾਲੀਆਂ ਦੀ ਸ਼ਾਂਤਮਈ ਲਹਿਰ ਜਿਹੜੀ ਸੀ ਉਹ ਚੱਲ ਰਹੀ ਸੀ, ਔਰ ਇਹਦੇ ਵੱਲ ਉਹਦਾ ਪੂਰਾ ਧਿਆਨ ਲੱਗਿਆ ਹੋਇਆ ਸੀਗਾ। ਇਨਫੈਕਟ ਵਿੱਚ ਉਹ ਇਹਨਾਂ ਲਹਿਰਾਂ ਬਾਰੇ ਇਹ ਸ਼ਾਂਤਮਈ ਲਹਿਰ ਬਾਰੇ ਲਿਖਦਾ ਵੀ ਰਹਿੰਦਾ। 15 ਦਸੰਬਰ 1921 ਨੇ ਗਾਂਧੀ ਨੇ ਲਿਖਿਆ, on the basis of the reports of Lala Lajpat Rai and Aga Safdar from Lahore, there seems little doubt that the Sikhs have behaved with wonderful courage and restraint. When born fighters become non-violent, they exhibit courage of the highest order. The Sikhs have historical evidence of such exhibition in their midst because of their gurus. They are now repeating their own history. He saw that Sikhs were repeating their own history in that sense. This, he thought, was the sense of the history of Sikhism, and Sikhs have really lived up to that history. They have lived up to the expectations of their gurus. And then 7 May 1921 ਨੇ ਉਹਨੇ ਇੱਕ ਹੋਰ ਥਾਂ ਕਿਹਾ, we need such heroes of non-violence not only among the Sikhs but among Hindus and Muslims as well. ਉਸਨੇ ਇਹਨਾਂ ਕਮਿਊਨਿਟੀਜ਼ ਨੂੰ ਵੀ ਕਿਹਾ ਕਿ ਤੁਸੀਂ ਜਿਹੜੇ ਹੈ ਜਿਸ ਤਰ੍ਹਾਂ ਦੇ ਸਿੱਖਾਂ ਨੇ ਡੈਮੋਨਸਟ੍ਰੇਸ਼ਨ ਦਿੱਤਾ ਨਾਨ ਵਾਇਲੈਂਸ ਵਿੱਚ ਯਕੀਨ ਦਾ, ਸ਼ਾਂਤਮਈ ਲਹਿਰ ਖੜੀ ਕਰਨ ਦਾ, ਉਸ ਤੋਂ ਵੀ ਸਿੱਖਣਾ ਚਾਹੀਦਾ। ਪਰ ਸਭ ਤੋਂ ਭਿਆਨਕ ਜਿਹੜੀ ਟ੍ਰੈਜੇਡੀ ਦੁਖਾਂਤ ਸੀ ਨਨਕਾਣਾ ਸਾਹਿਬ ਦਾ, ਉਹ ਉਹਦੇ ਮਨ ਵਿੱਚ ਕਿਤੇ ਰਿਹਾ, ਔਰ ਸਾਨੂੰ ਉਹਦਾ ਇੱਕ ਬਹੁਤ ਡੂੰਘਾ ਐਨਾਲਿਸਿਸ ਗਾਂਧੀ ਵੱਲੋਂ ਮਿਲਦਾ ਹੈ। ਇਹ ਇੱਕ ਲੰਬੀ ਕੋਟੇਸ਼ਨ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਔਰ ਇਸ ਕੋਟੇਸ਼ਨ ਤੋਂ ਬਾਅਦ ਮੈਂ ਇਸ ਗੱਲ ਨੂੰ ਸਮ ਅਪ ਕਰਾਂਗਾ। ਮੈਂ ਉਹ ਕੋਟ ਕਰ ਰਿਹਾ ਜਿਹੜਾ ਗਾਂਧੀ ਨੇ ਲਿਖਿਆ ਨਨਕਾਣਾ ਸਾਹਿਬ ਬਾਰੇ। ਉਹ ਲਿਖਦਾ ਹੈ, on the day on which these martyrs were being cremated, we too, Maulana Abul Kalam Azad and I, were present at a meeting of the Sikhs. He uttered one profound sentence there. The blood, he said, of 150 martyrs has purified one Gurdwara. Should it be any wonder if all of us have to be martyrs to purify the Gurdwara that is India? And then he says, let us examine little the sacrifice of these friends. Or tin cheezaਂ ਇਸ ਲਹਿਰ ਬਾਰੇ ਕਹਿੰਦਾ, A, if they had, ਭਾਈ ਲక్ష్మణ ਸਿੰਘ ਤੋਂ ਦਾ ਜਥਾ ਜਦੋਂ ਕਿ ਉਹ ਗਏ ਨਨਕਾਣਾ ਸਾਹਿਬ,
if they had intended to obtain control of the Gurdwara by a show of force, their aim was pure, but their means should have been considered impure. Since, however, they laid down their own lives, the world will always applaud their gallantry. B. If they had gone only for darshan and died fighting in self-defense, even then the world would admire their bravery and their means would not be called into question. And C. If, however, they had gone only for darshan, notwithstanding that they were armed, they silently and without once raising their weapons embraced death. They are to be held to have given a demonstration of peaceful gallantry. Or कैसी gallantry, the like of which no one has shown in modern times. He said जो ननकाना साहब विच भाई लक्ष्मण दास दे जथे ने जिस तरह दा हौसला, courage और शांतमई restraint विखाया, आज दे modern times विच वो अपने आप विच मिसाल है. If that is what happened, and it could in this age happen only in India, he says, अगर ये गल हुई है सिर्फ हिंदुस्तान च हो सकती है, होर किते दुनिया च नहीं हो सकती. What makes one so happy is that almost without exception, every one of the six to whom I have talked on this subject believes that 150 heroes had gone only for darshan, and that through it would have been possible for them to draw their swords. They refrained from doing so and perished, since they had taken a pledge to act peacefully. If so, this is a perfect example of non-violent non-cooperation, and I firmly believe that its impact on the freedom movement will be tremendous. और ये impact होया भी freedom movement दे उत्ते. पर ये impact इस तरह नहीं होया जिस तरह के हुंदा है. ये impact इस तरह होया कि इस तो बाद गांधी दा और पूरे देश दा जिहड़ा यकीन सी non-violent non-cooperation दी जिहड़ी लहर सी, ਇਹਦੀ ਕਾਮਯਾਬੀ ਦੇ ਵਿੱਚ ਪਰਪੱਕ ਹੋ ਗਿਆ ਔਰ ਗਾਂਧੀ ਨੂੰ ਲੱਗਿਆ ਕਿ ਹਿੰਦੁਸਤਾਨ ਨੂੰ ਇਹੀ ਰਾਸਤਾ ਜਿਹੜਾ ਹੈ ਇਹ ਆਜ਼ਾਦ ਕਰਾ ਸਕਦਾ ਹੈ. ਮੈਂ ਇੱਥੇ ਆਪਣਾ ਲੈਕਚਰ ਬੰਦ ਕਰਦਾ ਔਰ ਇਹਦੇ ਬਾਰੇ ਜੇ ਇੱਕ ਸਵਾਲ ਨੇ ਅਸੀਂ ਉਹਨਾਂ ਨੂੰ ਡਿਸਕਸ ਕਰ ਸਕਦੇ ਹਾਂ. ਡਾਕਟਰ ਸਾਹਿਬ ਨੇ ਮੈਨੂੰ ਇੱਕ ਕੰਮ ਕਿਹਾ ਸੀਗਾ ਕਿ ਜਦੋਂ ਇਹਨਾਂ ਦੇ ਲੈਕਚਰ ਦੇ 45 ਮਿੰਟ ਹੋ ਜਾਣ ਤੇ ਮੈਂ ਉਂਗਲੀ ਖੜੀ ਕਰ ਦੇਣੀ ਹੈ. ਲੇਕਿਨ ਜਿਸ ਨੁਕਤੇ ਨਾਲ, ਜਿਸ ਬਰੀਕੀ ਨਾਲ ਉਹ ਇਤਿਹਾਸ ਨੂੰ ਦੇਖ ਰਹੇ ਸੀਗੇ, ਤੇ ਮੈਂ ਭੁੱਲ ਗਿਆ ਸੀਗਾ ਕਿ ਮੇਰੇ ਜਿੰਮੇ ਕੋਈ ਕੰਮ ਲਾਇਆ ਗਿਆ ਤੇ ਮੈਂ ਉਹਨਾਂ ਵਿੱਚ ਗਵਾਚ ਗਿਆ. ਕਹਿ ਸਕਦਾ ਮੈਂ ਮਾਫੀ ਮੰਗਦਾ, ਮੈਂ ਯਾਦ ਨਹੀਂ ਕਰਾ ਸਕਿਆ. ਤੇ ਦੂਸਰਾ, ਮੈਨੂੰ ਥੋੜਾ ਜਿਹਾ ਡਾਕਟਰ ਸਾਹਿਬ ਸਾਹਮਣੇ ਉਂਗਲੀ ਖੜੀ ਕਰਨਾ ਚੰਗਾ ਵੀ ਨਹੀਂ ਲੱਗ ਰਿਹਾ ਸੀਗਾ ਕਿ ਮੈਂ ਉਹਨਾਂ ਨੂੰ ਰੋਕਾਂ, ਤੇ ਸ਼ਾਇਦ ਦਰਸ਼ਕ ਸਾਰੇ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ. ਡਾਕਟਰ ਸਾਹਿਬ ਨੇ ਅਸਲ ਵਿੱਚ ਨਾਨ ਵਾਇਲੈਂਸ ਦਾ ਜਿਹੜਾ ਕ੍ਰਿਸ਼ਮਾ ਉਹ ਸਾਡੇ ਸਾਹਮਣੇ ਸਪਸ਼ਟ ਕੀਤਾ, ਇਤਿਹਾਸ ਦੇ ਹਵਾਲੇ ਨਾਲ, ਅਕਾਲੀ ਲਹਿਰ ਤੇ ਗਾਂਧੀ ਜੀ ਦੇ ਹਵਾਲੇ ਨਾਲ. ਮੈਂ ਇੱਕ ਬੜਾ ਦਿਲਚਸਪ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਗਾਂਧੀ ਜੀ ਦਾ ਜ਼ਿਕਰ ਬਹੁਤ ਚੰਗੇ ਲਫ਼ਜ਼ਾਂ 'ਚ ਨਹੀਂ ਹੁੰਦਾ ਹੈ ਆਮ ਲੋਕਾਂ ਵਿੱਚ. ਲੇਕਿਨ ਸਾਨੂੰ ਇਹ ਯਾਦ ਪਤਾ ਨਹੀਂ ਹੈ ਕਿ ਭਾਈ ਵੀਰ ਸਿੰਘ ਜੀ ਨੇ ਗਾਂਧੀ ਜੀ ਦੇ ਉੱਤੇ ਇੱਕ ਕਵਿਤਾ ਲਿਖੀ ਸੀ, ਔਰ ਇੱਕ ਹੋਰ ਕਵਿਤਾ ਜਿਹੜੀ ਗਾਂਧੀ ਜੀ ਦੇ ਅਕਾਲ ਚਲਾਣੇ ਤੇ ਲਿਖੀ ਗਈ ਸੀ. ਔਰ ਮੈਂ ਸਮਝਦਾ ਕਿ ਉਹ ਫੈਕਟ ਹੈ ਕਿ ਉਹ ਸਭ ਤੋਂ ਪਹਿਲੀ ਕਵਿਤਾ ਸੀ ਉਹਨਾਂ ਦੇ ਅਕਾਲ ਚਲਾਣੇ ਦੇ ਉੱਤੇ. ਇੱਥੇ ਫਗਵਾੜੇ ਦੀ ਇੱਕ ਮਾਸਟਰ ਪ੍ਰੀਤਮ ਸਿੰਘ ਜੀ ਆਜ਼ਾਦ, ਉਹ ਇੱਕ ਕਮਿਊਨਿਸਟ ਖਿਆਲਾਂ ਦੇ ਬੜੇ ਵਿਦਵਾਨ ਅਧਿਆਪਕ ਨੇ. ਹੁਣ ਤਾਂ ਉਹ ਕਾਫੀ ਦੇਰ ਦੇ ਬਜ਼ੁਰਗ ਹੋ ਚੁੱਕੇ, ਰਿਟਾਇਰ ਹੋ ਚੁੱਕੇ ਕਾਫੀ ਦੇਰ ਦੇ, 90 ਸਾਲ ਉਹਨਾਂ ਦੀ ਤਕਰੀਬਨ ਉਮਰ ਹੋਣੀ ਹੈ. ਮੈਂ ਉਹਨਾਂ ਕੋਲ ਕਦੀ ਕਦੀ ਜਾਂਦਾ ਰਹਿੰਦਾ, ਮੈਂ ਉਹਨੂੰ ਚੌਂਕੀ ਭਰਦਾ ਰਹਿੰਦਾ, ਤੇ ਉਹਨਾਂ ਨੇ ਕੁਝ ਕਵਿਤਾਵਾਂ ਲਿਖੀਆਂ ਹੋਈਆਂ. ਉਹਨਾਂ ਨੇ ਪਿੱਛੇ ਜੇ ਉਹ ਆਪਣੀ ਕਵਿਤਾਵਾਂ ਦਾ ਸੰਗ੍ਰਹਿ ਛਾਪਿਆ, ਉਹ ਕਿਤਾਬ ਦਾ ਨਾਂ ਆ
ਸੂਰਮਿਆਂ ਦੀ ਗਾਥਾ। ਇੱਧਰ ਉਹਨਾਂ ਦੀ ਫੋਟੋ ਵੀ ਛਪੀ ਹੋਈ ਆ। ਇਹਦੇ ਵਿੱਚ ਇੱਕ ਕਵਿਤਾ ਹੈ ਮਹਾਤਮਾ ਗਾਂਧੀ, ਔਰ ਉਹਦੇ ਉੱਤੇ ਉਹਨਾਂ ਨੇ ਲਿਖਿਆ ਹੋਇਆ ਵੀ ਉਹਨਾਂ ਦੇ ਅਕਾਲ ਚਲਾਣੇ ਤੇ ਲਿਖੀ ਗਈ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਉਦੋਂ ਕਿੱਥੇ ਸੀਗੇ? ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ 1947 ਵਿੱਚ ਨਨਕਾਣਾ ਸਾਹਿਬ ਤੋਂ ਪਹਿਲਾਂ ਉੱਥੇ ਗ੍ਰੰਥੀ ਹੁੰਦੇ ਸੀਗੇ, ਤੇ ਬਾਅਦ ਵਿੱਚ 1947 'ਚ ਇੱਧਰ ਆ ਗਏ ਤੇ ਉਹ ਅਕਾਲ ਤਖ਼ਤ ਸਾਹਿਬ ਤੇ ਗ੍ਰੰਥੀ ਲੱਗ ਗਏ। ਤੇ ਉਹਨਾਂ ਨੇ ਦੱਸਿਆ ਕਿ ਜਿਸ ਵੇਲੇ ਗਾਂਧੀ ਜੀ ਦੀ ਡੈਥ ਦੀ ਖਬਰ ਜਿਹੜੀ ਰੇਡੀਓ ਵਿੱਚ ਆਈ, ਤੇ ਪ੍ਰੀਤਮ ਸਿੰਘ ਆਜ਼ਾਦ ਉਦੋਂ ਵਿਦਿਆਰਥੀ ਸੀਗੇ ਅੰਮ੍ਰਿਤਸਰ ਦੇ, ਤੇ ਇੰਨੇ ਉਹਨਾਂ ਨਾਲ ਅਟੈਚਡ ਸੀਗੇ ਇਮੋਸ਼ਨਲੀ, ਔਰ ਇਹ ਅਕਾਲ ਤਖ਼ਤ ਦੇ ਕਿਸੇ ਖੂੰਜੇ ਵਿੱਚ ਬੈਠ ਕੇ ਕਾਪੀ ਪੈਨ ਲੈ ਕੇ ਉੱਥੇ ਬੈਠ ਕੇ ਇਹਨਾਂ ਨੇ ਕਵਿਤਾ ਲਿਖੀ ਸੀ। ਯਾਨੀ ਮੇਰੇ ਲਈ ਬਹੁਤ ਕੋਇਨਸੀਡੈਂਸ ਬੜਾ ਪਲੇਜ਼ੈਂਟ ਹੈ, ਬੜਾ ਹੈਰਾਨੀਜਨਕ ਜਿਹਾ ਵੀ ਹੈ ਕਿ ਗਾਂਧੀ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਕੁਛ ਹੀ ਰੇਡੀਓ ਵਿੱਚ ਖਬਰ ਆਉਣ ਤੋਂ ਬਾਅਦ ਜਿਹੜੀ ਪਹਿਲੀ ਕਵਿਤਾ ਉਹ ਅਕਾਲ ਤਖ਼ਤ ਸਾਹਿਬ ਦੇ ਅੰਦਰ ਲਿਖੀ ਗਈ, ਜਿਹੜੀ ਕਿ ਇਸ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਆ। ਤੇ ਇਸੇ ਗੱਲ ਦਾ ਮੈਂ ਸੋਚਦਾ ਰਹਿੰਦਾ ਵੀ ਇਹਦਾ ਕੋਈ ਕਨੈਕਸ਼ਨ ਹੈ ਅੰਦਰ ਇਹਦੇ, ਉਹਨਾਂ ਦੀ ਫਿਲਾਸਫੀ ਦਾ ਤੇ ਗੁਰਮਤਿ ਜਾਂ ਸਿੱਖ ਫਿਲਾਸਫੀ ਦਾ। ਤਾਂ ਇਹਨਾਂ ਨੂੰ ਸਾਨੂੰ ਸਮਝਣਾ ਚਾਹੀਦਾ, ਜਿਹੜੀਆਂ ਡਾਕਟਰ ਸਾਹਿਬ ਨੇ ਸਾਨੂੰ ਗੱਲਾਂ ਕਹੀਆਂ। ਮੈਂ ਡਾਕਟਰ ਸਾਹਿਬ ਨੇ ਇੱਕ ਛੋਟਾ ਜਿਹਾ ਸਵਾਲ ਕਰੂੰਗਾ ਵੀ ਡਾਕਟਰ ਸਾਹਿਬ, ਅੱਜ ਸਾਡੀ ਸਟੇਟ ਜਿਹੜੀ ਆ ਜਾਂ ਦੁਨੀਆ ਦੀ ਹਰ ਸਟੇਟ ਜਿਹੜੀ ਆ ਜਿਸ ਤਰ੍ਹਾਂ ਦਾ ਰੂਪ ਅਖਤਿਆਰ ਕਰਦੀ ਜਾ ਰਹੀ ਆ, ਜਿਸ ਤਰ੍ਹਾਂ ਲੋਕਾਂ ਦੇ ਜੀਵਨ ਦਾ, ਲੋਕਾਂ ਦੀਆਂ ਇੱਛਾਵਾਂ ਦਾ, ਆਕਾਂਖਿਆਵਾਂ ਦਾ ਜਿਸ ਤਰ੍ਹਾਂ ਦਾ ਘਾਣ ਜਿਹਾ ਸਾਨੂੰ ਹੁੰਦਾ ਮਹਿਸੂਸ ਹੋ ਰਿਹਾ, ਜਿਹੜਾ ਉਹ ਮੈਥਡ ਜਿਹੜਾ ਤੁਸੀਂ ਦੱਸਿਆ ਵੀ ਨਾਨ ਵਾਇਲੈਂਸ ਦਾ ਮੈਥਡ ਜਿਹੜਾ, ਇਹ ਅੱਜ ਵੀ ਕਾਰਗਰ ਹੈ? ਅੱਜ ਵੀ ਇਹਦੀ ਕੋਈ ਸੰਭਾਵਨਾ ਹੈ? ਪਲੀਜ਼ ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ। ਬਹੁਤ ਖੂਬਸੂਰਤ ਸਵਾਲ ਪੁੱਛਿਆ ਹੈ। ਇਨਫੈਕਟ ਇਹ ਸਵਾਲ ਜਿਹੜਾ ਹੈ ਜੋ ਮੈਂ ਗੱਲ ਕਰ ਰਿਹਾ ਸੀ ਉਹਦਾ ਇਹੀ ਸੈਂਟਰਲ ਸਵਾਲ ਹੈ, ਕਿਉਂਕਿ ਮੇਰਾ ਵਿਸ਼ਵਾਸ ਹੈ ਕਿ 21ਵੀਂ ਸਦੀ ਜਿਹੜੀ ਹੈ ਇਹ ਗਾਂਧੀ ਦੀ ਸਦੀ ਹੈ, ਔਰ ਦੁਨੀਆ ਭਰ ਵਿੱਚ ਅੱਜ ਤੁਸੀਂ ਦੇਖੋ, ਅਮਰੀਕਾ ਵਿੱਚ, ਬੈਲੋਰੂਸ ਵਿੱਚ, ਕਿਤੇ ਵੀ ਦੇਖੋ, ਲੋਕਾਂ ਦੀਆਂ ਸ਼ਾਂਤਮਈ ਲਹਿਰਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਡਿਕਟੇਟਰਾਂ ਨੂੰ ਚੈਲੰਜ ਕਰ ਰਹੀਆਂ ਨੇ, ਗੋਲੀਆਂ ਦਾ ਲੋਕੀ ਸਾਹਮਣਾ ਕਰ ਰਹੇ ਨੇ। ਹਰ ਜਗ੍ਹਾ ਲੋਕ ਜਿਹੜੇ ਨੇ ਉਹ ਆਪਣੇ ਸੀਨਾ ਤਾਣ ਕੇ ਖੜੇ ਨੇ, ਜਿਸ ਤਰ੍ਹਾਂ ਕਿ ਅਕਾਲੀ ਲਹਿਰ ਦੇ ਵਿੱਚ ਲੋਕੀ ਖੜੇ ਹੋਏ ਸੀ ਔਰ ਅੰਗਰੇਜ਼ਾਂ ਨੂੰ ਚੈਲੰਜ ਕੀਤਾ ਸੀ। ਗਾਂਧੀ ਦੀ ਮਾਰਕਸਵਾਦੀਆਂ ਨਾਲ ਇੱਕ ਫਰਕ ਹੈ। ਉਹਦਾ ਇੱਕ, ਮਾਰਕਸਵਾਦੀਆਂ ਦੀ ਉਹ ਇੱਕ ਗੱਲ ਮੰਨਦਾ ਸੀ, ਮਾਰਕਸ, ਲੈਨਨ ਔਰ ਮਾਓ ਦੀ, ਕਿ ਜਿਹੜੀ ਮਾਡਰਨ ਸਟੇਟ ਹੈ ਇਹਦਾ ਆਧਾਰ ਵਾਇਲੈਂਸ ਹੈ, ਇਹ ਵਾਇਲੈਂਸ ਦੇ ਉੱਤੇ ਬੇਸਡ ਹੈ। ਔਰ ਪਰ ਉਹ ਜਿਹੜੀ ਗੱਲ ਡਿਸਐਗਰੀ ਕਰਦਾ ਸੀ, ਕਿਉਂਕਿ ਮਾਰਕਸਵਾਦੀ, ਲੈਨਨਵਾਦੀ ਔਰ ਮਾਓਵਾਦੀ ਇਹ ਮੰਨ ਕੇ ਚੱਲਦੇ ਨੇ ਕਿ ਇਹ ਲਹਿਰ, ਕਿਉਂਕਿ ਇਹ ਸਾਰੀ ਲਹਿਰ ਸਰਕਾਰ ਸਟੇਟ ਦੇ ਪਿੱਛੇ ਵਾਇਲੈਂਸ ਦੇ ਉੱਤੇ ਖੜੀ ਹੈ, ਇਸ ਲਹਿਰ ਨੂੰ ਅਸੀਂ ਵਾਇਲੈਂਸ ਦੇ ਨਾਲ, ਕਾਊਂਟਰ ਵਾਇਲੈਂਸ ਨਾਲ ਇਸ ਸਟੇਟ ਨੂੰ ਢਾ ਸਕਦੇ ਹਾਂ। ਗਾਂਧੀ ਨੇ ਕਿਹਾ ਨਹੀਂ, ਜੋ ਲੋਕ ਇਹ ਸੋਚਦੇ ਹੈ ਦੇ ਫਾਲ ਇਨਟੂ ਦ ਟ੍ਰੈਪ ਆਫ ਦ ਸਟੇਟ। ਇਹ ਤਾਂ ਸਟੇਟ ਚਾਹੁੰਦੀ ਹੈ ਕਿ ਤੁਸੀਂ ਉਹਨੂੰ ਕਨਫਰੰਟ ਕਰੋ ਵਾਇਲੈਂਟਲੀ, ਤਾਂ ਕਿ ਉਹ ਤੁਹਾਨੂੰ ਅੰਡਰਗਰਾਉਂਡ ਕਰੇ, ਤੁਹਾਨੂੰ ਡਿਸਟਰੋਏ ਕਰੇ, ਤੁਹਾਡੇ ਨਾਲ ਕੋਈ ਸਿੰਪਥੀ ਨਹੀਂ ਹੋਵੇ, ਔਰ 6 ਮਹੀਨੇ ਜਾਂ ਸਾਲ ਜਾਂ 2 ਸਾਲ ਦੇ ਵਿੱਚ, ਜਿਵੇਂ ਮੌਪਲਾ ਲਹਿਰ ਨੂੰ 4 ਮਹੀਨਿਆਂ 'ਚ ਉਹਨਾਂ ਨੇ ਕ੍ਰਸ਼ ਕਰ ਦਿੱਤਾ, ਇਸ ਤਰ੍ਹਾਂ ਉਹ ਲਹਿਰ ਨੂੰ ਕ੍ਰਸ਼ ਕਰ ਦੇਣਗੇ। ਔਰ ਜਿਹੜੇ ਲੋਕ ਇਹ ਸੋਚਦੇ ਨੇ ਕਿ ਮਾਡਰਨ ਸਟੇਟ ਨੂੰ ਵਾਇਲੈਂਟਲੀ, ਇਨਸਰਕਸ਼ਨਰੀ ਢੰਗ ਨਾਲ ਕਨਫਰੰਟ ਕੀਤਾ ਜਾ ਸਕਦਾ, ਉਹ ਇਹ ਗਲਤ ਸੋਚਦੇ ਨੇ। ਦੂਸਰੇ ਉਹ ਲੋਕ ਵੀ ਗਲਤ ਸੋਚਦੇ ਨੇ ਜਿਹੜੇ ਸੋਚਦੇ ਕਿ ਚੋਣਾਂ ਵਿੱਚ, ਇਲੈਕਸ਼ਨਾਂ ਵਿੱਚ ਪਾਰਟਿਸਿਪੇਟ ਕਰਕੇ ਹੀ ਸਿਰਫ ਚੋਣਾਂ ਲੜ ਕੇ ਅਸੀਂ ਇਸ ਸਟੇਟ ਦੇ ਖਿਲਾਫ ਕੋਈ ਆਵਾਜ਼ ਉਠਾ ਸਕਦੇ ਹਾਂ। ਉਹ ਕਹਿੰਦਾ ਨਹੀਂ, ਇਹਦੇ ਖਿਲਾਫ ਇੱਕ ਲੋਕ ਸ਼ਕਤੀ, ਸ਼ਾਂਤਮਈ ਢੰਗ ਨਾਲ ਲੋਕ ਸ਼ਕਤੀ ਖੜੀ ਕਰਨੀ ਪੈਂਦੀ ਆ। ਔਰ ਇਹ ਲੋਕਮਈ ਸ਼ਕਤੀ ਜਿਹੜੀ ਹੈ ਉਹ ਡਿਕਟੇਟਰਾਂ ਨੂੰ ਡਰਾਉਂਦੀ ਹੈ। ਪਹਿਲਾਂ ਡਿਕਟੇਟਰ ਉਹਨਾਂ ਨੂੰ ਡਰਾਉਂਦੇ ਆ, ਪਰ ਇੱਕ ਐਸੀ ਸਤ੍ਹਾ ਹੁੰਦੀ ਹੈ, ਗਾਂਧੀ ਸੇਜ਼ when people become fearless, people become honest, they listen to their conscience and they are willing to die। ਉਹ ਜਿਹੜੇ ਲੋਕ ਆ ਉਹ ਇਤਿਹਾਸ ਬਦਲਦੇ ਨੇ, ਉਹ ਲੋਕ ਇਤਿਹਾਸ ਬਦਲਦੇ। ਉਹ ਇਹ ਨਹੀਂ ਕਿ ਕੋਈ ਪਾਰਟੀ ਆਰਮਡ ਸਟਰਗਲ ਕਰਦੀ ਹੈ ਉਹ ਇਤਿਹਾਸ ਬਦਲਦੀ ਹੈ, ਉਹ ਲੋਕ ਇਤਿਹਾਸ ਬਦਲਦੇ ਨੇ। ਔਰ ਉਹ ਇਤਿਹਾਸ ਹਰ ਜਗ੍ਹਾ ਜਿਹੜੇ ਨੇ ਅੱਜ ਕੱਲ ਹੋ ਰਹੇ ਨੇ। 1931 ਵਿੱਚ ਇਰਵਨ ਨੇ ਕਿਹਾ ਕਿ ਜੇ ਗਾਂਧੀ ਲਹਿਰ ਜਿਹੜੀ ਇਹ ਸਭ ਤੋਂ ਖਤਰਨਾਕ ਲਹਿਰ ਹੈ ਸਾਡੇ ਅੱਗੇ, ਕਿਉਂਕਿ ਇਹ ਲਹਿਰ ਅਸੀਂ ਦੇ ਸਾਹਮਣੇ ਜਾਂ ਤਾਂ ਅਸੀਂ ਪਾਵਰ ਛੱਡ ਦਈਏ ਜਾਂ ਅਸੀਂ ਲਹਿਰ ਨੂੰ ਕ੍ਰਸ਼ ਕਰੀਏ, ਸਾਡੇ ਕੋਲੇ ਹੋਰ ਕੋਈ ਦੂਸਰਾ ਰਸਤਾ ਨਹੀਂ, ਕਿਉਂਕਿ ਇਹ ਲਹਿਰ ਸਾਨੂੰ ਪਾਵਰ ਵਾਸਤੇ ਚੈਲੰਜ ਕਰ ਰਹੀ ਹੈ, ਇਹ ਸ਼ਾਂਤਮਈ ਲਹਿਰ, ਔਰ ਸਾਨੂੰ ਫੋਰਸ ਕਰ ਰਹੀ ਹੈ ਕਿ ਅਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਆਪਣਾ
छड़ दईए। सो मेरा जिहड़ा अस है कि अज वो वक्त आ गया है कि गांधीयन स्ट्रैटेजी जिहड़ी है वो पूरी दुनिया दे विच रेलेवेंट हो रही है और मार्क्सिस्ट माओ स्ट्रैटेजी स्टेट नू वायलेंटली कन्फ्रंट करने की जिहड़ी स्ट्रैटेजी है वो हौली हौली पिछे हटती जा रही है, क्योंकि लोगों को उस चो तजर्बा हो रहा है कि किवें ये मॉडर्न स्टेट इतनी आर्म्ड टू द टीथ, इज सो वायलेंट, इहदे कोले वायलेंस दे सारे रिसोर्सेज ने और इहदे खिलाफ जिहड़ा कोई उठण की कोशिश करेगा ओनू वो क्रश कर देगी। और गांधी के मुताबिक वो लोग जिहड़े इस तरह सोचते ने वो वायलेंस इस स्टेट दे ट्रैप विच आने, वो स्टेट नू वही चाहना चाहते जिहड़ी स्टेट करना चाहती है। दे वांट टू फाइट कमांडो एक्शन विद कमांडो एक्शन एंड दिस इज रॉन्ग, ही सेज। बिल्कुल 2-3 सवाल पूछो जी। हाँ जी, एक सवाल ये है कि जिस तरह अकाली लहर दा गल हुई है, नॉन वायलेंस दी गल हुई है, ते उस अकाली लहर दा जिहड़ा इमेज जां वो मैथड ते अज दे अकाली दल विच भी ओहदी कोई शेड बची है, देखिया जा सकदा जां कुछ किया जा सकदा? देखो अकाली लहर ते कांग्रेस लहर आजादी तो पिछों दोने लहरां दा नतीजे ओहो ਜਿਹੇ ਇੱਕੋ ਜਿਹੇ निकले ने। ਜਿਹੜੀ देश भगती ਦੀ लहर गांधी और ਦਿੱਲੀ 'ਚ ਲੜੀ ਗਈ ਸੀ, ਬਾਅਦ 'ਚ ਉਹ ਪਾਵਰ ਕਿਸੇ ਹੋਰ ਦੇ ਹੱਥ 'ਚ ਆਈ। ਇਸ ਤਰ੍ਹਾਂ ਹੀ ਅਕਾਲੀ ਲਹਿਰ ਸੀ ਜਿਹਦੇ ਵਿੱਚ ਕਿੰਨੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਔਰ ਕਿੰਨਾ ਤਕਲੀਫਾਂ ਮੁਸ਼ਕਲਾਂ ਚਲੀਆਂ, ਉਹਦੇ ਵਿੱਚ ਵੀ ਪਾਵਰ ਬਾਅਦ 'ਚ ਹੋਰ ਲੋਕਾਂ ਦੇ ਹੱਥ ਆਉਂਦੀ ਹੈ। ਇੱਕ ਚੀਜ਼ ਜਿਹੜੇ ਲੋਕ ਲੜਦੇ ਲਹਿਰਾਂ ਉਹ ਸਮਝਦੇ ਨਹੀਂ, every movement at the end creates a power structure and that power structure is captured by those who had nothing to do sometimes with that movement। अरे यही गल कांग्रेस दे विच भी हुई है 1947 तो बाद और यही गल कांग्रेस दे विच ही हुई है। इस करके अकाली लहर नू अपने आप विच इक्को तजर्बे नू समझण दी लोड़ है उस संकल्प दे विच। और मैं जिहड़ी ये गल कह रहा सी कि गांधी दीयां लहरां जिहड़ियां शांतमई सी वो कामयाब नहीं होईयां, हालांकि गांधी करे जिहड़ी लहर कामयाब हुई वो अकाली लहर से। और इस लहर ने गांधी दे मन विच एक गल बिठा दी सी कि अगर सिख जिहड़े ने जिहड़े कि वायलेंस कर सकते सी, अगर वो जिंदा जल जान वास्ते तैयार ने तो हिंदुस्तान पूरा जिहड़ा है वो नाम बलवरतों नॉन वायलेंस लई तैयार खड़ा है और मैं इन्हूं लीडरशिप देवांगा। एडा वड्डा यकीन सिर्फ अकाली लहर ही कर सी थी, क्योंकि अपने आवाज च लहर जिहड़ी सी वो इन्नी सच्ची ते सुची सी और उस लहर नूं लड़न वाले लोगों ने इन्नियां तकलीफां झल्लियां सी कि गांधी इस गल तो दंग रह गया कि इस तरह के लोग भी अज दे जमाने च हैं जिहड़े कि ननकाना साहब वांगू एक शांतमई ढंग नाल इन्ना जिहड़ा जुल्म जिहड़ा वो सह सकते हैं और फिर भी उन्होंने परमात्मा नूं तेरा भाणा मीठा लागे करके मन सकते। डॉक्टर साहब एक होर थोड़ा वखरा सवाल है कि जिस तरह कार्ल मार्क्स नूं मजदूर तो उम्मीद सी कि वो इनकलाब लियाउणगे, लेकिन हर्बर्ट मार्कूजा उन्हें लिखिया कि जिहड़ा इंडस्ट्रीलिस्ट है या पूंजीपति है उन्होंने मजदूर नूं स्टूपीफाई कर दिता है कि उन्होंने पता ही नहीं है भी उन्होंने की करना जां की कर सकते हैं। ते मार्कूजा नूं उम्मीद सी कि हुण जिहड़ा जे इनकलाब आया तो विद्यार्थी लियाउणगे और मैं समझदा हां कि साडा जिहड़ा विद्यार्थी है वो भी स्टूपीफाई हो चुकिया है कि वो इंजीनियरिंग साइंस उस पासे जा चुकिया ते ਜਿਹੜੀਆਂ ਸੋਸ਼ਲ ਸਾਇੰਸਸ ਹੈ ਜਿਵੇਂ ਤੁਹਾਨੂੰ ਕਿਹਾ ਸੀਗਾ ਤੁਸੀਂ ਇਹ ਜਵਾਬ ਜੇ ਲੱਭਣਾ ਹਿਸਟਰੀ ਵਿੱਚੋਂ ਲੱਭੋ। ਇਹ ਜਿਹੜੀ ਹਿਸਟਰੀ ਪੋਲੀਟੀਕਲ ਸਾਇੰਸ ਲਿਟਰੇਚਰ ਜਾਂ ਜਿਹੜੀ ਸੋਸ਼ਲ ਸਾਇੰਸ ਜਿਹੜੀਆਂ ਇਹਨਾਂ ਬਾਰੇ ਥੋੜਾ ਦੱਸੋ ਵੀ ਜਿਵੇਂ ਤੁਹਾਨੂੰ ਇਸ ਹਿਸਟਰੀ ਦੇ ਵਿੱਚੋਂ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਤੇ ਜੇ ਅੱਜ ਅਸੀਂ ਸਮਾਜ ਨੇ ਕੁਝ ਚੇਂਜ ਲਿਆਉਣੀ ਆ ਜਾਂ ਆਪਣੇ ਆਪ ਨੂੰ ਸੁਧਾਰਨਾ ਜਾਂ ਜੋ ਠੀਕ ਕਰਨਾ, ਇਹਦਾ ਸੋਸ਼ਲ ਸਾਇੰਸ ਦੇ ਵਿੱਚ ਇਹਦਾ ਕੀ ਥਾਂ ਆ ਜਾਂ ਇਹਦੇ ਵਿੱਚ ਕੀ ਪੋਸੀਬਿਲਿਟੀ ਆ? ਤੇ ਮੈਂ ਥੋੜਾ ਜਿਹਾ ਚਾਹੁੰਦਾ ਵੀ ਅੱਜ ਦੇ ਵਿਦਿਆਰਥੀ ਨੂੰ ਵੀ ਤੁਸੀਂ ਥੋੜਾ ਜਿਹਾ ਕੋਈ ਰਾਹ ਦੱਸੋ। देखो मैं सीधे ढंग नाल तो विद्यार्थियों को राह नहीं दस सकता, पर मैं अपने तजर्बे बारे दस सकदा कि मैं भी एक खब्बे पक्खी लहर दे नालों शुरू होया सी और मैं समझदा सां कि गांधी सब तो वड्डा इनकलाब दे राह विच रोड़ा है। और मैं ये सवाल का जवाब लभण तुरिया सी कि हिंदुस्तान विच इनकलाब क्यों नहीं होया
ਔਰ ਉਹ ਜਦ ਮੈਂ ਕਲੋਨੀਅਲ ਸਟੇਟ ਨੂੰ ਸਟੱਡੀ ਕੀਤਾ ਤੇ ਫਿਰ ਮੈਂ ਇਸ ਰਿਸ਼ਤੇ ਤੇ ਪੁੱਜਿਆ ਕਿ ਕਲੋਨੀਅਲ ਸਟੇਟ ਹੀ ਇਨਕਲਾਬ ਨੂੰ ਰੋਕਣ ਲਈ ਇਸ ਢੰਗ ਨਾਲ ਬਣਾਈ ਗਈ ਸੀ ਕਿ ਇੱਥੇ ਇਨਕਲਾਬ ਹੋਵੇ ਹੀ ਨਾ। ਇਸ ਤੋਂ ਪਹਿਲਾਂ ਕਿ ਜਿਹੜੇ ਲੋਕ ਇਨਕਲਾਬ ਕਰਨ ਦੀ ਸੋਚ ਰੱਖ ਰਹੇ ਨੇ ਉਹਨਾਂ ਨੂੰ ਦਬਾ ਦਿੱਤਾ ਜਾਵੇ, ਉਹਨਾਂ ਨੂੰ ਕ੍ਰਸ਼ ਕਰ ਦਿੱਤਾ ਜਾਵੇ ਔਰ ਉਹਨਾਂ ਨੂੰ ਅੱਗੇ ਵਧਣ ਨਾ ਦਿੱਤਾ ਜਾਵੇ। ਗਦਰ ਪਾਰਟੀ ਨਾ ਹੋਇਆ, ਭਗਤ ਸਿੰਘ ਨਾਲ ਇਹ ਹੋਇਆ, ਕਮਿਊਨਿਸਟ ਮੂਵਮੈਂਟ ਨਾਲ ਇਹ ਹੋਇਆ, ਨਕਸਲਾਈਟ ਮੂਵਮੈਂਟ ਨਾਲ ਇਹ ਹੋਇਆ। ਇਸ ਕਰਕੇ ਸਾਨੂੰ ਉਸ ਤਰ੍ਹਾਂ ਦਾ ਇਨਕਲਾਬ ਜੋ ਰਸ਼ੀਆ ਵਿੱਚ ਜਾਂ ਚਾਈਨਾ ਵਿੱਚ ਉਹ ਨਹੀਂ ਸੋਚਣਾ ਚਾਹੀਦਾ, ਕਿਉਂਕਿ ਉਹ ਸਾਰੇ ਇਨਕਲਾਬ ਫਿਊਡਲ ਐਬਸੋਲੂਟਿਸਟ ਸਟੇਟ ਦੇ ਖਿਲਾਫ ਹੋਏ। ਦੁਨੀਆ ਵਿੱਚ ਅੱਜ ਤੱਕ ਕੋਈ ਵੀ ਸਟੇਟ ਜਿਹੜੀ ਕਿ ਕਨਸਟੀਟਿਊਸ਼ਨਲ ਫਰੇਮਵਰਕ ਵਿੱਚ ਹੈ ਔਰ ਲੋਕਾਂ ਦੀ ਕੰਸੈਂਟ ਨਾਲ ਚੱਲ ਰਹੀ ਹੈ, ਲੈਜਿਸਲੇਟਿਵ ਅਸੈਂਬਲੀਜ਼ ਔਰ ਇਲੈਕਸ਼ਨ ਹੋ ਰਹੇ ਹੈ, ਐਸੀ ਸਟੇਟ ਦੇ ਖਿਲਾਫ ਦੁਨੀਆ 'ਚ ਕਦੇ ਇਨਕਲਾਬ ਨਾ ਹੋਇਆ ਨਾ ਹੋ ਸਕਦਾ। ਉੱਥੇ ਸਿਰਫ ਸ਼ਾਂਤਮਈ ਲਹਿਰਾਂ ਨਾਲ ਸਰਕਾਰਾਂ ਬਦਲੀਆਂ ਜਾ ਸਕਦੀਆਂ ਨੇ ਔਰ ਲੋਕਾਂ ਦੀ ਸਰਕਾਰ ਨੂੰ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਹੋ ਸਕਦੀ ਹੈ। ਇਸ ਸਟੇਟ ਦੇ ਖਿਲਾਫ ਕੋਈ ਵੀ ਆਦਮੀ ਜੇ ਸੋਚਦਾ ਹੈ ਕਿ ਇਨਕਲਾਬ ਹੋਏਗਾ ਤਾਂ ਇਹ ਗਲਤ ਸੋਚਦਾ ਹੈ। ਔਰ ਮਾਰਕਸ ਨੇ ਇਹ ਗੱਲ ਸੋਚੀ ਨਹੀਂ ਸੀ। ਮਾਰਕਸ ਦੇ ਵਿੱਚ ਕੈਪੀਟਲਿਜ਼ਮ ਦਾ ਤਾਂ ਬਹੁਤ ਜ਼ਿਕਰ ਹੈ, ਪਰ ਮਾਰਕਸ ਵਿੱਚ ਸਟੇਟ ਫਾਰਮ ਦਾ ਕੋਈ ਜ਼ਿਕਰ ਨਹੀਂ। ਇਹ ਮੇਰੀ ਸਟੱਡੀ ਜਿਹੜੀ ਹੈ ਔਰ ਜਿਹਨੂੰ ਅਸੀਂ ਬਹੁਤ ਹੱਦ ਤੱਕ 3 ਵਾਲੀਅਮ ਵਿੱਚ ਮੈਂ ਤੇ ਮੇਰੇ ਘਰ ਵਾਲੀ ਸ਼ਸ਼ੀ ਜੋਸ਼ੀ ਨੇ ਐਕਸਪਲੋਰ ਕੀਤਾ ਹੈ ਕਿ ਮਾਡਰਨ ਸਟੇਟ ਫਾਰਮ ਹੀ ਐਸੀ ਹੈ ਕਿ ਇਹ ਰੈਵੋਲੂਸ਼ਨ ਨੂੰ ਰੋਕਣ ਵਾਸਤੇ ਇਵੋਲਵ ਹੋਈ ਹੈ। ਇਸ ਕਰਕੇ ਉਹ ਲੋਕ ਜਿਹੜੇ ਸਮਝਦੇ ਕਿ ਖਿਲਾਫ ਇਹਦੇ ਰੈਵੋਲੂਸ਼ਨ ਕਰ ਸਕਦੇ ਆ, ਉਹ ਇੱਕ ਗਲਤ ਰਾਹ ਦੇ ਉੱਤੇ ਨੇ। ਉਹ ਇੱਕ ਐਸੇ ਰਾਹ ਦੇ ਉੱਤੇ ਨੇ ਜਿੱਥੇ ਸਟੇਟ ਉਹਨਾਂ ਨੂੰ ਤਬਾਹ ਕਰ ਦੇਗੀ, ਬਹੁਤ ਦੇਰ ਤੱਕ ਚੱਲਣ ਨਹੀਂ ਦੇਗੀ। ਇਹ ਸਟੇਟ ਜਿਹੜੀ ਹੈ ਇੱਕੋ ਹੀ ਚੀਜ਼ਾਂ ਤੋਂ ਡਰਦੀ ਹੈ। ਇਹ ਕਨਸਟੀਟਿਊਸ਼ਨਲਿਜ਼ਮ ਤੋਂ ਨਹੀਂ ਡਰਦੀ, ਇਨਸਰੈਕਸ਼ਨਰੀ ਮੂਵਮੈਂਟ ਤੋਂ ਨਹੀਂ ਡਰਦੀ, ਇਹ ਨਾਨ ਵਾਇਲੈਂਟ ਪੀਸਫੁਲ ਮਾਸ ਮੂਵਮੈਂਟ ਆਫ ਥਾਊਜ਼ੈਂਡਸ ਆਫ ਪੀਪਲ ਉਹਨਾਂ ਤੋਂ ਡਰਦੀ ਹੈ। ਜਦੋਂ ਲੋਕੀ ਭੈ ਤੋਂ ਮੁਕਤ ਹੋ ਕੇ ਸਟੇਟ ਨੂੰ ਕਨਫਰੰਟ ਕਰਦੇ ਆ ਤਾਂ ਜਿਹੜੇ ਰੂਲਰ ਨੇ ਉਹ ਹਿੱਲ ਜਾਂਦੇ। ਅੱਜ ਕੱਲ੍ਹ ਬੈਲੋਰੂਸ ਦੇ ਵਿੱਚ ਇਹ ਚੱਲ ਰਿਹਾ, ਅਮਰੀਕਾ ਦੇ ਵਿੱਚ ਇਹ ਚੱਲ ਰਿਹਾ ਔਰ ਇਹ ਹਿੰਦੁਸਤਾਨ ਵਿੱਚ ਵੀ ਅਗਰ ਕੋਈ ਇਸ ਤਰ੍ਹਾਂ ਦੀ ਲਹਿਰ ਚੱਲੇਗੀ ਤਾਂ ਸ਼ਾਂਤਮਈ ਲਹਿਰ ਚੱਲੇਗੀ। ਅੰਨਾ ਹਜ਼ਾਰੇ ਦੀ ਲਹਿਰ ਇੱਕ ਬਿਲਕੁਲ ਗਾਂਧੀਅਨ ਲਹਿਰ ਦਾ ਬੜਾ ਧੁੰਦਲਾ ਜਿਹਾ ਅਕਸ ਸੀ। ਉਹ ਲਹਿਰ ਵੀ ਆਪਣੇ ਨਾਲ ਪ੍ਰਭਾਵ ਛੱਡ ਗਈ ਕਿ ਉਹਦੇ ਵਿੱਚੋਂ ਇੱਕ ਕੇਜਰੀਵਾਲ ਨੇ ਪੂਰੀ ਦੀ ਪੂਰੀ ਪਾਵਰਫੁਲ ਇੱਕ ਮੂਵਮੈਂਟ ਜਿਹੜੀ ਪਾਰਟੀ ਖੜੀ ਕਰਕੇ ਪਾਵਰ ਕੈਪਚਰ ਕਰ ਲਈ। ਹਰ ਜਿਹੜੀ ਲਹਿਰ ਇਸ ਤਰ੍ਹਾਂ ਦੀ ਹੁੰਦੀ ਹੈ ਉਹ ਆਪਣੇ ਪਿੱਛੇ ਇੱਕ ਸੈਡੀਮੈਂਟਡ ਇਨਫਲੂਐਂਸ ਛੱਡ ਕੇ ਜਾਂਦੀ ਹੈ ਔਰ ਉਹ ਇਨਫਲੂਐਂਸ ਜਿਹੜਾ ਹੈ ਉਹ ਇੱਕ ਖਾਸ ਤਰ੍ਹਾਂ ਦੇ ਪਾਵਰ ਜਿਹੜੀ ਹੈ ਉਹਨੂੰ ਜਨਮ ਦਿੰਦਾ ਹੈ। ਇਸ ਕਰਕੇ ਸਾਨੂੰ ਰੈਵੋਲੂਸ਼ਨ ਇਨ ਦਾ ਆਰਮਡ ਐਂਡ ਵਾਇਲੈਂਟ ਰੈਵੋਲੂਸ਼ਨ ਦੀ ਗੱਲ ਭੁੱਲ ਜਾਣੀ ਚਾਹੀਦੀ ਹੈ। ਸਾਨੂੰ ਲੋਕ ਲਹਿਰਾਂ ਦੀ ਗੱਲ ਕਰਨੀ ਚਾਹੀਦੀ ਹੈ, ਲੋਕ ਲਹਿਰਾਂ ਦੀ ਸੋਚਣੀ ਚਾਹੀਦੀ ਹੈ। ਸਾਡੇ ਵਿਦਿਆਰਥੀਆਂ ਨੂੰ ਉਹ ਗੱਲ ਸੋਚਣੀ ਚਾਹੀਦੀ ਹੈ। ਉਹ ਭਗਤ ਸਿੰਘ ਤੋਂ ਇਨਸਪਾਇਰ ਹੋ ਕੇ ਭਗਤ ਸਿੰਘ ਨਾ ਬਣਨ, ਉਹ ਗਦਰਾਈਟਾਂ ਤੋਂ ਇਨਸਪਾਇਰ ਹੋ ਕੇ ਗਦਰਾਈਟ ਨਾ ਬਣਨ, ਉਹ ਕਮਿਊਨਿਸਟਾਂ ਤੋਂ ਇਨਸਪਾਇਰ ਹੋ ਕੇ ਕਮਿਊਨਿਸਟ ਨਾ ਬਣਨ, ਉਹ ਡੈਮੋਕ੍ਰੈਟਿਕ ਥਿੰਕਰਸ ਬਣਨ। ਇਹ ਮੇਰੀ ਉਹਨਾਂ ਨੂੰ ਸਲਾਹ ਹੈ। ਡਾਕਟਰ ਸਾਹਿਬ, ਅੱਜ ਦੇ ਤੁਹਾਡੇ ਇਸ ਲੈਕਚਰ ਨੂੰ ਬੜੇ ਗੰਭੀਰ ਚਿੰਤਕ ਜਿਹੜੇ ਆ ਉਹ ਸੁਣ ਰਹੇ ਆ, ਸਾਡੇ ਨਾਲ ਜੁੜੇ ਹੋਏ ਆ। ਮੇਰੇ ਖਿਆਲ ਇੱਕੋ ਇੱਕ ਹਸਤੀ ਜਿਹੜੇ ਵਾਈਸ ਚਾਂਸਲਰ ਸਾਡੇ ਨੇੜੇ ਇੱਥੇ ਇੱਕ ਯੂਨੀਵਰਸਿਟੀ ਹੈ, ਭਾਈ ਭਾਗ ਸਿੰਘ ਯੂਨੀਵਰਸਿਟੀ, ਬਾਬਾ ਭਾਗ ਸਿੰਘ ਯੂਨੀਵਰਸਿਟੀ, ਉਹਦੇ ਵਾਈਸ ਚਾਂਸਲਰ ਡਾਕਟਰ ਧਰਮਜੀਤ ਸਿੰਘ, ਉਹ ਹਿਸਟਰੀ ਦੇ ਪ੍ਰੋਫੈਸਰ ਆ। ਤੇ ਉਹਨਾਂ ਨੇ ਸਪੈਸ਼ਲ ਇੱਕ ਸਵਾਲ ਪੁੱਛਿਆ, ਲਿਖ ਕੇ ਭੇਜਿਆ ਵੀ ਮੇਰੇ ਵੱਲੋਂ ਇਹ ਸਵਾਲ ਜ਼ਰੂਰ ਪੁੱਛੋ। ਤੇ ਉਹਨਾਂ ਨੇ ਕਿਹਾ ਵੀ ਜਿਹੜੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਵਿੱਚ ਅਕਾਲੀਆਂ ਨੂੰ ਰਿਪਰੈਜ਼ੈਂਟੇਸ਼ਨ ਕਿਉਂ ਨਹੀਂ ਮਿਲੀ? ਗੱਲ ਰਿਪਰੈਜ਼ੈਂਟੇਸ਼ਨ ਦੀ ਨਹੀਂ ਸੀ। ਅਕਾਲੀ ਲਹਿਰ ਤਾਂ 1925 ਤੱਕ ਜਿਸ ਨੁਕਤੇ ਨੂੰ ਲੈ ਕੇ ਚੱਲੀ ਸੀ ਉਹ ਹਾਸਲ ਹੋ ਗਿਆ ਸੀ। ਜੇ ਤੁਸੀਂ ਵੇਖੋ ਤਾਂ 1925 ਤੋਂ ਬਾਅਦ ਪੰਜਾਬ ਵਿੱਚ ਜਿਹੜੇ ਕਮਿਊਨਲ ਪਾਰਟੀਆਂ ਸੀਗੀਆਂ ਉਹਨਾਂ ਦਾ ਪੂਰਾ ਮਾਹੌਲ ਬਣ ਗਿਆ। ਇਨਫੈਕਟ ਪੂਰਾ ਪੰਜਾਬ ਸੀ ਜਿਹੜਾ ਉਹਦੇ ਵਿੱਚ ਫਿਰਕਾ ਪ੍ਰਸਤੀ ਵਾਲੀ ਪਾਰਟੀਆਂ ਅੱਗੇ ਆਇਆ ਔਰ ਨਾ ਮਿਲਵਰਤਨ ਦੀ ਲਹਿਰ ਜਿਹੜੀ 1930 ਤੋਂ 32 ਤੱਕ ਚੱਲੀ ਉਹ ਪੰਜਾਬ ਵਿੱਚ ਸਭ ਤੋਂ ਕਮਜ਼ੋਰ ਸੀ। ਇਨਫੈਕਟ ਪੰਜਾਬ ਵਿੱਚ ਅਸਲੀ ਲਹਿਰ ਅਕਾਲੀ ਲਹਿਰ ਹੀ ਸੀ ਔਰ ਇਹ ਲਹਿਰ ਕਾਮਯਾਬੀ ਕਰਕੇ ਚੱਲੀ। ਅਗਰ ਇਹ ਲਹਿਰ ਕਾਮਯਾਬ ਨਾ ਹੁੰਦੀ ਤਾਂ ਸਾਰੇ ਪੰਜਾਬ 'ਚ ਸ਼ਾਇਦ ਪਤਾ ਨਹੀਂ 1947 ਤੱਕ ਲੋਕਾਂ ਦੀ ਲਹਿਰ ਹੀ ਚੱਲਦੀ। ਪਰ ਉਹ ਲਹਿਰ ਦੇ ਸਾਹਮਣੇ ਅੰਗਰੇਜ਼ਾਂ ਨੇ ਘੁਟਨੇ ਟੇਕ ਦਿੱਤੇ। ਉਹ ਲਹਿਰ ਕਾਮਯਾਬ ਹੋ ਗਈ। ਉਹ ਲਹਿਰ ਦੀਆਂ ਸਾਰੀਆਂ ਮੰਗਾਂ ਮਿਲ ਰਹੀਆਂ ਔਰ ਗਾਂਧੀ ਨੇ ਕਿਹਾ ਕਿ ਪਹਿਲੀ ਜਿਹੜੀ ਬੈਟਲ ਆਜ਼ਾਦੀ ਦੀ ਉਹ ਅਸੀਂ ਜਿੱਤ ਲਈਏ। ਸੋ ਪੰਜਾਬ ਨੂੰ ਦੂਸਰੇ ਹਿੱਸਿਆਂ ਤੋਂ ਵੱਖਰਾ ਕਰਨਾ। ਦੂਸਰੀ ਗੱਲ ਇਹ 1857 ਤੋਂ ਬਾਅਦ ਗਦਰ ਤੋਂ ਬਾਅਦ ਅੰਗਰੇਜ਼ਾਂ ਨੇ ਆਪਣਾ ਪੂਰਾ ਜੋ ਰਿਕਰੂਟਿੰਗ ਬੇਸ ਸੀ, ਮਾਸ ਬੇਸ, ਉਹ ਪੰਜਾਬ ਬਣਾ ਲਿਆ ਔਰ ਪੰਜਾਬ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ, ਰੂਰਲ ਪੰਜਾਬ ਔਰ ਅਰਬਨ ਪੰਜਾਬ।
ਰੂਰਲ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਸੀ ਜਿਹੜੀ ਅੰਗਰੇਜ਼ਾਂ ਦੇ ਨਾਲ ਸਾਥ ਮਿਲ ਕੇ ਪੰਜਾਬ ਤੇ ਰਾਜ ਕਰ ਰਹੀ ਸੀ। ਅਰਬਨ ਜਿਹੜੀ ਪਾਰਟੀ ਸੀ ਉਹ ਸਾਰੇ ਜਿਹੜੇ ਸੀਗੇ ਉਹ ਲੋਕ ਸੀ ਜਿਹੜੇ ਟ੍ਰੇਡਰ ਸੀ ਜਾਂ ਔਰ ਉਹਨਾਂ ਲੋਕਾਂ ਦੀ ਪੈਸੈਂਟਰੀ ਵਿੱਚ ਕੋਈ ਦਿਲਚਸਪੀ ਨਹੀਂ ਸੀ। ਇਸ ਕਰਕੇ ਪੰਜਾਬ ਵਿੱਚ ਜਿਹੜਾ ਨੈਸ਼ਨਲਿਜ਼ਮ ਸੀ ਉਹ ਸਿਰਫ ਸ਼ਹਿਰਾਂ ਤੱਕ ਹੀ ਰਿਹਾ ਔਰ ਉਹ ਨੈਸ਼ਨਲਿਜ਼ਮ ਪੰਜਾਬ ਦੇ ਪਿੰਡਾਂ ਤੱਕ ਥੋੜਾ ਥੋੜਾ ਇਧਰ ਉਧਰ ਪਰਕੋਲੇਟ ਹੋਇਆ। ਇਸ ਕਰਕੇ ਪੰਜਾਬ ਵਿੱਚ ਸਿਵਲ ਨਾਫਰਮਾਨੀ ਦੀ ਜਿਹੜੀ ਲਹਿਰ ਸੀ ਉਹ ਉਨੀ ਤਾਕਤਵਰ ਬਣ ਹੀ ਨਹੀਂ ਪਾਈ ਜਿੰਨੀ ਕਿ ਬਾਕੀ ਸੂਬਿਆਂ ਵਿੱਚ ਬਣੀ। ਸੋ ਇਹ ਗੱਲ ਜਿਹੜੀ ਕਿ ਰਿਪਰੈਜ਼ੈਂਟੇਸ਼ਨ ਤਾਂ ਆਪਣੇ ਇਹ ਨਹੀਂ ਕਿ ਉਹਨਾਂ ਨੂੰ ਕੋਈ ਇੱਕ ਢੰਗ ਨਾਲ ਤੇ ਰਿਪਰੈਜ਼ੈਂਟੇਸ਼ਨ ਸੀ ਕਿਉਂਕਿ ਆਲ ਇੰਡੀਆ ਵਰਕਿੰਗ ਕਮੇਟੀ ਦੇ ਮੈਂਬਰ ਸਨ ਮਾਸਟਰ ਤਾਰਾ ਸਿੰਘ ਔਰ ਅਕਾਲੀ ਪਾਰਟੀ ਦੇ ਲੋਕ ਬਹੁਤ ਸਾਰੇ ਸਨ। ਬਾਬਾ ਖੜਕ ਸਿੰਘ ਬੜੇ ਜਿਨ੍ਹਾਂ ਬਾਬਾ ਖੜਕ ਸਿੰਘ ਨੂੰ ਆਦਰ ਮਾਨ ਦਿੱਤਾ ਨੈਸ਼ਨਲ ਮੂਵਮੈਂਟ ਨੇ ਉਹ ਬਹੁਤ ਹੀ ਦਿੱਤਾ। ਨਹਿਰੂ ਜਵਾਹਰ ਨਹਿਰੂ ਅਖੀਰ ਤੱਕ ਜਵਾਹਰ ਨਹਿਰੂ ਮਾਸਟਰ ਤਾਰਾ ਸਿੰਘ ਨੂੰ ਮਿਲਣ ਵਾਸਤੇ ਜਲਦੀ ਵੀ ਮਾਸਟਰ ਤਾਰਾ ਸਿੰਘ ਕਹਿੰਦੇ ਮੈਂ ਤੈਨੂੰ ਮਿਲਣਾ ਨਾ ਕਹਿੰਦਾ ਆਓ ਜੀ। ਇੱਕ ਵਾਰ ਵੀ ਉਹਨਾਂ ਨੇ ਇਹ ਨਹੀਂ ਕਿਹਾ ਮਾਸਟਰ ਤਾਰਾ ਸਿੰਘ ਨੂੰ ਕਿ ਮੈਂ ਨਹੀਂ ਮਿਲਾਂਗਾ। ਇਨਫੈਕਟ ਕੈਰੋਂ ਦੇ ਬਾਵਜੂਦ ਵੀ ਕਈ ਵਾਰ ਕਿ ਮਾਸਟਰ ਤਾਰਾ ਸਿੰਘ ਨੂੰ ਮਿਲ ਕੇ ਤੁਸੀਂ ਅਕਾਲੀਆਂ ਨੂੰ ਬੜਾ ਹੌਸਲਾ ਅਫਜ਼ਾਈ ਕਰਦੇ ਹੋ ਕਿ ਨਹਿਰੂ ਕਹਿੰਦਾ ਨਹੀਂ ਇਹਨਾਂ ਲੋਕਾਂ ਦਾ ਬੜਾ ਵੱਡਾ ਰੋਲ ਹੈ ਪੰਜਾਬ ਦੇ ਇਤਿਹਾਸ ਵਿੱਚ। ਡਾਕਟਰ ਸਾਹਿਬ ਇੱਕ ਸਾਡੇ ਹੋਰ ਸੱਜਣ ਚੰਡੀਗੜ੍ਹ ਤੋਂ ਪ੍ਰੋਫੈਸਰ ਹਰਪਾਲ ਸਿੰਘ ਜੀ ਉਹ ਇਤਿਹਾਸ ਦੇ ਵਿੱਚ ਕਾਫੀ ਉਹਨਾਂ ਦੀ ਡੀਪ ਇੰਟਰਸਟ ਹੈ ਉਹਨਾਂ ਦਾ। ਉਹਨਾਂ ਨੇ ਜ਼ੋਰ ਪਾਇਆ ਕਿ ਮੇਰਾ ਸਵਾਲ ਜ਼ਰੂਰ ਪੁੱਛੋ। ਬਿਲਕੁਲ ਸਭ ਦੇ ਸਵਾਲ ਪੁੱਛੋ ਜੀ ਆਪਾਂ ਹੁਣ ਮਿਲੇ ਆ ਤਾਂ ਸਵਾਲ ਪੁੱਛ ਲਓ। ਉਹਨਾਂ ਦਾ ਸਵਾਲ ਹੈ ਕਿ ਕਿਉਂ ਅਕਾਲੀਆਂ ਦੇ 15 ਸਾਲਾਂ ਬਾਅਦ ਹੀ ਅੰਬੇਦਕਰ ਨੂੰ ਫਰਸਟ੍ਰੇਟ ਕਰ ਦਿੱਤਾ ਕਿ ਉਹ ਦਲਿਤ ਜਿਹੜੇ ਆ ਵੀ ਉਹ ਸਿੱਖੀਜ਼ਮ ਵਿੱਚ ਆ ਨਾ ਸਕੇ ਤੇ ਇੱਕ ਚੰਗੀ ਜਿਹੜੀ ਲਹਿਰ ਬਣ ਸਕਦੀ ਸੀ ਉਹ ਬਾਅਦ ਵਿੱਚ ਫਿਰ ਉਹ ਜਿਹੜੀ ਨਾ ਬਣ ਸਕੀ। ਤੇ ਖਾਸ ਤੌਰ ਤੇ ਉਹਨਾਂ ਦਾ ਇਸ਼ਾਰਾ ਵੀ ਜਦੋਂ ਅੰਬੇਦਕਰ ਸਿੱਖ ਬਣਨਾ ਚਾਹੁੰਦਾ ਸੀਗਾ ਤੇ ਅਕਾਲੀਆਂ ਨੇ ਉਦੋਂ ਉਹਨੂੰ ਸਿੱਖ ਨਹੀਂ ਬਣ ਦਿੱਤਾ। ਇਹਦੇ ਕੀ ਕਾਰਨ ਜਾਂ ਤੁਹਾਡੇ ਮੁਤਾਬਕ ਕੀ ਗੱਲ ਸੀ ਇਹ? ਦੇਖੋ ਇਹ ਜਿਹੜਾ ਵਿਸ਼ਾ ਮੈਂ ਲੈ ਕੇ ਚੱਲਿਆ ਸੀ ਉਹ ਤੋਂ ਇਹ ਹਟਵਾਂ ਵਿਸ਼ਾ ਪਰ ਫਿਰ ਵੀ ਇਹਦੇ ਬਾਰੇ ਗੱਲ ਹੋ ਸਕਦੀ ਹੈ ਕਿਉਂਕਿ ਉਹਨਾਂ ਨੇ ਅੰਬੇਦਕਰ ਨੇ ਜਦ ਆਪਣੇ ਲੋਕ ਭੇਜੇ ਤੇ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਪੰਜਾਬ ਵਿੱਚ ਜਾਤ ਪਾਤ ਦਾ ਜਿਹੜਾ ਮਸਲਾ ਹੈ ਇਹ ਬੜਾ ਗੁੰਝਲਦਾਰ ਮਸਲਾ ਹੈ ਔਰ ਇਹ ਸਿੱਖ ਜਿਹੜੇ ਲੀਡਰ ਨੇ ਜਿੰਨੀ ਤਰ੍ਹਾਂ ਜਾਤ ਪਾਤ ਦੇ ਖਿਲਾਫ ਖੜੇ ਨਹੀਂ ਹੁੰਦੇ ਔਰ ਗੁਰੂਆਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੇ। ਮੈਂ ਇਹਨੂੰ ਜੁਆਇਨ ਕਰਕੇ ਕੁਝ ਨਹੀਂ ਕਰ ਸਕਦਾ। ਮੰਨ ਲਓ ਜੁਆਇਨ ਵੀ ਕਰ ਲੈਂਦੇ ਤੇ ਫਿਰ ਕੀ ਕਰ ਦਿੰਦੇ ਉਹ ਜੁਆਇਨ ਕਰਕੇ। ਇਨਫੈਕਟ ਜੁਆਇਨ ਕਰਦੇ ਤੇ ਉਹਨਾਂ ਦਾ ਆਪਣਾ ਰੁਤਬਾ ਵੀ ਜਿਹੜਾ ਹਿੰਦੁਸਤਾਨ 'ਚ ਸੀਗਾ ਉਹ ਸ਼ਾਇਦ ਉਹ ਨਾ ਹੁੰਦਾ ਜੋ ਹੁਣ ਹੈ ਕਿਉਂਕਿ ਅਸੀਂ ਸਾਡੇ ਗੁਰੂਆਂ ਨੇ ਜੋ ਸਿਖਾਇਆ ਅਸੀਂ ਗੁਰੂਆਂ ਦੀ ਪੂਜਾ ਕਰਦੇ ਹਾਂ ਗੁਰੂਆਂ ਦੇ ਪੈਰ ਛੂਹਦੇ ਹਾਂ ਗੁਰੂਆਂ ਨੂੰ ਪਰ ਅਸੀਂ ਗੁਰੂਆਂ ਦੀ ਗੱਲ ਨਹੀਂ ਮੰਨਦੇ। ਉਹ ਸਾਡਾ ਮਸਲਾ ਸਾਰਾ ਪੰਜਾਬ ਦਾ ਇੱਥੇ ਖੜਾ ਜੇ ਪੰਜਾਬ ਗੁਰੂਆਂ ਦੀ ਗੱਲ ਮੰਨਦਾ ਹੁੰਦਾ ਤਾਂ ਜਿਹੜੀ ਗੱਲ ਤੁਸੀਂ ਅੱਜ ਕਹਿ ਰਹੇ ਹੋ ਪੰਜਾਬ ਕਦੀ ਖਿੰਡਦਾ ਨਾ ਕਿਉਂਕਿ ਪੰਜਾਬ ਗੁਰੂਆਂ ਦੇ ਨਾਂ ਉਹ ਪੂਰਨ ਸਿੰਘ ਨੇ ਇਹ ਤੇ ਕਿਹਾ ਪੰਜਾਬ ਸਾਰਾ ਜਿਉਂਦਾ ਗੁਰੂ ਦੇ ਨਾਮ ਤੇ ਪਰ ਜਿਹੜੇ ਲੋਕਾਂ ਨੇ ਪੰਜਾਬ ਨੂੰ ਜਿਉਂਦਾ ਰੱਖਣਾ ਸੀ ਉਹਨਾਂ ਨੇ ਗੁਰੂ ਦੀਆਂ ਸਿੱਖਿਆਵਾਂ ਭੁੱਲ ਗਿਆ ਪਰ ਗੁਰੂਆਂ ਦੇ ਪੈਰ ਛੂੰਹਦੇ ਰਹੇ ਗੁਰੂ ਖੰਡ ਪਾਠ ਖੜਾਉਂਦੇ ਰਹੇ ਪਰ ਗੁਰੂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਇੰਨੀਆਂ ਇਨਕਲਾਬੀ ਸਿੱਖਿਆਵਾਂ ਨੇ ਕਿ ਮਾਰਕਸ ਤੋਂ ਵੀ ਅੱਗੇ। ਮਾਰਕਸ ਨੇ ਤਾਂ ਇੱਕ ਐਸੇ ਸਮਾਜ ਦੀ ਚਿਤਵਨੀ ਕੀਤੀ ਜਿਹਦੇ ਐਕਸਪਲੋਇਟੇਸ਼ਨ ਨਹੀਂ ਹੋਏਗੀ। ਗੁਰੂ ਨਾਨਕ ਨੇ ਇੱਕ ਐਸੇ ਸਮਾਜ ਨੂੰ ਤਸੱਵਰ ਕੀਤਾ ਜੋ ਨਿਰਭਉ ਤੇ ਨਿਰਵੈਰ ਹੋਣਾ ਚਾਹੀਦਾ। ਐਸਾ ਸਮਾਜ ਉਹਦੇ ਚ ਕਿਸੇ ਨੂੰ ਨਿਰਵੈਰ ਹੋਵੇ ਔਰ ਇੱਕ ਦੂਸਰੇ ਭੈ ਮੁਕਤ ਸਮਾਜ ਦੀ ਜਿਹੜੀ ਗੱਲ ਹੈ ਇਹ ਸਿਰਫ ਗੁਰੂ ਨਾਨਕ ਨੇ ਕੀਤੀ। ਔਰ ਇਹ ਭੈ ਮੁਕਤ ਸਮਾਜ ਜਿਹੜਾ ਹੈ ਪੰਜਾਬ 'ਚ ਹਲੇ ਨਹੀਂ ਹੋਇਆ। ਅਸੀਂ ਭੈ ਦੇ ਥੱਲੇ ਰਹਿ ਰਹੇ ਹਾਂ। ਕਈ ਤਰ੍ਹਾਂ ਦੇ ਭੈ ਨੇ ਪੰਜਾਬ ਵਿੱਚ ਫੋਲੇ ਨੇ। ਪੰਜਾਬ ਦਾ ਜਿਹੜਾ ਮਨਸ ਹੈ ਉਹ ਉਸ ਤਰ੍ਹਾਂ ਦਾ ਮੁਕਤ ਨਹੀਂ ਜਿਸ ਤਰ੍ਹਾਂ ਗੁਰੂ ਨਾਨਕ ਨੇ ਦਾ ਤਸੱਵਰ ਕੀਤਾ ਸੀ। ਇਹ ਉਸ ਤਰ੍ਹਾਂ ਦਾ ਮੁਕਤ ਨਹੀਂ ਜਿਨੇ 10ਵੇਂ ਪਾਤਸ਼ਾਹ ਨੇ ਜਿਸ ਤਰ੍ਹਾਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਸ ਤਰ੍ਹਾਂ ਦੀ ਮੁਕਤੀ ਚਾਹੀਦੀ ਉਹ ਨਹੀਂ ਕਿਉਂਕਿ ਉਹ ਮੁਕਤੀ ਜਿਹੜੀ ਹੈ ਉਹ ਬਹੁਤ ਮੁਸ਼ਕਿਲ ਹੈ। ਜਿਸ ਤਰ੍ਹਾਂ ਦੀ ਇਕੁਐਲਿਟੀ ਜਾਂ ਬਰਾਬਰਤਾ ਸਾਂਝੀਵਾਲਤਾ ਉਹਨਾਂ ਨੇ ਸਾਨੂੰ ਸਿਖਾਈ ਸੀ ਅਸੀਂ ਉਹ ਸਾਂਝੀਵਾਲਤਾ ਮੂੰਹ ਦੇ ਤੌਰ ਤੇ ਮੰਨ ਲਈ ਹੈ ਪਰ ਅਸੀਂ ਉਹਨੂੰ ਆਪਣੇ ਜੀਵਨ ਵਿੱਚ ਉਤਾਰਿਆ ਨਹੀਂ। ਇੱਕ ਸਰ ਛੋਟਾ ਜਿਹਾ ਹੋਰ ਉਪਕਾਰ ਕਰ ਦਿਓ ਕਿ ਮੈਂ ਜਿਸ ਕਾਲਜ ਪੜ੍ਹਾਉਣਾ ਸਾਡੇ ਕਾਲਜ ਵਿੱਚ ਰਾਮਗੜੀਆ ਕਾਲਜ ਫਗਵਾੜਾ ਉਹਦੇ ਵਿੱਚ ਇਤਿਹਾਸ ਦਾ ਡਿਪਾਰਟਮੈਂਟ ਬੜਾ ਪੁਰਾਣਾ ਡਿਪਾਰਟਮੈਂਟ ਹੈ ਇਤਿਹਾਸ ਦਾ। ਕਿਰਪਾਲ ਸਿੰਘ ਨਾਰਗੋਣੀ ਇੱਥੇ ਪੜ੍ਹਾਉਂਦੇ ਰਹੇ ਆ
ਤੇ ਲੇਕਿਨ ਅੱਜ ਕੱਲ ਸਾਡੇ ਵਿਦਿਆਰਥੀ ਸਾਡੇ ਕੋਲ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਤੁਸੀਂ ਕੀ ਰੱਖਣਾ ਸਬਜੈਕਟ, ਉਹ ਇਤਿਹਾਸ ਤੋਂ ਥੋੜਾ ਜਿਹਾ ਕੰਨੀ ਕਤਰਾਉਂਦੇ ਆ। ਤੇ ਇਹਦੇ ਬਾਰੇ ਮੈਂ ਥੋੜਾ ਜਿਹਾ ਜ਼ਰੂਰ ਚਾਹੁੰਦਾ ਵੀ ਇਤਿਹਾਸ ਦੀ ਕੀ ਮਹੱਤਤਾ ਹੈ ਅੱਜ ਦੇ ਵਿਦਿਆਰਥੀ ਲਈ, ਇਹ ਜ਼ਰੂਰ ਤੁਸੀਂ ਥੋੜਾ ਬੜਾ ਜਿਹਾ ਦੱਸੋ ਜੀ। ਬੜਾ ਇੰਟਰਸਟਿੰਗ ਸਵਾਲ ਪੁੱਛਿਆ। ਜਦ ਮੈਂ ਕੈਮਿਸਟਰੀ ਦੀ ਐਮਐਸਸੀ ਕਰਦਾ ਸੀ ਤੇ ਮੈਂ ਇਟਲੇ ਕਮਰੇ 'ਚ ਰਹਿੰਦਾ ਸੀ ਤੇ ਮੇਰੇ ਉੱਪਰ ਕਮਰੇ ਦੇ ਵਿੱਚ ਹਿਸਟਰੀ ਵਾਲੇ ਸਟੂਡੈਂਟ ਰਹਿੰਦੇ ਸੀ ਤੇ ਉਹ ਬੜਾ ਸ਼ੋਰ ਪਾਈ ਜਾਣ। ਅਸੀਂ ਪੜ੍ਹਦੇ ਸੀ ਕੈਮਿਸਟਰੀ ਵਾਲੇ ਸਰ ਦੇ। ਮੈਂ ਕਿਹਾ ਦੇਖੋ ਯਾਰ, ਤੁਸੀਂ ਹਿਸਟਰੀ ਵਾਲੇ ਹੋ, ਤੁਹਾਡਾ ਤਾਂ ਕੰਮ ਬੜਾ ਆਸਾਨ ਹੈ। 1 ਮਹੀਨਾ ਪਹਿਲਾਂ ਤੁਸੀਂ ਡੇਟਸ ਯਾਦ ਕਰ ਲੈਣੀ ਹੈ, ਕਦੋਂ ਮਰਿਆ, ਕਦੋਂ ਜੰਮਿਆ, ਕਦੋਂ ਕੋਈ ਆਇਆ, ਕਿਹਨੇ ਕਿਹਦੇ ਤੇ ਰਾਜ ਕੀਤਾ, ਕਿਹਦੀ ਕਿਹਦੇ ਨਾਲ ਲੜਾਈ ਹੋਈ, ਕਿਹਦੀ ਹਾਰ ਹੋਈ, ਤੁਸੀਂ ਤਾਂ ਇਹ ਯਾਦ ਕਰਨਾ। ਤੁਸੀਂ 1 ਮਹੀਨੇ ਯਾਦ ਕਰਕੇ ਇਮਤਿਹਾਨ ਦੇ ਦੋਗੇ। ਸਾਨੂੰ ਪੜ੍ਹਨ ਦਿਓ। ਕੈਮਿਸਟਰੀ ਵਾਲੇ ਸਟੂਡੈਂਟ ਬੜੇ ਸੀਰੀਅਸ। ਮੈਨੂੰ ਖੁਦ ਨਹੀਂ ਪਤਾ ਤਾਂ ਇਤਿਹਾਸ ਕੀ ਹੁੰਦਾ। ਇਹ ਤਾਂ ਜਦੋਂ ਮੈਂ ਜਵਾਹਰ ਲਾਲ ਨਹਿਰੂ ਦੇ ਵਿੱਚ ਯੂਨੀਵਰਸਿਟੀ 'ਚ ਪਹੁੰਚਿਆ ਔਰ ਸਵਾਲ ਪੈਦਾ ਹੋਇਆ ਕਿ ਇਤਿਹਾਸ ਜਿਹੜਾ ਹੈ ਉਹ ਇੱਕ ਸਮਾਜ ਵਿੱਚ ਚੱਲੀਆਂ ਸਾਰੀਆਂ ਗੱਲਾਂ ਨੂੰ ਸਮਝਣ ਦੇ ਲਈ ਇੱਕ ਬਹੁਤ ਡੂੰਘਾ ਤਰੀਕਾ ਹੈ। ਔਰ ਉਹ ਅੱਜ ਅਸੀਂ ਕਿੱਥੇ ਖੜੇ ਹਾਂ, ਕਿੱਥੋਂ ਚੱਲੇ ਸੀ, ਇੱਥੇ ਕਿਉਂ ਖੜੇ ਹਾਂ, ਜਿਹੜੀਆਂ ਲਹਿਰਾਂ ਸ਼ੁਰੂ ਹੋਈਆਂ ਸੀ ਉਹਨਾਂ ਦਾ ਨਤੀਜਾ ਕੀ ਨਿਕਲਿਆ, ਪੰਜਾਬ ਜਿੱਥੋਂ ਚੱਲਿਆ ਸੀ ਉਹ ਅੱਜ ਕਿੱਥੇ ਪਹੁੰਚਿਆ। ਇਹਨਾਂ ਸਵਾਲਾਂ ਦੇ ਜਵਾਬ ਲੱਭਣੇ ਹੀ ਇਤਿਹਾਸ ਹੈ। ਇਤਿਹਾਸ ਕੋਈ ਰੱਟਾ ਲਾਉਣ ਵਾਲੀ ਚੀਜ਼ ਨਹੀਂ ਹੈ, ਕੋਈ ਡੇਟਸ ਵਾਲੀ ਚੀਜ਼ ਨਹੀਂ ਹੈ। ਇਸ ਸਵਾਲ ਇਹ ਲੱਭਣ ਵਾਲੀ ਹੈ ਕਿ ਪੰਜਾਬ ਵਿੱਚ 3 ਲਹਿਰਾਂ ਬੜੀਆਂ ਚੱਲੀਆਂ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ। ਆਰੀਆ ਸਮਾਜ ਲਹਿਰ ਚੱਲੀ, ਮੁਸਲਮਾਨਾਂ ਦੀ ਲਹਿਰ ਚੱਲੀ, ਸਿੱਖਾਂ ਦੀ ਲਹਿਰ ਚੱਲੀ। ਇਹਨਾਂ ਲਹਿਰਾਂ ਨੇ ਅਲੱਗ-ਅਲੱਗ ਫਿਰ ਐਜੂਕੇਸ਼ਨਲ ਸਿਸਟਮ ਖੜੇ ਕੀਤੇ, ਅਲੱਗ-ਅਲੱਗ ਇੰਟੈਲੀਜੈਂਸੀਆ ਸ਼ੁਰੂ ਕੀਤੇ ਔਰ ਜੋ ਆਪਣੇ ਆਪਣੇ ਫਿਰਕਿਆਂ ਦੇ ਉੱਤੇ ਜ਼ੋਰ ਦੇਣ ਲੱਗੇ। ਔਰ ਇਹਦੇ ਵਿੱਚੋਂ ਜਿਹੜੀ ਇੱਕ ਸਾਂਝੀਵਾਲਤਾ ਸੀ ਉਹ ਖਤਮ ਹੋਣ ਲੱਗ ਪਈ ਪੰਜਾਬ ਦੇ ਵਿੱਚ। ਔਰ ਸਾਂਝੀਵਾਲਤਾ ਖਤਮ ਹੋਣ ਦਾ ਨਤੀਜਾ ਹੀ ਪਾਰਟੀਸ਼ਨ ਸੀ। ਜਿਸ ਤਰ੍ਹਾਂ ਦੇ ਭਿਆਨਕ ਦੰਗੇ ਪੰਜਾਬ ਵਿੱਚ 1947 ਚ ਹੋਏ, ਅਸੀਂ ਕਹਿੰਦੇ ਹਾਂ ਸਾਰੇ ਅਸੀਂ ਪੰਜਾਬੀ ਹਾਂ। ਜਿਸ ਤਰ੍ਹਾਂ ਅਸੀਂ ਇੱਕ ਦੂਜੇ ਨੂੰ ਮਾਰਿਆ, ਅੰਗਰੇਜ਼ ਨੇ ਸਾਨੂੰ ਇਹ ਤਾਂ ਨਹੀਂ ਕਿਹਾ ਸੀ ਇੱਕ ਦੂਜੇ ਨੂੰ ਮਾਰੋ। ਅੰਗਰੇਜ਼ ਨੇ ਤਾਂ ਪਾਰਟੀਸ਼ਨ ਕਰ ਦਿੱਤੀ, ਲਾਈਨ ਖਿੱਚ ਦਿੱਤੀ। ਅਸੀਂ ਚੁੱਪ ਕਰਕੇ ਇੱਧਰ ਵਾਲੇ ਉੱਧਰ ਨਹੀਂ ਗਏ, ਉੱਧਰ ਵਾਲੇ ਇੱਧਰ ਨਹੀਂ ਆਏ। ਅਸੀਂ ਇੱਕ ਦੂਜੇ ਨੂੰ ਇਸ ਤਰ੍ਹਾਂ ਐਥਨਿਕ ਪਰਜਿੰਗ ਕੀਤੀ ਔਰ ਇੰਨੀ ਬੁਰੀ ਤਰ੍ਹਾਂ ਮਾਰਿਆ, ਲੱਖਾਂ ਲੋਕ ਜੇਲ੍ਹ ਚ ਮਰ ਗਏ। ਇਹ ਕੋਈ ਅੰਗਰੇਜ਼ਾਂ ਨੇ ਨਹੀਂ ਕੀਤਾ ਸੀ, ਇਹ ਅਸੀਂ ਆਪ ਕੀਤਾ। ਕਿਆ ਬਾਤ। ਤੇ ਇਹ ਜਿਹੜੀ ਸਾਂਝੀਵਾਲਤਾ ਦਾ ਖਾਤਮਾ, ਹੁਣ ਤੁਸੀਂ ਪੁੱਛੋ, ਮੇਰੇ ਲਈ ਇਤਿਹਾਸਕ ਸਵਾਲ ਇਹ ਹੈ, ਪੰਜਾਬ ਵਿੱਚ ਸਾਂਝੀਵਾਲਤਾ ਦਾ ਖਾਤਮਾ ਕੈਸੇ ਹੋਇਆ। ਗੁਰੂਆਂ ਨੇ ਸਾਰੀ ਜ਼ਿੰਦਗੀ ਸਾਂਝੀਵਾਲਤਾ ਸਿਖਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਉਹ ਸਬਕ ਕਿਉਂ ਨਹੀਂ ਸਿੱਖੇ। ਪੰਜਾਬ ਦੀ ਜਿਹੜੀ ਕਿਸਾਨੀ ਸੀ, ਜਿਹੜੀ ਗੁਰੂਆਂ ਦੇ ਨਾਲ ਮਰਨ ਵਾਸਤੇ ਤਿਆਰ ਸੀ, ਉਹ ਗੁਰੂਆਂ ਨੂੰ ਪਿੱਛੇ ਹਟ ਕੇ ਉਹਨਾਂ ਦੀਆਂ ਸਿੱਖਿਆਵਾਂ ਤੋਂ ਪਿਛਾਂ ਕਿਉਂ ਹਟ ਗਈ। ਇਹ ਸਾਰੇ ਸਵਾਲ ਇਤਿਹਾਸਕ ਸਵਾਲ ਨੇ। ਔਰ ਅੱਜ ਕੀ ਹੋ ਸਕਦਾ ਕਿ ਪੰਜਾਬ ਵਿੱਚ ਇਹੋ ਜਿਹੀ ਕੋਈ ਸ਼ਕਤੀ ਹੈ ਜੋ ਸਾਂਝੀਵਾਲਤਾ ਦੀ ਗੱਲ ਕਰੇ ਔਰ ਸਾਂਝੀਵਾਲਤਾ ਦਾ ਜਿਹੜਾ ਝੰਡਾ ਬਰਦਾਰ ਬਣੇ ਔਰ ਪੰਜਾਬ ਦੇ ਸਮਾਜ ਵਿੱਚ ਆਏ ਵਿਤਕਰਿਆਂ ਨੂੰ, ਜਾਤ ਪਾਤ ਨੂੰ ਖਤਮ ਕਰੇ। ਹੈ ਕੋਈ ਐਸਾ? ਜੇ ਨਹੀਂ ਤਾਂ ਕਿਉਂ ਨਹੀਂ ਹੈ। ਪੰਜਾਬ ਵਿੱਚ ਤੁਹਾਨੂੰ ਵੀ ਪਤਾ, ਮੈਨੂੰ ਵੀ 32% ਲੋਕ ਜਿਹੜੇ ਨੇ ਦਲਿਤ, ਔਰ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਸਿੱਖੀ ਦੀ ਜਿਹੜੀ ਸਮਝ ਹੈ ਡੀਪ ਗੁਰੂਆਂ ਵਾਲੀ, ਇਹਨੂੰ ਸਮਝਣ ਦੀ ਲੋੜ ਹੈ। ਕਿਉਂਕਿ ਗੁਰੂਆਂ ਨੇ ਹੀ ਇੱਕ ਐਸੀ ਸਾਂਝੀਵਾਲਤਾ ਦਾ ਪਾਠ ਪੜ੍ਹਾਇਆ ਔਰ ਜਿਹੜਾ ਕਿ ਉਹਨਾਂ ਨੂੰ ਇਸ ਗੱਲ ਦੇ ਵਿੱਚ ਸਮਝ ਆਏਗਾ ਕਿ ਇਹ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦਾ ਇਨਕਲਾਬ ਹੋ ਚੁੱਕਾ ਪਹਿਲੇ ਜਿਹੜਾ ਗੁਰੂਆਂ ਨੇ ਕੀਤਾ। ਔਰ ਉਸ ਤਰ੍ਹਾਂ ਦਾ ਇਨਕਲਾਬ ਜਿਹਨੂੰ ਮੈਂ ਕਹਿੰਦਾ ਇੰਟੈਂਸ ਇੰਟੈਲੈਕਚੁਅਲ ਐਕਟੀਵਿਟੀ, ਉਹਦੀ ਅੱਜ ਲੋੜ ਹੈ। ਐਵਰੀ ਰੈਵੋਲੂਸ਼ਨ ਔਰ ਐਵਰੀ ਮਾਸ ਮੂਵਮੈਂਟ ਇਜ਼ ਪ੍ਰੋਸੀਡਡ ਬਾਈ ਐਨ ਇੰਟੈਂਸ ਇੰਟੈਲੈਕਚੁਅਲ ਐਕਟੀਵਿਟੀ। ਜਿਹੜੀ ਮੂਵਮੈਂਟ ਦੇ ਪਿੱਛੇ ਇੰਟੈਲੈਕਚੁਅਲ ਐਕਟੀਵਿਟੀ ਇੰਟੈਂਸ ਨਹੀਂ, ਉਹ ਸੁਪਰਫਿਸ਼ੀਅਲ ਮੂਵਮੈਂਟ ਹੁੰਦੀ ਆ, ਉਹਦੀਆਂ ਜੜ੍ਹਾਂ ਨਹੀਂ ਕਿਤੇ ਲੱਗਦੀ। ਅੱਜ ਸਾਨੂੰ ਮੁੜ ਉਸ ਤਰ੍ਹਾਂ ਦੀ ਇੰਟੈਂਸ ਇੰਟੈਲੈਕਚੁਅਲ ਦੀ ਲੋੜ ਹੈ। ਔਰ ਇਸ ਸੰਬੰਧ ਵਿੱਚ ਤੁਹਾਡਾ ਜਿਹੜਾ ਮੰਚ ਹੈ, ਮੈਨੂੰ ਲੱਗਦਾ ਇਹ ਇੱਕ ਸਹੀ ਦਿਸ਼ਾ ਵਿੱਚ ਹੈ। ਚਾਹੇ ਭਾਵੇਂ ਇੱਕ ਛੋਟੀ ਜਿਹੀ ਤੰਦ ਹੈ, ਪਰ ਛੋਟੀਆਂ ਛੋਟੀਆਂ ਤੰਦਾਂ ਕਈ ਵਾਰੀ ਮਿਲ ਕੇ ਬਹੁਤ ਕੁਝ ਬਣ ਜਾਂਦੀਆਂ। ਮੈਂ ਆਪਣੇ ਪੰਜਾਬ ਦਰਸ਼ਨ ਦੇ ਸਰੋਤਿਆਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਦਿੱਲੀ ਦੇ ਇੱਕ ਪ੍ਰੋਫੈਸਰ ਅਮਨਪ੍ਰੀਤ ਸਿੰਘ ਗਿੱਲ ਨੇ ਕਿਤਾਬ ਲਿਖੀ ਹੈ, ਇੱਕ ਪੋਲੀਟੀਕਲ ਸਾਇੰਸ ਦੇ ਉਹ ਅਧਿਆਪਕ ਨੇ। ਉਹ ਕਿਤਾਬ ਦਾ ਨਾਮ ਸੀ ਨੌਨ ਕਾਂਗਰਸ ਪੋਲਿਟਿਕਸ ਆਫ ਪੰਜਾਬ। ਔਰ ਮੈਂ ਉਹ ਕਿਤਾਬ ਖਰੀਦੀ ਤੇ ਉਹਦੇ ਕਿਤਾਬ ਦੇ ਦੂਜੇ ਤੀਜੇ ਪੇਜ ਦੇ ਉੱਤੇ ਇੱਕ ਉਹਨਾਂ ਨੇ ਫਿਗਰ ਇੱਕ ਦਿੱਤੀ ਹੋਈ ਸੀਗੀ। ਅਸੀਂ ਉਸ ਤਰ੍ਹਾਂ ਦਾ ਕਰਦੇ ਹਾਂ ਵੀ ਪੰਜਾਬ ਡਿਵੀਜ਼ਨ ਹੋ ਗਈ, ਪੰਜਾਬ ਡਿਵੀਜ਼ਨ ਹੋ ਗਈ, ਲੇਕਿਨ ਇਸ ਤਰ੍ਹਾਂ ਫਿਗਰ ਦੇ ਵਿੱਚ ਇੰਨਾ ਸਪਸ਼ਟ ਕਦੇ ਕਿਸੇ ਨੇ ਨਹੀਂ ਸੀ ਲਿਖਿਆ ਜਿੰਨਾ ਮੈਂ ਉੱਤੇ ਲਿਖਿਆ ਦੇਖਿਆ।
ਤੇ ਉਹਨੇ ਲਿਖਿਆ ਵੀ ਜਿਹੜਾ ਬ੍ਰਿਟਿਸ਼ ਪੰਜਾਬ ਸੀਗਾ, ਉਹ ਜਿਹੜਾ ਰਕਬਾ ਸੀਗਾ ਉਹਨੂੰ ਤੁਸੀਂ 100% ਜਿਹੜਾ ਟੋਟਲ ਪੰਜਾਬ ਸੀਗਾ ਉਹ, ਲੇਕਿਨ ਜਦੋਂ 1947 ਵਿੱਚ ਪੰਜਾਬ ਦੀ ਡਿਵੀਜ਼ਨ ਹੋ ਗਈ ਤੇ ਪੰਜਾਬ ਉਸ ਟੋਟਲ ਪੰਜਾਬ ਦਾ 47% ਰਹਿ ਗਿਆ, 47% ਜਿਹੜਾ ਇਹ ਪੰਜਾਬ ਹੈ। ਔਰ ਉਹਦੇ ਬਾਅਦ ਜਦੋਂ ਪੰਜਾਬੀ ਸੂਬਾ 1966 ਵਿੱਚ ਬਣਿਆ, ਕਿ ਜਿਹੜਾ ਇਸ ਵੇਲੇ ਪੰਜਾਬ ਹੈ ਇਹ ਉਸ ਟੋਟਲ ਪੰਜਾਬ ਦਾ 19% ਹੈ। ਔਰ ਮੈਂ ਜਦੋਂ ਦੇਖਿਆ ਸੱਚਮੁੱਚ ਮੈਂ ਮਤਲਬ ਕਿ ਦਿਲ ਬਹੁਤ ਜ਼ਿਆਦਾ ਦੁਖਿਆ ਕਿ ਉਹ 100% ਪੰਜਾਬ ਸਾਬਤ ਸਮੁੱਚਾ ਪੰਜਾਬ ਤੇ 19% ਪੰਜਾਬ। ਔਰ ਹਲੇ ਵੀ ਜਿਹੜੀਆਂ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਿਤੇ 2020 ਜਾਂ ਇਸ ਤਰ੍ਹਾਂ ਦੀ ਗੱਲਾਂ ਚੱਲਦੀਆਂ, ਤੇ ਮੈਨੂੰ ਲੱਗਦਾ ਵੀ ਕਿਤੇ 19 ਤੋਂ ਕਿਤੇ 50-50 ਨਾ ਹੋ ਜਾਵੇ ਫਿਰ ਕਿਤੇ। ਔਰ ਇਹ ਜਿਹੜਾ ਮਤਲਬ ਕਿ ਇਹ ਬਹੁਤ ਦੁਖਾਂਤ ਸੰਕੇਤ ਹੈਗਾ, ਪੰਜਾਬ ਘਟ ਰਿਹਾ। ਤੇ ਜੇ ਅਸੀਂ ਸਾਂਝੀਵਾਲਤਾ ਦਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ, ਜਿਹੜਾ ਤੁਸੀਂ ਡਾਕਟਰ ਸਾਹਿਬ ਅੱਜ ਜਿਸ ਨੂੰ ਉਭਾਰਿਆ, ਜਿਸ ਨੁਕਤੇ ਨੂੰ, ਜੇ ਅਸੀਂ ਉਸ ਨੁਕਤੇ ਨੂੰ ਨਾ ਸਮਝੇ ਜਾਂ ਉਹਨੂੰ ਅਸੀਂ ਨਾ ਸਾਂਝੀਵਾਲਤਾ ਆਪਣੇ ਵਿੱਚ ਲੈ ਕੇ ਆਏ, ਤਾਂ ਪੰਜਾਬ ਦਾ ਭਵਿੱਖ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਭਵਿੱਖ ਹੈ, ਬੜਾ ਦਰਦ ਵਾਲਾ ਭਵਿੱਖ ਹੈ। ਤੇ ਮੈਂ ਸਮਝਦਾ ਕਿ ਅਸੀਂ ਡਾਕਟਰ ਸਾਹਿਬ ਦੇ ਭਾਸ਼ਣ ਤੋਂ, ਡਾਕਟਰ ਸਾਹਿਬ ਦਾ ਭਾਸ਼ਣ ਸਿਰਫ ਸਾਡੇ ਲਈ ਗਿਆਨਮਈ ਤਾਂ ਹੈ ਹੀ ਸੀ, ਲੇਕਿਨ ਸਾਡੇ ਲਈ ਨਾਲ-ਨਾਲ ਕਲਿਆਣਮਈ ਵੀ ਹੈ। ਸਾਡੇ ਲਈ ਨਹੀਂ, ਸਾਰੇ ਪੂਰੇ ਪੰਜਾਬ ਲਈ ਕਲਿਆਣਮਈ ਭਾਸ਼ਣ ਹੈ ਅੱਜ ਦਾ ਸਾਡੇ ਲਈ। ਜੇ ਇਹਨਾਂ ਦੇ ਭਾਸ਼ਣ ਨੂੰ ਅਸੀਂ ਅੱਜ ਦੁਬਾਰਾ ਵਾਰ-ਵਾਰ ਸੁਣਾਂਗੇ ਤੇ ਮੇਰਾ ਖਿਆਲ ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਸਾਡਾ ਯਕੀਨ ਵੱਧ ਜਾਏਗਾ, ਜਿਹੜੀਆਂ ਚੀਜ਼ਾਂ ਵੱਲ ਡਾਕਟਰ ਸਾਹਿਬ ਨੇ ਸੰਕੇਤ ਕੀਤਾ। ਤੇ ਡਾਕਟਰ ਸਾਹਿਬ, ਤੁਹਾਡਾ ਧੰਨਵਾਦ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਅੱਜ, ਹਾਂਜੀ ਹਾਂਜੀ। ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਮੈਂ ਕਹਿੰਦਾ ਕਿ ਇਹ ਅਕਾਲੀ ਲਹਿਰ ਇੱਕ ਇੰਨੀ ਜ਼ਬਰਦਸਤ ਲਹਿਰ ਸੀ, ਇਹਨੂੰ ਪੂਰੇ ਸੰਸਾਰ ਵਿੱਚ ਇਹਦੀ ਗੱਲ ਨੂੰ ਸਮਝਾਉਣ ਦੀ ਲੋੜ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਬਾਹਰ ਬੈਠੇ ਨੇ, ਜਿਨ੍ਹਾਂ ਕੋਲ ਰਿਸੋਰਸਸ, ਮੈਂ ਚਾਹੁੰਦਾ ਕਿ ਇਸ ਲਹਿਰ ਬਾਰੇ ਡਾਕੂਮੈਂਟਰੀਜ਼ ਬਣਾਉਣ, ਦੁਨੀਆ ਭਰ ਦੇ ਅਖਬਾਰਾਂ ਵਿੱਚ ਜੋ ਇਸ ਲਹਿਰ ਬਾਰੇ ਲਿਖਿਆ ਗਿਆ ਸੀ ਉਹ ਸਾਰਾ ਸਮਾਨ ਇਕੱਠਾ ਕਰਨ। ਇੱਕ ਬਹੁਤ ਵੱਡੀ ਇੰਟਰਨੈਸ਼ਨਲ ਜਿਹੜੀ ਹੈ ਐਗਜ਼ੀਬਿਸ਼ਨ ਇਸ ਲਹਿਰ ਬਾਰੇ ਤਿਆਰ ਹੋਣੀ ਚਾਹੀਦੀ ਹੈ, ਜਿਹੜੀ ਦੁਨੀਆ ਦੇ ਵੱਡੇ ਵੱਡੇ ਸ਼ਹਿਰਾਂ ਜਿਵੇਂ ਲੰਡਨ, ਨਿਊਯਾਰਕ, ਟੋਰਾਂਟੋ ਜਾਂ ਹੋਰ ਥਾਵਾਂ ਦੇ ਉੱਤੇ ਉਹ ਜਾਣੀ ਚਾਹੀਦੀ ਹੈ। ਜਿੱਥੇ ਜਿੱਥੇ ਵੀ ਸਿੱਖ ਕਮਿਊਨਿਟੀ ਹੈ ਔਰ ਉਹਨਾਂ ਦੇ ਗੁਰਦੁਆਰੇ ਨੇ, ਉਹ ਪੂਰੀ ਦੀ ਪੂਰੀ ਜਿਹੜੀ ਐਗਜ਼ੀਬਿਸ਼ਨ ਦਿਖਾਈ ਜਾ ਸਕੇ, ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਆਏ ਕਿ ਇਹ ਕੌਣ ਲੋਕ ਨੇ ਔਰ ਇਹਨਾਂ ਦਾ ਜਿਹੜਾ ਇਤਿਹਾਸਿਕ ਜਿਹੜਾ ਸੰਦੇਸ਼ ਸੀ ਉਹ ਕੀ ਸੀ, ਇਹਨਾਂ ਦੇ ਗੁਰੂਆਂ ਦਾ ਇਤਿਹਾਸਿਕ ਸੰਦੇਸ਼ ਕੀ ਸੀ। ਮੇਰੇ ਖਿਆਲ ਵਿੱਚ ਅਗਰ ਬਹੁਤ ਸਾਰੇ ਪੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਲੋਕ ਇਕੱਠੇ ਕਰਕੇ ਇਸ ਤੇ ਖਰਚ ਕਰਨ, ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਕੰਮ ਹੈ ਜਿਹੜਾ ਪੂਰਾ ਹੋਣ ਵਾਸਤੇ ਇੰਤਜ਼ਾਰ ਕਰ ਰਿਹਾ ਹੈ। ਡਾਕਟਰ ਸਾਹਿਬ, ਪਿੱਛੇ ਜੇ ਇੱਕ ਦੋਸਤ ਨੇ, ਕੋਈ ਪ੍ਰਿੰਸੀਪਲ ਹੈਗੇ ਇੱਥੋਂ ਕਿਸੇ ਕਾਲਜ ਦੇ, ਤੇ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਅਕਾਲੀ ਦਲ ਜਿਹੜਾ ਇਸ ਵੇਲੇ ਦਾ, ਉਹ ਆਪਣਾ 1920 ਉਹਨਾਂ ਦਾ 100 ਸਾਲ ਪੂਰਾ ਹੋਣ ਵਾਲਾ ਉਹ ਸ਼ਤਾਬਦੀ ਸਮਾਰੋਹ ਮਨਾਉਣ ਲਈ ਤਿਆਰੀਆਂ ਕਰ ਰਹੇ ਆ। ਤੇ ਉਹਨਾਂ ਨੇ ਆਪਣੇ ਗਾਹਾਂ ਪੜ੍ਹੇ ਲਿਖੇ ਲੋਕਾਂ ਨੂੰ ਜਿਵੇਂ ਪੁੱਛ ਲਿਆ ਕਿ ਜੇ ਅਕਾਲੀ ਦਲ ਦੇ ਉੱਤੇ ਕਿਸੇ ਨੂੰ ਬੁਲਾਉਣਾ ਹੋਵੇ ਤੇ ਕਿਹਨੂੰ ਬੁਲਾਈਏ। ਤੇ ਉਸ ਪ੍ਰਿੰਸੀਪਲ ਨੇ ਮੈਨੂੰ ਸਵਾਲ ਕੀਤਾ, ਤੇ ਮੈਂ ਕਿਹਾ ਵੀ ਇਹ ਪੰਜਾਬ ਵਿੱਚ ਅਕਾਲੀ ਦਲ ਤੇ ਬੋਲਣ ਵਾਲਾ ਸਹੀ ਮਾਇਨੇ ਵਿੱਚ ਕੋਈ ਨਹੀਂ ਹੈ। ਤੇ ਮੈਂ ਤੁਹਾਡਾ ਉਹਨਾਂ ਨੂੰ ਨੰਬਰ ਵੀ ਦਿੱਤਾ ਸੀਗਾ ਤੇ ਤੁਹਾਡਾ ਨਾਮ ਵੀ ਦੱਸਿਆ ਸੀਗਾ, ਕਿ ਹੁਣ ਪਤਾ ਨਹੀਂ ਵੀ ਉਹ ਅਕਾਲੀ ਦਲ ਵਾਲੇ ਤੁਹਾਨੂੰ ਬੁਲਾਉਣਗੇ ਜਾਂ ਨਹੀਂ ਬੁਲਾਉਣਗੇ ਜਾਂ ਉਹ। ਔਰ ਦੇਖੋ ਇਸ ਲਹਿਰ ਦੀ ਕਮਾਲ ਦੇਖੋ, ਇਸ ਲਹਿਰ ਦੇ ਵਿੱਚੋਂ ਕਾਂਗਰਸ ਨਿਕਲੇ, ਇਸ ਲਹਿਰ ਵਿੱਚੋਂ ਕਮਿਊਨਿਸਟ ਨਿਕਲੇ। ਇਹ ਇਟਸ ਦ ਮਦਰ ਆਫ ਆਲ ਮੂਵਮੈਂਟਸ ਇਨ ਪੰਜਾਬ। ਕੀ ਬਾਤ, ਕੀ ਬਾਤ, ਵਾਹ ਜੀ। ਔਰ ਉਸ ਲਹਿਰ ਨੂੰ ਭੁੱਲਣਾ ਹਾਂਜੀ ਤੇ ਬਹੁਤ ਵੱਡਾ ਦੁਖਾਂਤ ਹੋਏਗਾ। ਐਡਾ ਵੱਡਾ ਦੁਖਾਂਤ ਜਿੱਡਾ ਵੱਡਾ ਨਨਕਾਣਾ ਸਾਹਿਬ ਵਿੱਚ ਸੀ, ਐਡਾ ਵੱਡਾ ਦੁਖਾਂਤ ਹੋਏਗਾ ਇਸ ਲਹਿਰ ਨੂੰ ਭੁੱਲ ਜਾ। ਇਸ ਲਹਿਰ ਨੂੰ ਯਾਦ ਰੱਖਣਾ ਹੀ ਪੰਜਾਬੀਅਤ ਨੂੰ ਰਿਸਟੋਰ ਕਰਨਾ। ਇਸ ਜੋ ਤੁਸੀਂ ਗੱਲ ਕਰ ਰਹੇ ਹੋ, ਇਸ ਲਹਿਰ ਨੂੰ ਯਾਦ ਰੱਖਣਾ ਹੀ ਪੰਜਾਬੀਆਂ ਦੇ ਮਨਾਂ ਵਿੱਚੋਂ ਮੈਲ ਕੱਢ ਕੇ ਉਹਨਾਂ ਨੂੰ ਸੱਚੇ ਤੇ ਸੁੱਚੇ ਬਣਾਉਣਾ। ਇਸ ਕਰਕੇ ਲਹਿਰ ਨੂੰ ਯਾਦ ਕਰਨ ਦੀ ਲੋੜ ਹੈ। ਬਹੁਤ ਬਹੁਤ ਡਾਕਟਰ ਸਾਹਿਬ ਮਿਹਰਬਾਨੀ। ਤੇ ਅੱਜ ਦੇ ਇਸ ਲੈਕਚਰ ਨੂੰ, ਇਸ ਵਿਖਿਆਨ ਨੂੰ ਕਾਮਯਾਬ ਕਰਨ ਲਈ, ਇਸ ਮੁਕੰਮਲ ਕਰਨ ਲਈ ਸਾਡੇ ਸੋਚ ਤੇ ਗ੍ਰਾਫਿਕਸ ਦੇ ਵਿੱਚ ਜਿਨ੍ਹਾਂ ਇਸ ਟੀਮ ਦੇ ਦੋਸਤਾਂ ਨੇ ਸਾਥ ਦਿੱਤਾ ਜਾਂ ਜਿਨ੍ਹਾਂ ਨੇ ਮਿਹਨਤ ਕੀਤੀ, ਪਰਮਿੰਦਰ ਤੇ ਹਰਪ੍ਰੀਤ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਪੰਜਾਬ ਦਰਸ਼ਨ ਦੀ ਸਿਰਜਕ ਟੀਮ, ਮੈਡਮ ਹਰਮੀਤ, ਜਸਕਰਨ, ਕਮਲੇਸ਼,
ਪਟਿਆਲੇ ਤੋਂ ਦਿਲਦਾਰ ਤੇ ਮਹਿਤਾਬ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਡਾਕਟਰ ਸਾਹਿਬ ਕੁਝ ਸੱਜਣਾ ਨੇ ਆਪਣੇ ਕਮੈਂਟਸ ਕਰਕੇ ਤੇ ਕੁਝ ਉਹਨਾਂ ਨੇ ਫੋਨ ਕਾਲਾਂ ਕਰਕੇ ਇੱਧਰ ਉੱਧਰ, ਬਾਕੀ ਸਾਡੇ ਦੋਸਤ ਫੋਨ ਸੁਣ ਰਹੇ ਆ ਨਾਲ ਨਾਲ, ਤੇ ਉਹਨਾਂ ਨੇ ਕਿਹਾ ਵੀ ਸਾਡਾ ਪਿਆਰ ਤੇ ਸਤਿਕਾਰ ਡਾਕਟਰ ਸਾਹਿਬ ਨੂੰ ਜ਼ਰੂਰ ਪਹੁੰਚਾ ਦਿਓ। ਮੈਂ ਉਹਨਾਂ ਦੇ ਨਾਂ ਜ਼ਰੂਰ ਤੁਹਾਡੇ ਸਾਹਮਣੇ ਬੋਲਣੇ ਚਾਹੁੰਦਾ। ਇਹਨਾਂ ਵਿੱਚ ਪ੍ਰੋਫੈਸਰ ਦਵਿੰਦਰ ਇੱਥੇ ਫਗਵਾੜੇ ਦੇ ਭੁੱਲਾ ਰਾਈ ਤੋਂ, ਜਸਪਾਲ ਫਿਰਦੌਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੱਕ ਵਿਦਿਆਰਥੀ, ਹਰਜੀਤ ਸਿੰਘ ਇੱਕ ਬਟਾਲੇ ਤੋਂ, ਡਾਕਟਰ ਕੁਲਦੀਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ, ਪ੍ਰੋਫੈਸਰ ਹਰਪਾਲ ਸਿੰਘ ਜਿਨ੍ਹਾਂ ਨੇ ਸਵਾਲ ਪੁੱਛਿਆ ਸੀਗਾ ਚੰਡੀਗੜ੍ਹ ਤੋਂ, ਡਾਕਟਰ ਈਸ਼ਵਰ ਦਿਆਲ ਗੌੜ ਚੰਡੀਗੜ੍ਹ ਤੋਂ, ਤਰਲੋਚਨ ਸਿੰਘ ਤੁਪਾਲਪੁਰ USA ਤੋਂ, ਕੈਲੀਫੋਰਨੀਆ ਤੋਂ, ਤੇ ਪਰਮਿੰਦਰ ਸੋਢੀ ਜਾਪਾਨ ਤੋਂ, ਸਤਵੀਰ ਨੂਰ ਇਹ ਵੀ ਬਾਹਰਲੇ ਮੁਲਕ ਵਿੱਚ ਰਹਿੰਦੇ ਆ, ਜਸ਼ਨਪ੍ਰੀਤ ਕੌਰ ਇਹ ਵੀ ਇੱਕ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ, ਪ੍ਰੋਫੈਸਰ ਹਰਜਿੰਦਰ ਸਿੰਘ ਸੇਖੋਂ, ਪ੍ਰੋਫੈਸਰ ਕਰਨਵੀਰ ਸਿੰਘ ਲੈਲਪੁਰ ਖਾਲਸਾ ਕਾਲਜ ਤੋਂ, ਤੇ ਜਤਿੰਦਰਪਾਲ ਸਿੰਘ ਚੰਡੀਗੜ੍ਹ ਤੋਂ, ਇੱਕ ਸਾਡਾ ਬਹੁਤ ਹੀ ਪਿਆਰਾ ਦੋਸਤ ਰਮਨਦੀਪ ਸਿੰਘ। ਇਹ ਤੁਹਾਨੂੰ ਪਿਆਰ ਤੇ ਸਤਿਕਾਰ ਭੇਜਦੇ ਆ। ਤੇ ਅੱਜ ਇੱਕ ਨਵੀਂ ਗੱਲ ਇਹ ਹੋਈ ਕਿ ਮੇਰੀ ਜ਼ਿੰਦਗੀ, ਮੇਰੀ ਵਾਈਫ ਉਹ ਵੀ ਮੇਰੇ ਸਾਹਮਣੇ ਬੈਠੀ ਸੀ, ਉਹਨੇ ਵੀ ਸਾਰਾ ਲੈਕਚਰ ਸੁਣਿਆ, ਕੁਲਵਿੰਦਰ ਕੌਰ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਮੈਨੂੰ ਬੜਾ ਹੌਸਲਾ ਰਿਹਾ ਕਿ ਉਹ ਮੇਰੇ ਨਾਲ ਰਹੇ, ਸਾਹਮਣੇ ਬੈਠੇ ਰਹੇ। ਬਿਲਕੁਲ ਬਿਲਕੁਲ ਬਿਲਕੁਲ। ਕਾਲੀ ਲਹਿਰ ਵਿੱਚ ਔਰਤਾਂ ਨੇ ਇੰਨਾ ਵੱਧ ਚੜ ਕੇ ਹਿੱਸਾ ਲਿਆ, ਉਸ ਗੱਲ ਨੂੰ ਹਲੇ ਉਭਾਰਿਆ ਨਹੀਂ ਗਿਆ। ਉਸ ਲਹਿਰ ਵਿੱਚ ਔਰਤਾਂ ਦੇ ਰੋਲ ਬਾਰੇ ਹਲੇ ਖੋਜ ਕਰਨੀ ਬਾਕੀ ਹੈ, ਔਰ ਇਸ ਤਾਂ ਹੋਏਗੀ ਜੇ ਅਸੀਂ ਇਸ ਲਹਿਰ ਨੂੰ ਯਾਦ ਰੱਖਣਾ, ਔਰ ਇਸ ਲਹਿਰ ਦੀ ਮੈਮਰੀ, ਦ ਪਾਵਰ ਆਫ ਮੈਮਰੀ ਜਿਹੜੀ ਹੋਤੀ ਹੈ, ਔਰ ਸਿੱਖ ਇਤਿਹਾਸ ਵਿੱਚ ਪਾਵਰ ਆਫ ਮੈਮਰੀ ਹੀ ਸਾਰੀ ਚੀਜ਼ ਹੈ। ਕਿਆ ਬਾਤ। ਤਾਂ ਹੀ ਤਾਂ ਗੁਰੂ ਨਾਨਕ ਬਾਰ-ਬਾਰ ਇਹ ਕਹਿੰਦੇ ਆ, ਮਤ ਦੇਖ ਭੁਲਾ ਵਿਸਰਾ ਤੇਰਾ ਚਿੱਤ ਨਾ ਵੰਨਾ। ਇਹ ਵਿਸਰ ਜਾਣਾ ਔਰ ਆਪਣੇ ਵਿਰਸੇ ਨੂੰ ਵਿਸਰ ਜਾਣਾ, ਔਰ ਇੱਕ ਐਸੀ ਲਹਿਰ ਨੂੰ ਵਿਸਰ ਜਾਣਾ, ਲਛਮਣ ਸਿੰਘ, ਭਾਈ ਲਛਮਣ ਦਾਸ ਸਿੰਘ ਜਿਹੜੇ ਲੋਕ ਸੀ ਉਹਨਾਂ ਨੂੰ ਵਿਸਰ ਜਾਣਾ, ਇਹ ਤੇ ਬਹੁਤ ਮਾੜੀ ਗੱਲ ਹੈ ਸਾਡੇ ਵਾਸਤੇ। ਸੋ ਇਹਨੇ ਸਾਰੇ ਮਿੱਤਰਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਇੰਨਾ ਸਤਿਕਾਰ ਦਿੱਤਾ, ਮੈਂ ਇਹਨਾਂ ਦਾ ਬੜਾ ਹੀ ਸ਼ੁਕਰਗੁਜ਼ਾਰ ਹਾਂ। ਤੁਹਾਡਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਹਨਾਂ ਲੋਕਾਂ ਨਾਲ ਮਿਲਾਇਆ ਔਰ ਆਪਣੇ ਮਨ ਦੀ ਗੱਲ ਤੁਹਾਡੇ ਸਾਹਮਣੇ ਮੈਨੂੰ ਰੱਖਣ ਦਾ ਮੌਕਾ ਮਿਲਿਆ। ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਹਾਡੇ ਨਾਲ ਫਿਰ ਵੀ ਸੰਪਰਕ ਰੱਖਾਂਗੇ, ਫਿਰ ਵੀ ਮੌਕਾ ਦੇਵਾਂਗੇ ਤੁਹਾਨੂੰ, ਤੇ ਤੁਹਾਨੂੰ ਸੁਣਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ। ਪੰਜਾਬ ਦਰਸ਼ਨ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਕਿਸੇ ਹੋਰ ਚੌਂਕੀ ਭਰਾਂਗੇ ਅਸੀਂ ਫਿਰ। ਬਹੁਤ ਮਿਹਰਬਾਨੀ। ਥੈਂਕ ਯੂ, ਥੈਂਕ ਯੂ। ਐ ਪੰਜਾਬ ਹੈ ਪੰਜਾਬ, ਹੈ ਪੰਜਾਬ, ਹੈ ਪੰਜਾਬ, ਹੈ ਪੰਜਾਬ, ਹੈ ਪੰਜਾਬ, ਹੈ ਪੰਜਾਬ।